ਫਿਰ ਉੱਠਦਾ ਵੀ ਲੇਟ ਹੋ ਗਿਆ। ਠੀਕ ਹੈ ਚਲੋ, ਨਹੀਂ ਉੱਠਿਆ ਵੀ ਨੀਂਦ ਵੀ ਥੋੜਾ ਜ਼ਰੂਰੀ ਆ। ਲੇਟ ਤੇ ਸ਼ਾਮੀ ਫਿਰ ਬੈਠਾ ਸਾਂ ਤੇ ਬੈਠੇ ਬੈਠੇ ਅੱਖ ਲੱਗ ਗਈ, ਧਮਕਾ ਜਿਹਾ ਲੱਗ ਗਿਆ। ਠੀਕ ਹੈ, ਨੂਰੀ ਝੂਟਾ ਆ ਗਿਆ ਜਾਣੀ ਕਿ। ਹਾਂ ਬਸ 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 ਉਹ ਨੂਰੀ ਝੂਟਾ ਜਦੋਂ ਉਹਦੇ ਤੋਂ ਉਤਰਿਆ ਤੇ ਉਹਦੇ ਚ 8:15 ਹੋ ਗਏ ਉਹਨੇ ਚਿਰ ਨੂੰ। ਲੰਮਾ ਹੀ ਆ ਹਾਂ ਗਿਆ ਜਾਣੀ ਆ। ਕਮਾਂਡਰ ਸਾਹਿਬ ਹਾਂ ਕੀ ਹਾਲ ਆ? ਵਧੀਆ ਮਹਾਰਾਜ ਵਧੀਆ। ਤੁਸੀਂ ਸੁਣਾਓ ਕਿੱਦਾਂ, ਕੀ ਬਣਾਈ ਜਾਂਦੇ ਆ? ਕੁਛ ਨਹੀਂ, ਬਸ ਬਹਿ ਜਾਈਦਾ, ਕੁੰਡੇ ਕੰਡੇ ਖੋਲ ਕੇ ਆ ਵੇਲੇ। ਮੈਂ ਦੇਖਦਾ ਅੱਜ ਤਾਂ ਸੀ ਸਾਰਾ ਆਪਣੇ ਦਿਨ ਮੈਂ ਕਿਹਾ ਜੋ ਯਾਰ ਉਹ ਬੜਾ ਮਾੜਾ ਕੰਮ ਹੋਇਆ ਹਨਾ ਯੂਪੀ ਚ। ਉਹ ਗੱਲ ਵੀ ਬਹੁਤ ਕਿਸੇ ਗਲਤ ਪਾਸੇ ਬਹੁਤ ਨੂੰ ਰੂਪ ਨਾ ਲੈ ਜੇ ਕਣੀ ਬਹੁਤ ਮਾੜਾ ਇਹ ਹੋਇਆ। ਕੰਮ। ਬਿਲਕੁਲ ਬਰਾੜ ਕਲੱਬ ਸਾਹਿਬ ਹਾਊਸ ਬਿਲਕੁਲ। ਤੇ ਕਲੱਬ ਹਾਊਸ ਤੇ ਬਾਬਾ ਮੈਂ ਦੇਖਿਆ ਵੀ ਦੋ ਤਿੰਨ ਕੁ ਤਰ੍ਹਾਂ ਦੇ ਬੰਦੇ ਨਾ ਗੱਲਬਾਤ ਕਰ ਰਹੇ ਹੈਗੇ। ਇੱਕ ਬੰਦੇ ਤਾਂ ਉਹ ਜਿਨ੍ਹਾਂ ਨੂੰ ਵਾਕਈ ਮਤਲਬ ਨਾ ਬਈ ਦੁੱਖ ਲੱਗਾ ਵੀ ਨਹੀਂ ਯਾਰ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ, ਵੀ ਬਹੁਤ ਗਲਤ ਹੋਇਆ ਨਾ, ਵੀ ਚਲੋ ਦੁੱਖ ਵੀ ਚਲੋ ਦੁੱਖ ਤਾਂ ਚਲੋ ਹਰੇਕ ਨੂੰ ਹੀ ਆ। ਪਰ ਕੁਝ ਬੰਦੇ ਮੈਂ ਦੇਖਿਆ ਵੀ ਇੱਕ ਤਰ੍ਹਾਂ ਦੀ ਡਰਾਮਾ ਤਾਂ ਇਹ ਕਰ ਰਹੇ ਆ ਵੀ ਸਾਨੂੰ ਬਹੁਤ ਦੁੱਖ ਹੋਇਆ। ਪਰ ਦੂਜੇ ਪਾਸੇ ਇੱਕ ਏਜੰਡਾ ਇਹ ਵੀ ਚਲਾ ਰਹੇ ਆ ਵੀ ਮਤਲਬ ਇਹ ਇਦੋਂ ਵੀ ਵੱਧ ਹੋਣ ਵਾਲੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਨੁਕਸਾਨ ਹੋਣਗੇ। ਇਹ ਤਾਂ ਹਲੇ ਬੰਦੇ ਹੀ ਕੁਛ ਨਹੀਂ ਮਾਰੇ ਹੈਗੇ। ਮਤਲਬ ਲੋਕਾਂ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਨਹੀਂ ਪਾ ਰਹੇ ਵੀ ਮਤਲਬ ਜਿੱਦਾਂ ਉਹ 84 ਦਾ ਹਵਾਲਾ ਦੇ ਕੇ ਕੱਲ ਨੂੰ ਹੋਰ ਹੀ ਪਾਸੇ ਲਿਜਾ ਰਹੇ ਆ। ਠੀਕ ਹੈ ਯਾਰ, ਜਿਹਨੇ ਵੀ ਕੀਤਾ ਮਾੜਾ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ। ਮੈਨੂੰ FIR ਉੱਤੇ ਹੋ ਵੀ ਗਈ ਆ ਤੇ ਹੋਣੀ ਵੀ ਚਾਹੀਦੀ ਆ ਖੈਰ। ਤੇ ਪਰ ਇਹ ਆ ਵੀ ਵੱਖੋ ਵੱਖਰੀ ਲੋਕਾਂ ਦਾ ਨਜ਼ਰੀਆ ਆ। ਕੋਈ ਉਹਨੂੰ ਕਿਸੇ ਤਰ੍ਹਾਂ ਲੈ ਰਿਹਾ ਆ, ਉਹ ਇਨਸੀਡੈਂਟ ਨੂੰ ਕੋਈ ਬੰਦਾ ਕਿਸੇ ਬਿਲਕੁਲ ਤਰੀਕੇ ਲੈ ਰਿਹਾ ਆ। ਬਿਲਕੁਲ ਜੋਨੀ ਬਾਈ, ਬੱਚੇ ਜਿਹੜਿਆਂ ਨੇ ਨਾ ਜਿਨ੍ਹਾਂ ਦੀ ਆ ਕਾਮਰੇਡਾਂ ਨਾਲ ਮਾੜੀ ਹੈਗੀ ਆ ਵੀ ਨਫ਼ਰਤ, ਉਹ ਵੀ ਇਸ ਚੀਜ਼ ਤੇ ਖੁਸ਼ ਹੋ ਰਹੇ ਆ ਵੀ ਬੜੀ ਵਧੀਆ ਵੀ ਹੁਣ ਮਦਾਰ ਥੱਲੇ ਆਏ ਆ। ਹੁਣ ਕਾਮਰੇਡਾਂ ਨੂੰ ਪੁੱਛਾਂਗੇ ਵੀ ਫਿਰ ਲਾਸ਼ਾਂ ਦੇ ਸਿਆਸਤ ਕਰਕੇ ਕੀ ਪੁੱਛੋਗੇ ਉਹਨਾਂ ਨੂੰ? ਯਾਰ ਉਹਨਾਂ ਨੇ ਕੀ ਤੁਹਾਨੂੰ ਜਵਾਬ ਦੇ ਦੇਣਾ? ਜਿਨ੍ਹਾਂ ਦੇ ਤੁਰ ਗਏ ਉਹਨਾਂ ਨੇ ਮੁੜਨਾ ਨਹੀਂ। ਹਾਂ, ਨੁਕਸਾਨ ਘਾਟਾ ਉਹਨਾਂ ਨੂੰ ਆ। ਕੋਈ ਕਹਿ ਦੂਗਾ ਵੀ ਜਿਵੇਂ ਅੱਗੇ ਦਾਰੂ ਪੀਣ ਵਾਲੇ ਦਾਰੂ ਪੀ ਕੇ ਮਰ ਗਏ ਵੀ ਉਹਨਾਂ ਨੂੰ ਸ਼ਹੀਦ ਗਿਣਦੇ, ਹੁਣ ਕੱਲ ਨੂੰ ਕਹਿ ਦੂਗਾ ਵੀ ਇਹ ਤਾਂ ਉੱਥੇ ਇੱਕ ਦੂਜੇ ਗੱਲ ਪੈਂਦੇ ਸੀ ਤਾਂ ਥੱਲੇ ਆ ਕੇ ਮਰ ਗਏ, ਇਹਨਾਂ ਨੂੰ ਸ਼ਹੀਦ ਵੀ ਹਰ ਇੱਕ ਨੇ ਆਪਦਾ ਹੀ ਧੰਦਾ ਚਮਕਾਉਣਾ ਹੈ, ਆਪਦੀ ਸਿਆਸਤ ਚਮਕਾਉਣੀ ਹੈ। ਬਿਲਕੁਲ ਬਿਲਕੁਲ। ਅਸਲ ਦੁੱਖ ਤਾਂ ਯਾਰ ਉਹਨੂੰ ਹੀ ਆ ਬੱਬਾ ਜਿਹਦੇ ਘਰ ਦਾ ਪਰਿਵਾਰ ਦਾ ਜੀ ਚਲੇ ਗਿਆ। ਬਾਕੀ ਬਾਈ ਦੁੱਖ ਵਾਲੀ ਆਹ ਗੱਲ ਸੁਣਦਾ ਤੜਕ ਮੜਿਆ ਬਾਈ ਬੱਲ ਨੇ ਬਲਵੀਰ ਨੇ ਉੱਥੇ, ਯਾਰ ਬੰਦੇ ਦੀ ਗੱਲ ਵਰਡਿੰਗ ਤੋਂ ਪਤਾ ਲੱਗਦਾ ਵੀ ਅਸੀਂ ਸਾਰੇ ਇੱਥੇ ਵੀ ਬੰਦਾ ਦਿਲੋਂ ਹਰਟ ਹੋਇਆ ਜੀ ਨਾ, ਦੁਖੀ ਆ। ਅੱਗੋਂ ਇੱਕ ਸੀਗਾ ਉੱਥੇ, ਚੱਲ ਹਜੇ ਸ਼ੁਰੂਆਤ ਆ ਗਰੁੱਪ ਦੀ, ਬਾਅਦ ਚ ਚਾਨਣ ਪਾਉਂਦੇ ਆ। ਬਾਈ ਦੱਸ ਦਿੰਦਾ ਵੀ ਐਡੇ ਆ ਨਾ ਵੀ ਕਹਿੰਦੇ ਸਾਨੂੰ ਪੁੱਛੋ, ਗੱਲ ਤਾਂ ਕਰੋ ਹੀ ਨਾ ਸਵਾਲ ਨਾ ਕਰੋ ਬਸ, ਵੀ ਬਾਕੀ ਸਾਰਾ ਹੋਰ ਕੋ ਮਰਜ਼ੀ ਕਰੇ, ਸਾਨੂੰ ਨਾ ਗੱਲ ਨਾ ਕਰੋਗੇ। ਪਹਿਲੀ ਤਾਂ ਗੱਲ ਬਈ ਮੈਂ ਤਾਂ ਉਹਨਾਂ ਦਾ ਕਸੂਰ ਮੰਨਦਾ ਜਿਹੜੇ ਇੱਕ ਦੁੱਕੀ ਦੇ ਬੰਦੇ ਨੂੰ ਪਹਾੜੀ ਚੜਾਉਂਦੇ ਆ ਵੀ ਇਹਨੂੰ ਸਵਾਲ ਕਰੋ ਜੀ, ਇਹਨੂੰ ਪੁੱਛੋ। ਯਾਰ ਉਹ ਹੈ ਕੀ ਆ, ਕੀ ਉਹਦੀ ਹਸਤੀ, ਉਹਨਾਂ ਨੂੰ ਜਾਣਦਾ ਤੱਕ ਨਹੀਂ ਕੌਣ ਚੀਜ਼ਾਂ। ਤੇ ਬਲ ਸਾਹਿਬ ਦੱਸ ਦਿਓ ਸਵੇਰੇ ਕਿਵੇਂ ਬਕਵਾਸ ਕਰਦਾ ਸੀ ਉਦੋਂ ਉਹ। ਹਜੇ ਲਾਸ਼ਾਂ ਦੇ ਸਿਆਸਤ ਕੀ ਹੁੰਦੀ ਆ ਹਨਾ। ਰਾਤ ਬਹੁਤ ਰਿੰਗ ਖਾਦਾ ਨਾ। ਮੈਂ ਚਾਹਨਾ ਉਹਨੂੰ ਇੱਥੇ ਵੀਰ ਨੂੰ ਸੱਦ ਲਓ, ਕੋਈ ਨਾ, ਸਾਡਾ ਆਪਣਾ ਭਰਾ ਹੀ ਹੈ, ਠੀਕ ਹੈ। ਉਹ ਰਾਜਨੀਤੀ ਗੇਮ ਖੇਲਦਾ ਜਾਂ ਉਹਨੇ ਹੈ ਹੀ ਰਾਜਨੀਤੀ ਖੇਲਦੇ ਨੇ, ਨਹੀਂ ਪਰ ਉਹ ਮੈਂ ਪਹਿਲਾਂ ਹੀ ਕਿਹਾ ਜੇ ਮੈਂ ਹੁਣ ਸਤਨਾਮ ਚਲੋ ਤੁਸੀਂ ਵੱਡੇ ਆ, ਪਰ ਮੈਂ ਨਹੀਂ ਇਹੋ ਜਿਹੇ ਨੂੰ ਹੱਕ ਚਾਹੁੰਦਾ ਜਿਹੜੇ ਨਾ, ਉਹਨੂੰ ਆਪਾਂ ਕੋਈ ਮੈਂ ਤਵੱਜੋ ਇਹ ਕਹਿੰਦਾ ਦੇਈਏ। ਜਿਹਨਾਂ ਦੇ ਮਰੇ ਆ ਨਾ ਜਾਂ ਜਿਹਨਾਂ ਦੇ ਮਰ ਰਹੇ ਆ ਉਹਨਾਂ ਨੂੰ ਪੁੱਛ ਕੇ ਦੇਖੋ, ਠੀਕ ਹੈ, ਕੀ ਬੀਤਦੀ ਹੈ ਯਾਰ। ਮੌਤਾਂ ਪਰ ਵੀ, ਲਾਸ਼ਾਂ ਪਰ ਵੀ ਰਾਜਨੀਤੀ ਯਾਰ ਹੱਦ ਹੋ ਗਈ ਹੈ। ਰਾਜਨੀਤੀ ਖੇਲਣ ਨੂੰ ਬਹੁਤ ਕੁਛ ਹੈਗਾ ਯਾਰ। ਯਾਰ ਤੁਸੀਂ ਮਸਲਾ ਬਣਿਆ ਸੀ ਉੱਥੇ ਯਾਰ, ਮਤਲਬ ਕਿੰਨੇ ਆਪਣੇ 5 ਕਿਸਾਨ ਹੋਏ ਹਨਾ ਉੱਥੇ, ਤੇ 4-5 ਉਹਨਾਂ ਦੇ ਵੀ ਮਰੇ ਕਹਿੰਦੇ ਹੈ। ਤੁਸੀਂ ਜਿਆਦਾ ਇਹਨਾਂ ਨੂੰ ਸਵਾਲ ਕਰਦੇ ਨਾ ਤਾਂ ਇਹ ਇਹਨਾਂ ਦੇ ਮੇਥਾ ਲੱਗਦਾ। ਕਿਉਂ ਨਹੀਂ ਕਰਨਾ ਯਾਰ? ਜਦ ਤੁਸੀਂ ਨੁਮਾਇੰਦਗੀ ਕਰਦੇ ਨਾ, ਜਦ ਤੁਸੀਂ ਅਹੁਦੇ ਚਾਹੀਦੇ, ਤੁਹਾਨੂੰ ਪ੍ਰਧਾਨੀਆਂ ਚਾਹੀਦੀਆਂ, ਤੁਹਾਨੂੰ ਜਵਾਬ ਵੀ ਦੇਣੇ ਪੈਣੇ, ਤੁਹਾਨੂੰ ਕੁਐਸਚਨ ਵੀ ਸੁਣਨੇ ਪੈਣੇ। ਜਵਾਬ ਦਿਓ, ਬਿਲਕੁਲ ਤੁਸੀਂ ਜਵਾਬ ਦਿਓ। ਮੈਂ ਵੈਸੇ ਕਹਿੰਦਾ ਠੀਕ ਹੈ, ਜਿਹਨਾਂ ਨੂੰ ਪਿੰਡ ਦੇ ਵਿੱਚ ਪੰਚੀ ਨਾ ਜਿਤਾਵੇ ਉਹ ਜਾਂ ਉਹਨੂੰ ਪ੍ਰਧਾਨੀਆਂ ਮਿਲ ਜਾਂਦੀਆਂ, ਉਹ ਅਸਮਾਨੀ ਛਿੰਡਾ ਕਰਨ ਲੱਗ ਹੁਣ ਪਏ। ਇਹਨਾਂ ਦੇ ਉਹ ਹਰਾ ਅਸਮਾਨੀ ਛਿੰਡਾ ਕਰਨ ਲੱਗ ਪਏ। ਸਵੇਰੇ ਹੁਣ ਉਹਦੀ ਵਾਰਨਿੰਗ ਕੀ ਸੀ ਕਿ ਤੁਸੀਂ ਅਗਵਾਈ ਕਰ ਲਓ, ਫਲਾਨ ਕਰ ਲਓ। ਜੇ ਸਾਲ ਮੂਰੇ ਲੱਗੇ ਆ ਤਾਂ ਸਵਾਲ ਹੋਰ ਨੂੰ ਕਰਕੇ ਜਾ ਕੇ ਕਿਸੇ ਨੇ ਘਰੋਂ ਤਾਂ ਜਾ ਕੇ ਤੁਹਾਨੂੰ ਬਾਹੋਂ ਫੜ ਕੇ ਮੂਰੇ ਲਾਇਆ ਨਹੀਂ, ਉਦੋਂ ਤੁਰੇ ਵੀ ਲੱਗੇ ਵੀ ਤਾਂ ਆਪ ਹੀ ਹੈ ਨਾ, ਚੌਧਰਾਂ ਖਾਤਰ ਵੀ ਸਵਾਰਥਾਂ ਖਾਤਰ ਹੀ ਲੱਗੇ ਆ। ਬਿਲਕੁਲ ਜਵਾਬ ਦੇ ਵੀ ਲੀਡਰ ਹੀ ਹੋਊਗੇ ਵੀ ਨਹੀਂ ਜਿਹੜੇ ਇਹਨਾਂ ਨੂੰ ਉਹਨੂੰ ਪੁੱਛੇ ਵੀ
ਵੀ ਅਗਵਾਈ ਨੂੰ ਸਾਲਿਓ ਕੋ ਤੀਜੀ ਸੰਸਾਰ ਜੰਗ ਲੜ ਰਹੇ ਜੇ ਤੁਸੀਂ 11 ਮਹੀਨੇ ਹੋ ਗਏ ਉੱਥੇ ਉਹਨੂੰ ਕਹਿੰਦੇ ਕਿ ਜੋ ਬੁੱਢਾ ਠੇਰਾ ਪੰਜਾਬ ਚੋਂ ਇਕੱਠਾ ਕਰਕੇ ਭਾਲਿਆ ਹੁਣ ਤੱਕ 11 ਮੀਟਿੰਗਾਂ ਹੋ ਗਈਆਂ ਕਿਸੇ ਪਾਸੇ ਕੋਈ ਗੱਲ ਸਿਰੇ ਲੱਗੀ ਨਹੀਂ ਤੁਹਾਨੂੰ ਨਾ ਆਲਮੋਸਟ ਆ ਸਾਰਾ ਸਾਲ ਲੰਘ ਚੱਲਿਆ 9 ਮਹੀਨੇ ਹੋ ਚੱਲੇ ਤਾਂ ਤੁਹਾਨੂੰ ਅਗਲਿਆਂ ਨੇ ਸੀਰੀਅਸਲੀ ਨਹੀਂ ਲਿਆ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਕੰਧਾਂ 'ਚ ਤੁਸੀਂ ਵੱਜਦੇ ਫਿਰਦੇ ਜੇ ਦੁਕਾਨਾਂ ਆਪਣੀਆਂ ਤੁਸੀਂ ਖੋਲੀ ਬੈਠੇ ਜੇ ਉੱਥੇ ਕਰੋੜਾਂ ਰੁਪਈਆ ਤੁਹਾਂ ਕਮਾ ਲਿਆ ਕਿਸਾਨ ਦੇ ਨਾਂ ਤੇ ਮਰੇ ਲੋਕਾਂ ਦੇ ਤੁਹਾਡਾ ਕੋਈ ਮਰਿਆ ਅਜੇ ਤੱਕ ਚਵਲੋ ਕੋਈ ਕੁੱਤਾ ਨਹੀਂ ਪੁੱਛਦਾ ਤੁਹਾਨੂੰ ਪਿੰਡਾਂ ਦੇ ਵਿੱਚ ਉਹ ਤਾਂ 32 ਇਹ ਕਿਸਾਨ ਜਿੱਥੇ ਪਤਾ ਨਹੀਂ ਵੀ ਕਿਹੜੀਆਂ ਮੈਂ ਤਾਂ 32 ਉਹ ਤਾਂ ਪਹਿਲੀ ਵਾਰੀ ਹੁਣ ਭਾਈ ਸੁਣੀਆਂ ਆਂਦੇ ਆ ਕਿ ਤੁਸੀਂ ਦੱਸੋ ਅਸੀਂ ਕੀ ਕਰਦੇ ਉਹ ਤਾਂ ਸਵੇਰੋਂ ਆਂਦਾ ਕਿ ਤੁਸੀਂ ਦੱਸੋ ਕਿਸਾਨ ਯੂਨੀਅਨ ਉੱਥੇ ਕੀ ਕਰਦੀ ਅਜੇ ਆਂਦਾ ਤੇ ਫੇਰ ਉੱਥੇ ਫਿਰ ਫੇਰ ਇੰਨਾ ਵੰਝ ਪੜ੍ਹਨ ਲੈਣ ਨੂੰ ਗਏ ਨਹੀਂ ਸੀ ਨਹੀਂ ਜੇ ਉਹ ਵੰਝ ਤਾਂ ਲੈਣ ਗੱਲ ਆ ਗਏ ਸੀ ਜੇ ਤੁਹਾਨੂੰ ਆਮ ਬੰਦੇ ਨੇ ਦੱਸਣਾ ਵੀ ਕੀ ਕਰਦੀ ਕਿਸਾਨ ਜਥੇਬੰਦੀ ਫਟੇ ਮੂੰਹ ਇਹੋ ਜਿਹੇ ਲੱਖ ਲਾਣ ਤੇ ਇਹੋ ਜਿਹੇ ਬੰਦਿਆਂ ਤੇ ਉਹਦਾ ਤੇ ਮੇਰੇ ਖਿਆਲ ਜਿਹੜੇ ਬੰਦੇ ਦੀ ਗੱਲ ਚੱਲਣੀ ਉਹਦਾ ਪਿਓ ਵੀ ਘਰ ਕੋ ਲੀਡਰ ਲੂਡ ਰਿਹਾ ਉੱਥੇ ਤਾਈਆਂ ਉਹੀ ਤਾਈਆਂ ਦਾ ਗੱਲ ਹੀ ਆ ਮਿਰਚਾਂ ਗਈ ਆਵਾ ਉਹੀ ਤਾਈਆਂ ਦਾ ਮਿਰਚਾਂ ਲੱਗਦੀਆਂ ਇਹਨੂੰ ਸਾਲੇ ਸਾਲੇ ਨੂੰ ਪੁੱਛੋ ਵੀ ਤੂੰ ਸਾਲਿਆ ਉਹਦੇ ਪਿਓ ਰਜਿੰਦਰ ਹੈ ਨਹੀਂ ਯੂਨੀਅਨ ਵੀ ਪਿਓ ਰਜਿੰਦਰ ਵਾਲੀ ਆ ਰਜਿੰਦਰ ਕਾਮਰੇਡ ਵਾਲੀ ਉਹਦੀ ਯੂਨੀਅਨ ਦਾ ਲੀਡਰ ਆ ਨਹੀਂ ਪਿਓ ਯੂਨੀਅਨ ਤੇਰਾ ਵਾਲੀ ਢਾਵੇਂ ਦਾ ਲੀਡਰ ਆ ਨਹੀਂ ਪਿਓ ਤੇਰਾ ਢਾਵੇਂ ਦਾ ਲੀਡਰ ਆ ਤੂੰ ਪੁੱਛਦਾ ਫਿਰਦਾ ਲੋਕਾਂ ਨੂੰ ਕਲੱਬ ਹਾਊਸ ਤੇ ਵੀ ਅਸੀਂ ਕੀ ਕਰੀਏ ਸਾਲੇ ਕਿ ਇਹੋ ਜਿਹੇ ਚਵਲਾਂ ਨੇ ਪੰਜਾਬ ਨੂੰ ਤਬਾਹ ਕੀਤਾ ਪਹਿਲਾਂ ਵੀ ਇਹਨਾਂ ਨੇ ਕੀਤਾ ਸੀ ਇਸ ਕਰਕੇ ਮੈਂ ਪਹਿਲੇ ਦਿਨੋਂ ਇਸ ਕਿਸਾਨੀ ਮੋਰਚੇ ਦੀ ਹਮਾਇਤ ਨਹੀਂ ਕੀਤੀ ਮੈਨੂੰ ਪਤਾ ਸੀ ਵੀ ਇਹ ਕੰਮ ਹੋਇਆ ਇਹ ਹੈਗੀਆਂ ਇਹ ਕਿਸਾਨ ਜਿਹੜਾ ਇਹ ਸੰਘਰਸ਼ ਕਿਸਾਨ ਦੀਆਂ ਹੱਕੀ ਮੰਗਾਂ ਦਾ ਵਾ ਪਰ ਇਹਨੂੰ ਹਾਈਜੈਕ ਹੋਰਾਂ ਲੋਕਾਂ ਨੇ ਕਰਨਾ ਤੇ ਇਹ ਪਹਿਲੇ ਦਿਨ ਤੋਂ ਹੀ ਉਦਲ ਗਿਆ ਵਾ ਇਹਨਾਂ ਕਾਮਰੇਡਾਂ ਨੇ ਪਹਿਲੇ ਦਿਨ ਤੋਂ ਹੀ ਨਾ ਇਹਨਾਂ ਦੀ ਫੈਸਲਾ ਲੈਣ ਦੀ ਤਾਕਤ ਸੀ ਇਹ ਸਿਰਫ ਡੀਸੀ ਦਫ਼ਤਰ ਦਾ ਘਰਾਓ ਕਰਨ ਜੋਗੀ ਇਕਾਤ ਸੀ ਇਹਨਾਂ ਦੀ ਨਾ ਇਹਨਾਂ ਦੀ ਹਉਮੈ ਨੇ ਕੋਈ ਬੰਦਾ ਅੱਗੇ ਨਹੀਂ ਆਉਣ ਦਿੱਤਾ ਜਿਹੜਾ ਬੰਦਾ ਸਟੇਟ ਨਾਲ ਗੱਲਬਾਤ ਕਰਦਾ ਨਾ ਸਟੇਟ ਦੀਆਂ ਬਰੀਕੀਆਂ ਨੂੰ ਸਮਝਦਾ ਉਹਨਾਂ ਦੇ ਜਿਹੜੇ ਮੈਸੇਜ ਸੀ ਉਹਨਾਂ ਨੂੰ ਡੀਕੋਡ ਕਰਦਾ ਇਹ ਬੂਝੜਾ ਨੇ ਉੱਥੇ ਇਕੱਠੇ ਤੇ ਹੁਣ ਵੀ ਇਹ ਪੰਜਾਬ ਦੀ ਜਵਾਨੀ ਤਬਾਹ ਕਰਾ ਰਹੇ ਆ ਨਾ ਹੁਣ ਪੁੱਠੇ ਰਾਹ ਤੋਰ ਕੇ ਨਾ ਇਹ ਸ਼ੁਰੂ ਤੋਂ ਪਿਛਲਾ ਗਿਆ ਉਹਨੂੰ ਕੀ ਕਹਿੰਦੇ ਆ ਕਿ ਸੋਨੀਆ ਗਾਂਧੀ ਦੇ ਉਹਦਾ ਪੱਤਾ ਖੇਡ ਰਹੇ ਆ ਇਹ ਬਿਲਕੁਲ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਟੋਨੀ ਵੀਰੇ ਤਾਂ ਸਤਿ ਸ਼੍ਰੀ ਮੈਂ ਅਕਾਲ ਜੀ ਤੁਹਾਨੂੰ ਬਰਾੜ ਸਾਹਿਬ ਦੱਸਣਾ ਸਤਿ ਸੀ ਸ਼੍ਰੀ ਮੈਂ ਅਕਾਲ 2 ਦਿਨ ਜੁਆਇਨ ਨਹੀਂ ਹੋਇਆ ਮੇਰੀ ਖਾਲਿਸਤਾਨੀਆਂ ਨੇ ਬੰਦ ਕਰਾਤੀ ਸੀ ਆਹ ਕਲੱਬ ਹਾਊਸ ਤਾਂ ਮੈਂ ਦੁਬਾਰਾ ਜੁਆਇਨ ਕੀਤੀ ਹੋਰ ਨੰਬਰ ਭਰ ਕੇ ਤਾਂ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਸੀ ਉਹ ਜਗਸੀਰ ਨੇ ਇਹਨੂੰ ਕੁਝ ਕਿਹਾ ਬਰਾੜ ਨੂੰ ਸੁਖਵੰਤ ਨੂੰ ਉਹ ਜਿਹੜਾ ਕਿਰਤੀ ਕਿਸਾਨ ਯੂਨੀਅਨ ਵਾਲਾ ਉਹੀ ਨਾ ਬਾਈ ਨਹੀਂ ਮੁੱਦਾ ਕੀ ਹੈ ਵੀਰੇ ਏਦਾਂ ਮੈਨੂੰ ਨਹੀਂ ਕੁਛ ਕਿਹਾ ਸੀ ਉਹ ਚੱਕਰ ਕੀ ਚੱਲਿਆ ਸਵੇਰੇ ਉਹਨਾਂ ਉੱਥੇ ਬਾਈ ਬਾਲੋ ਤੋਂ ਗੱਲ ਕਰਦਾ ਸੀ ਤਾਂ ਉਹ ਬੱਲ ਦੇ ਗੱਲ ਪੈਂਦਾ ਸੀਗਾ ਉੱਥੇ ਤੇ ਫਿਰ ਉੱਥੇ ਇੱਕੋ ਜਿਹੜਾ ਮੁੜ ਕੇ ਚੱਲ ਵੀ ਗੱਲ ਆਂਦੇ ਆਖੇ ਹਾਂ ਤੁਸੀਂ ਟੋਨੀ ਬੱਲ ਦੇ ਨਾਲ ਬੈਠੇ ਨੇ ਤੇ ਬਕਵਾਸ ਕਿਹੜਾ ਕਰਦਾ ਜਿਹੜਾ ਇੱਕ ਕੈਲਕਰੀ ਵਾਲਾ ਮੁੰਡਾ ਤਾਂ ਉਹੀ ਸਿੱਧੂ ਦਾ ਜਿਹੜਾ ਬਹੁਤ ਤਸੱਲੀ ਨਾਲ ਬੇਇੱਜ਼ਤੀ ਕੀਤੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਦੂਜਾ ਵੀ ਮੁੜ ਕੇ ਨਾ ਉਹ ਜਿਹੜਾ ਇੱਕ ਹੋਰ ਆ ਇੰਗਲੈਂਡ ਵਾਲਾ ਉਹ ਛੋਕਰਾ ਆ ਉਹ ਮੁੜ ਕੇ ਮੈਕ ਬੰਦ ਕਰੇ ਤੁਸੀਂ ਸਵਾਲ ਕਰੋ ਇਹਨੂੰ ਬਾਈ ਨੂੰ ਸਵਾਲ ਮੈਂ ਬਾਈ ਲੱਗਦਾ ਸਾਲਾ ਭੈਣ ਜਦੋਂ ਕੀ ਆ ਇਹ ਮੈਂ ਕਾਹਦੇ ਸਵਾਲ ਕਰਕੇ ਇਹਨੂੰ ਕੀ ਕਰਦੇ ਕੀ ਹੈਸੀਅਤ ਇਧਰ ਨੂੰ ਜਾਣਦੇ ਤੱਕ ਨਹੀਂ ਕੌਣ ਆ ਇਹ ਉਹ ਬਰਾੜ ਸਾਹਿਬ ਉਸ ਬੰਦੇ ਦੀ ਨਾ ਉਸ ਬੰਦੇ ਦੀ ਖੁੰਦਕ ਦਾ ਜਿਹੜਾ ਮੁੱਖ ਕਾਰਨ ਹੈ ਨਾ ਉਹ ਮੈਂ ਤੁਹਾਨੂੰ ਦੱਸਦਾ ਵਾਂ ਥੋੜੇ ਦਿਨ ਹੋਏ ਆ ਗੱਲਬਾਤ ਚੱਲਣ ਡਈ ਸੀਗੀ ਤੇ ਆਪਣੇ ਗਰੁੱਪ 'ਚ ਹੋਈ ਤੇ ਮੇਰੇ ਖਿਆਲ ਸ਼ਾਇਦ ਬਲਕਾਰ ਕਾਲਕਟਵੀਰ ਸੀਗਾ ਤੇ ਇਹਨੇ ਸਵਾਲ ਉਠਾਇਆ ਤੇ ਜਦੋਂ ਦੂਜੇ ਗਰੁੱਪ 'ਚ ਆਪਣੇ 'ਚੋਂ ਗੱਲ ਹੋਈ ਨਾ ਤੇ ਮੈਂ ਉੱਥੇ ਇਹ ਗੱਲ ਕਹੀ ਵੀ ਮੈਂ ਕਿਹਾ ਵੀ ਯਾਰ ਇਹ ਗੱਲਾਂ ਕਰ ਰਹੇ ਸੀ ਜਦੋਂ ਉੱਥੇ ਇੱਕ ਵੱਖਰੀ ਸਟੇਜ ਲਾਤੀ ਸੀ ਜਾ ਕੇ ਕਿਸਾਨ ਸੰਘਰਸ਼ ਕਮੇਟੀ ਨੇ ਅਲੱਗ ਸਟੇਜ ਲਾਤੀ ਸੀ ਨਾ ਇਹਨਾਂ ਦੇ ਉਹ ਜਾ ਕੇ ਤੇ ਉਹ ਜਦੋਂ ਉਧਰੋਂ ਉੱਥੇ ਜਿਹੜੇ ਲੋਕਲ ਗੁੰਡੇ ਆ ਉੱਥੇ ਬਦਮਾਸ਼ੀ ਕਰਨ ਆਏ ਉਹਨਾਂ ਨੇ ਉੱਥੇ ਜਿਹੜੀਆਂ ਕੁੜੀਆਂ ਨੂੰ ਤੰਗ ਕੀਤਾ ਤੇ ਮੈਂ ਉਦੋਂ ਉੱਥੇ ਕਿਹਾ ਮੈਂ ਕਿਹਾ ਉਹ ਇਹ ਖਰੇ ਕੋਈ ਸਫਾਈ ਸਫੂਈ ਦਿੰਦਾ ਹੈ ਨਾ ਆਂਦਾ ਵੀ ਉਹਨਾਂ ਸਟੇਜ ਉਲਟ ਲਾਈ ਸੀ ਤੇ ਸਾਡੇ ਬੰਦਿਆਂ ਨੇ ਕਿਹਾ ਹੈ ਵੀ ਨਾ ਜਾਇਓ ਤੇ ਮੈਂ ਉਦੋਂ ਕਿਹਾ ਵੀ ਮੈਂ ਕਿਹਾ ਯਾਰ ਚਲੋ ਸਟੇਜ ਅਲੱਗ ਲਾਈ ਹੋਵੇ ਉਹਨਾਂ ਨੇ ਪਰ ਧੀਆਂ ਤੇ ਉਹ ਪੰਜਾਬ ਦੀਆਂ ਹੀ ਸੀ ਨਾ ਜਿਨ੍ਹਾਂ ਦੀ ਉਹ ਬੇਪਤੀ ਕਰਦੇ ਸੀ ਵੀ ਇਹ ਸਾਲਾ ਕਿਹੋ ਜਿਹਾ ਕੰਮ ਹੋਇਆ ਵੀ ਭੈਣ ਚੋਦ ਸਾਡਾ ਤੇ ਵਿਰਸਾ ਇਹ ਆ ਵੀ ਜੇ ਕਿਤੇ ਸ਼ਰੀਕ ਵੀ ਭਾਵੇਂ ਕੋਈ ਨਾਮ ਹੀ ਬੋਲਦਾ ਹੋਵੇ ਤੇ ਉਹਦਾ ਵੀ ਕਿਤੇ ਧੀ ਪੁੱਤ ਮਿਲ ਪਏ ਤੇ ਸਿਆਣੇ ਬੰਦੇ ਜੇ ਕੋਈ ਪਰੇਸ਼ਾਨੀ 'ਚ ਹੋਵੇ ਤੇ ਪੁੱਛ ਲੈਂਦੇ ਵੀ ਪੁੱਤ ਤੈਨੂੰ ਲੋੜ ਤੇ ਨਹੀਂ ਕਿਸੇ ਚੀਜ਼ ਦੀ ਤੈਨੂੰ ਕੋਈ ਹੈਲਪ ਦੀ ਲੋੜ ਤੇ ਨਹੀਂ ਵੀ ਸਾਲੇ ਉਹ ਪੰਜਾਬ ਦੀਆਂ ਧੀਆਂ ਉੱਥੇ ਤੇ ਉਹ ਬਦਮਾਸ਼ੀ ਕਰਨ ਰਹੇ ਆ ਕੇ ਤੇ ਤੁਸੀਂ ਸਟੇਜਾਂ ਤੋਂ ਬੋਲਣੇ ਵੀ ਉਧਰ ਨਾ ਜਾਓ ਤੁਹਾਨੂੰ ਇਹ ਕਹਿਣਾ ਚਾਹੀਦਾ ਵਾ ਵੀ ਇਹਨਾਂ ਨੂੰ ਜੇ ਅਕਲ ਵਾਲੇ ਹੁੰਦੇ ਨਾ ਇਹ ਜਿਹੜੇ 30-32 ਆ ਇਹ ਖੁਦ ਜਾਂਦੇ ਉੱਠ ਕੇ ਉੱਥੇ ਤੇ ਬਾਕੀ ਬੰਦਿਆਂ ਨੂੰ ਵੀ ਤੁਸੀਂ ਮਗਰ ਨਾ ਆਇਓ ਤੁਸੀਂ ਤੁਹਾਡਾ ਖੂਨ ਤੇਜ਼ ਆ ਤੁਸੀਂ ਜਵਾਨ ਆ ਤੁਸੀਂ ਚੁੱਪ ਕਰਕੇ ਇੱਥੇ ਰਹੋ ਅਸੀਂ ਆਉਨੇ ਆ ਅਸੀਂ ਜਾ ਕੇ ਗੱਲ ਕਰਦੇ ਨਾ ਉੱਥੇ ਜਾ ਕੇ ਉਹਨਾਂ ਨੂੰ ਆਂਦੇ ਵੀ ਤੁਸੀਂ ਉਹਨਾਂ ਜਾ ਕੇ ਉਹਨਾਂ ਨੂੰ ਆਂਦੇ ਵੀ ਇਹ ਸਟੇਜ ਲੱਗ ਗਿਆ ਸਟੇਜ ਅੱਡੋ ਅੱਡਿਆ ਅਸੀਂ ਇਹਨਾਂ ਬੰਦਿਆਂ ਨਾਲ ਸਹਿਮਤ ਨਹੀਂ ਪਰ ਇਹ ਸਾਡੀਆਂ ਧੀਆਂ ਵਾ ਤੁਸੀਂ ਕੌਣ ਹੁੰਦੇ ਨਾਲ ਵੇਖਣ ਵਾਲੇ ਨਾ ਤੇ ਉਹਨਾਂ ਨੂੰ ਮੁੜ ਕੇ ਤੁਰਨ ਲੱਗੇ ਆਂਦੇ ਵੀ ਕੋਈ ਅਕਲ ਕਰੋ ਪੁੱਟ ਕੇ ਸਟੇਜ ਲੈ ਆਓ ਉੱਧਰ
ਹੈ ਚਲੋ ਬਿਲਕੁਲ ਮੈਂ ਨਾ ਉਹਨੂੰ ਮੈਂ ਇਹਦੀ ਬੱਲ ਗੱਲ ਭਾਈ ਭਾਈ ਪਹਿਲਾਂ ਇੱਕ ਨਾ ਮਿੰਟ ਬਹੁਤ ਤੇ ਆ ਜਾਓ। ਬੁਰੀ ਮੈਂ ਨਾ ਬਹੁਤ ਮਤਲਬ ਬਰਾੜ ਭਾਈ ਮੈਂ ਮੈਂ ਇੱਕ ਚੀਜ਼ ਦੱਸਣੀ ਆ। ਉਹਨੂੰ 20 ਮੈਂ ਦਿਨ ਪਹਿਲਾਂ ਬਹੁਤ ਬੁਰੀ ਤਰ੍ਹਾਂ ਕਲਾਸ ਲਾਈ ਮੇਰੀ ਸੀਗੀ ਜਸਵੀਰ ਦੀ ਬਰਾੜ ਭਾਈ ਇੱਕ ਮਿੰਟ, ਇਹ ਮੈਂ ਨਾ ਮੁੜ ਕੇ ਮੈਂ ਸ਼ਿਪਰ ਤੇ ਜਾਣਾ। ਇੱਕ ਮਿੰਟ ਸੁਣੀ ਗੱਲ। ਮੈਂ ਇੱਕ ਬੇਨਤੀ ਹੋਰ ਬੋਲਾ ਰੱਖਣੀ ਹੈ ਬੋਲਾ ਇੱਥੇ ਮੁੜ ਕੇ ਤੁਹਾਡੀ ਗੱਲ ਸਾਰੀ ਚੱਲ ਰੱਖਿਓ ਜਾਰੀ। ਇੱਕ ਨਾ ਯਾਰ ਮੈਂ ਉਹ ਪੋਸਟ ਵੇਖੋ, ਆਪਾਂ ਕਿਸੇ ਨੂੰ ਗਾਲ ਦੇ ਉੱਪਰ ਨਹੀਂ ਕੱਢਣਾ ਚਾਹੁੰਦੇ ਕੁਛ ਨਹੀਂ, ਪਰ ਅੱਜ ਮੈਨੂੰ ਆ ਕੇ ਉੱਥੇ, ਕਿਉਂਕਿ ਫਿਰ ਆਪਣਾ ਤਾਂ ਸੁਭਾਅ ਇਦਾਂ ਦਾ ਯਾਰ ਨਹੀਂ ਹਨਾ, ਬਰਾੜ ਪੋਸਟ ਸਾਹਿਬ ਜਿੱਦਾਂ ਪਾਈ ਸੀ। ਉਹ ਡਿਲੀਟ ਕਰ ਦਿਓ ਪੋਸਟ। ਮੈਂ ਨਹੀਂ ਸਗੋਂ ਦਿਨੇ ਵੀ ਕਹਿਣਾ ਸੀ ਤੁਹਾਨੂੰ। ਕਰ ਦੇਣ ਠੀਕ ਆ ਹਾਂ ਭਾਈ, ਕੋਈ ਗੱਲ ਹਾਂ ਨਹੀਂ। ਉਹਨੂੰ ਤੇ ਉਹਨੂੰ ਉਹ ਉਹਨੂੰ ਚੱਕ ਉਹਨੂੰ ਓਕੇ ਉਹ ਓਕੇ ਮੈਂ ਲੋੜ ਪਰ ਤੋਂ ਇਹ ਸੁਣੇ ਹਾਂ ਸੁਣੇ ਗਾਲ ਵੀ ਮੇਰੀ ਗੱਲ, ਆਪਾਂ ਪਰ ਨਾ ਬਰਾੜ ਨਹੀਂ ਨਹੀਂ ਸਾਹਿਬ ਮੇਰੀ ਇੱਕ ਗਾਲ ਵੀ ਬੇਨਤੀ ਆਪਾਂ ਸੁਣਿਓ। ਗਾਲ ਵੀ ਆਪਾਂ ਮੂੰਹ ਤੇ ਕੱਢਦੇ ਆ ਗੱਲੇ ਨੂੰ, ਆਪਾਂ ਨਹੀਂ ਕਿਹੜੀ ਪਿੱਠ ਪਿੱਛੇ ਕੱਢ ਹਾਂਜੀ ਨਹੀਂ ਦਿਆਂਗੇ, ਮੈਂ ਪਰ ਉਹ ਉਹਨਾਂ ਨੂੰ ਕਹਿੰਦਾ ਅਹਿਮੀਅਤ ਮਿਲ ਰਹੀ ਲੋੜੋਂ ਵੱਧ। ਨਹੀਂ ਉਹ ਤਾਂ ਕਰ ਦਿੰਦੇ, ਪਰ ਆਪਾਂ ਨੂੰ ਉਹ ਹੁੰਦੀ ਬਲ ਸਾਹਿਬ ਗੱਲ ਪਤਾ ਕੀ, ਮੈਂ ਕਿਹਾ ਵੀ ਇਹ ਪਮਾਨਾ ਹੁਣ ਨਵਾਂ ਹੀ ਕੋਈ ਹੋਰ ਨਾ ਹੋਵੇ ਤਾਂ ਗੱਲ ਹੋਵੇ ਤਾਂ ਵਾਹੇ ਦੇ ਚੜ ਜੋ ਟੋਨੀ ਬਾਲ ਦੇ, ਤੁਸੀਂ ਨਾਲ ਬੈਠੇ ਸੀ, ਤੁਸੀਂ ਨਾਲ ਬੈਠੇ ਸੀ, ਇਹ ਕੋਈ ਗੱਲ ਆ ਯਾਰ ਕਰਨ ਵਾਲੀ? ਇਹਦੇ ਤੇ ਮੈਂ ਕਹਿੰਦਾ ਵੀ ਇਹਦੇ ਤੇ ਵੀ ਅੱਜ ਇਹਨਾਂ ਨੂੰ ਠੋਕ ਕੇ ਨਾ ਕੋਈ ਤਕਲੀਫ ਕੀ ਆ ਵੀ ਆਜੋ ਦੱਸੋ ਯਾਰ ਵੀ ਹੁਣ ਚਾਹੁੰਦੇ ਕੀ ਆ ਹਨਾ। ਜਿਹੜਾ ਨਾਲੇ ਉਹ ਚਵਲ ਨੂੰ ਪੁੱਛਣ ਵਾਲਾ ਹੋਵੇ, ਸਾਲਿਆ ਤੂੰ ਨਾਲ ਆਪ ਤਾਂ ਤੂੰ ਬਹਿੰਦਾ ਆ, ਬਰਾਬਰ ਬਹਿੰਦਾ ਰਿਹਾ, ਸ਼ਰਮ ਤੂੰ ਹੀ ਸ਼ਰਮ ਕਰ, ਹੋਰ ਕਵੇ ਤਾਂ ਚੰਗਾ ਵੀ ਲੱਗਦਾ ਵੀ ਅੱਜ ਕਿਸੇ ਹੋਰ ਦੇ ਹੱਥਾਂ 'ਚ ਖੇਡ ਗਿਆ ਤਾਂ ਅੱਜ ਤੈਨੂੰ ਹੁਣ ਮੇਰੇ ਮੂੰਹ ਫੇਰ ਨਿਕਲਦੀ ਪ੍ਰਾਹੁਣਾ ਮਾੜਾ ਲੱਗਦਾ ਟੋਨੀ। ਮੇਰੇ ਨਾਲ ਨਾ ਇਹਦੀ 20 ਦਿਨ ਪਹਿਲਾਂ ਬਹੁਤ ਬਹਿਸ ਹੋਈ ਸੀ। ਮੈਨੂੰ ਇਹਨੇ ਨਾ ਦੋ ਹੀ ਗੱਲਾਂ ਆਖੀਆਂ ਸੀ। ਕਹਿੰਦਾ ਇੱਕ ਤਾਂ ਕਹਿੰਦਾ ਮੇਰੇ ਡੈਡੀ ਦੀ ਕਿਸਾਨ ਯੂਨੀਅਨ ਹੈ। ਮੈਂ ਇਹਨੂੰ ਕਿਹਾ ਮੈਂ ਤਾਂ ਸੁਣਿਆ ਸੀ ਵੀ ਕਿਸਾਨ ਯੂਨੀਅਨਾਂ ਕਿਸਾਨਾਂ ਦੀਆਂ ਹੁੰਦੀਆਂ, ਮੈਨੂੰ ਨਹੀਂ ਪਤਾ ਸੀ ਵੀ ਯੂਨੀਅਨਾਂ ਡੈਡੀਆਂ ਦੀਆਂ ਵੀ ਹੁੰਦੀਆਂ। ਫਿਰ ਕਹਿੰਦਾ ਜੇ ਤੁਹਾਨੂੰ ਸਾਡਾ ਸੰਘਰਸ਼ ਚੰਗਾ ਨਹੀਂ ਲੱਗਦਾ, ਕਹਿੰਦਾ ਤੁਸੀਂ ਸਾਡਾ ਸੰਘਰਸ਼ ਛੱਡ ਜਾਓ। ਮੈਂ ਕਿਹਾ ਵੀ ਤੂੰ ਸੰਘਰਸ਼ ਦਾ ਸਾਲਾ ਲੱਗਦਾ ਵੀ ਤੇਰੇ ਨਾਲੋਂ ਤਾਂ ਕਈ ਗੁਣਾ ਵੱਧ ਪੈਸੇ ਅਸੀਂ ਬਾਹਰੋਂ ਭੇਜਦੇ ਹੋਣੇ ਹੁਣ ਤੱਕ ਸੰਘਰਸ਼ ਦੀ ਖਾਤਰ ਜਾਂ ਸਾਰਾ ਕੁਝ ਹੈ ਨਾ। ਸਾਡੇ ਬਜ਼ੁਰਗ ਉੱਥੇ ਟਰਾਲੀਆਂ ਲਾ ਕੇ ਬੈਠੇ ਰਹੇ ਆ, ਹੁਣ ਤੱਕ ਵੀ ਬੈਠੇ ਆ, ਵੀ ਤੂੰ ਸਾਲਾ ਲੱਗਦਾ ਵਾ ਸੰਘਰਸ਼ ਦਾ। ਫਿਰ ਇਹ ਅੱਗੋਂ ਧਮਕੀ ਦੇਣ ਤੇ ਆ ਗਿਆ, ਕਹਿੰਦਾ ਸਟੇਜ ਤੇ ਸਾਡਾ ਕਬਜ਼ਾ, ਕਹਿੰਦਾ ਥੱਲੇ ਕੋਈ ਕੁਛ ਕਹੀ ਜਾਵੇ, ਕਹਿੰਦਾ ਕਿਸੇ ਮਾਈ ਦੇ ਲਾਲਚ ਹਿੰਮਤ ਨਹੀਂ, ਕਹਿੰਦਾ ਵੀ ਸਾਡੀ ਸਟੇਜ ਦੇ ਨੇੜੇ ਤੇੜੇ ਵੀ ਫੜ ਕੇ ਜਾਵੇ, ਕਹਿੰਦਾ ਅਸੀਂ ਫੜ ਕੇ ਕੁੱਟਦੇ ਹੁੰਦੇ ਆ। ਕਹਿੰਦਾ ਰਾਤ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਤੇ ਰਾਤ ਯਾਰ ਉਹ ਬਾਈ ਜਗਸੀਰ ਨੂੰ ਮੈਂ ਤਾਂ ਜਾਣਦਾ ਨਹੀਂ ਸੀਗਾ, ਉਹ ਗੱਲ ਸਟਾਰਟ ਹੋਈ ਸੀਗੀ, ਕਿਹਾ ਸੀਗਾ, ਮੈਂ ਤਾਂ ਉਦਾਂ ਹੀ ਕਹਿਤਾ ਸੀ, ਮੈਂ ਕਿਹਾ ਵੀ ਕੁੱਤੇ ਦੇ ਹੱਡ ਨੇ, ਨਾਲੇ ਕਿਸਾਨ ਯੂਨੀਅਨ ਵਾਲੇ ਤੇ ਨਾਲੇ ਸਰਕਾਰ। ਤੇ ਉਹ ਬਾਈ ਕਹਿੰਦਾ ਵੀ ਮੇਰਾ ਉਹਦੇ ਵਿੱਚ ਬਾਪੂ ਆ। ਤੇ ਮੈਂ ਕਿਹਾ ਚਲੋ ਬਾਈ ਮੈਨੂੰ ਪਤਾ ਨਹੀਂ ਸੀਗਾ ਤੁਹਾਡਾ ਬਾਪੂ ਆ, ਤੇ ਮੈਂ ਤਾਂ ਸਾਰਿਆਂ ਨੂੰ ਹੀ ਕਿਹਾ। ਤੇ ਇੱਥੋਂ ਗੱਲ ਚੱਲੀ ਸੀਗੀ, ਤੇ ਬਾਦੀ ਫਿਰ ਦੂਰ ਚਲੀ ਗਈ। ਫਿਰ ਕਹਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ। ਫਿਰ ਚਲੋ ਬੱਲ ਬਾਈ ਵੀ ਵਧੀਆ ਉਹਦੇ ਵਿੱਚ ਬੋਲਿਆ ਚੱਲਿਆ। ਤੇ ਗੱਲ ਉਹੀ ਆ, ਮੁੜ ਕੇ ਵੀ ਪ੍ਰੋਬਲਮ ਇਹ ਆ ਵੀ ਆਪਾਂ ਘਰ ਆਪਸ ਵਿੱਚ ਹੀ ਖੈਬੜੀ ਜਾਂਦੇ। ਮੇਨ ਗੱਲ ਇਹ ਆ ਵੀ ਇਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਇਟ ਮੀਨਸ ਵੀ ਦੀਪ ਸਿੱਧੂ ਦੇ ਮੈਂ ਕਾਫੀ ਵਿਚਾਰਾਂ ਨਾਲ ਹੁਣ ਪਹਿਲਾਂ ਵੀ ਵਿਰੋਧੀ ਸੀ, ਹੁਣ ਵੀ ਵਿਰੋਧੀ ਆ। ਫਿਰ ਤਾਂ ਉਹਦੇ ਵਾਲੀ ਗੱਲਾਂ ਸਾਰੀਆਂ ਸੱਚ ਹੋ ਰਹੀਆਂ ਨੇ। ਉਹਨੇ ਵੀ ਸ਼ੁਰੂ ਵਿੱਚ ਇਹੀ ਪਿੱਟਦਾ ਸੀਗਾ ਉਹ ਦੀਪ ਸਿੱਧੂ। ਫਿਰ ਬਿਲਕੁਲ ਉਹਦਾ 100% ਸਹੀ ਹੋ ਰਿਹਾ ਉਹਦੀਆਂ ਗੱਲਾਂ, ਚਾਹੇ ਉਹ ਕਿਸੇ ਵੱਲੋਂ ਖੇਡਦਾ ਸੀ, ਪਰ ਗੱਲਾਂ ਤਾਂ ਉਹਦੀਆਂ ਸਹੀ ਹੋ ਰਹੀਆਂ ਨੇ। ਫਿਰ ਬੱਬੂ ਵੀਰੇ ਵੇਖੋ, ਇਸ ਗੱਲ ਨੂੰ ਸਮਝੋ। ਜੇ ਅਸੀਂ ਵਾਕਿਆ ਹੀ ਉਹਨੂੰ ਕੀ ਕਹਿੰਦੇ ਹੈਗੇ ਇਸ ਗੱਲ ਨੂੰ ਸਮਝਣਾ, ਤੇ ਸਾਨੂੰ ਪੂਰੀ ਤਰ੍ਹਾਂ ਇਮਾਨਦਾਰ ਹੋ ਕੇ ਸੋਚਣਾ ਪਊਗਾ। ਸਵਾਲ ਇਹ ਪੈਦਾ ਹੁੰਦਾ ਵੀ ਰਾਜਧਾਨੀ ਦੇ ਵਿੱਚ ਪਿਛਲੇ ਕੋਈ ਲਗਭਗ 10 ਮਹੀਨਿਆਂ ਤੋਂ ਚੱਲ ਰਿਹਾ ਵਾ ਜਿਹੜਾ ਇਹ ਰੋਕੀ ਬੈਠੇ ਆ ਬੰਦੇ। ਇਹ ਬੰਦੇ ਯੂਪੀ ਚ ਕੀ ਵਾਂਝ ਲੈਣ ਜਾਂਦੇ? ਉਧਰ ਕੀ ਕਰਨ ਜਾਂਦੇ ਯੂਪੀ ਚ? ਇਹਨਾਂ ਨੂੰ ਕੌਣ ਲੈ ਕੇ ਗਿਆ ਯੂਪੀ ਚ? ਹੁਣ ਅੱਜ ਉੱਥੇ ਪ੍ਰਿਯੰਕਾ ਗਾਂਧੀ ਕੰਧਾਂ 'ਚ ਵੱਜਦੀ ਫਿਰਦੀ ਸੀਗੀ। ਪ੍ਰਿਯੰਕਾ ਗਾਂਧੀ ਕਿਹੜੇ ਪਾਸਿਓਂ ਕਿਸਾਨ ਹੈਗੀ? ਪ੍ਰਿਯੰਕਾ ਗਾਂਧੀ ਨੇ ਹੁਣ ਤੱਕ ਉਹਦੇ ਟੱਬਰ ਨੇ ਕੀ ਕੀਤਾ ਨਾ ਕਿਸਾਨਾਂ ਵਾਸਤੇ? ਉਹ ਕਿਸਾਨਾਂ ਦੇ ਪੁੱਤ ਮਾਰੇ ਆ ਨਾ ਪੰਜਾਬ ਚੋਂ ਚੁੱਕ ਕੇ, ਤੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਪੰਜਾਬ ਦੇ ਵਿੱਚ। ਇਹ ਮੋਰਚਾ ਪੂਰੀ ਤਰ੍ਹਾਂ ਹੱਥ ਠੋਕਾ ਬਣ ਚੁੱਕਾ ਵਾ ਕਾਂਗਰਸ ਦੇ ਕਹਿਣ ਤੇ। ਇਹ ਬੰਦੇ ਪੰਜਾਬੋਂ ਤੁਰੇ ਸੀਗੇ ਸੋਧਾਂ ਕਰਾਉਣ, ਉੱਥੇ ਜਾ ਕੇ ਇਹਨਾਂ ਨੇ ਬੋਲੀ ਬਦਲੀ ਵੀ ਨਹੀਂ ਬਿੱਲ ਰੱਦ ਕਰਾਓ। 11 ਵਾਰੀ ਸਰਕਾਰ ਨੇ ਇਹਨਾਂ ਨੂੰ ਗੱਲਬਾਤ ਲਈ ਸੱਦਿਆ। ਇੱਥੋਂ ਤੱਕ ਉਹਨਾਂ ਨੇ ਇਹਨਾਂ ਦੀ ਇਹ ਵੀ ਮਿੰਨਤ ਕੀਤੀ, ਇਹਨਾਂ ਅੱਗੇ ਗੁਹਾਰ ਲਗਾਈ ਵੀ ਸਾਡੀ ਯਾਰ ਮਜਬੂਰੀ ਆ, ਸਾਨੂੰ ਪਛਤਾਵਾ ਵਾ ਵੀ ਇਹੀ ਬਿੱਲ ਲੈਣ ਦਾ ਵਾ। ਜੇ ਸਾਨੂੰ ਪਤਾ ਹੁੰਦਾ ਵੀ ਇਹਦਾ ਆ ਰਿਐਕਟ ਹੋਣਾ, ਅਸੀਂ ਸ਼ਾਇਦ ਇਹ ਬਿੱਲ ਨਾ ਲੈ ਕੇ ਆਉਂਦੇ। ਤੇ ਹੁਣ ਵੀ ਅਸੀਂ ਤੁਹਾਨੂੰ ਕਹਿੰਦੇ ਆ ਵੀ ਇਹ ਸਾਡਾ ਵਾਅਦਾ ਵਾ ਤੁਹਾਡੇ ਨਾਲ ਵੀ ਇਹ ਬਿੱਲ ਲਾਗੂ ਨਹੀਂ ਕਰਦੇ। ਇਹਦੇ 'ਚ ਜਿਹੜੀਆਂ ਚੇਂਜਸ ਕਰਨੀਆਂ ਡੱਬਾ ਬਾਹਰਲਾ ਰਹਿਣ ਦਿਓ, ਅਸੀਂ ਇਹ ਬਿੱਲ ਵਾਪਸ ਨਹੀਂ ਲੈਣਾ, ਭਾਵੇਂ ਸਾਡੀ ਸਰਕਾਰ ਟੁੱਟ ਜਾਵੇ, ਜੋ ਮਰਜ਼ੀ ਹੋ ਜਾਵੇ। ਕਿਉਂਕਿ ਸਾਡੇ ਜਿਹੜੇ ਪਾਈਪਲਾਈਨ 'ਚ ਬਾਕੀ ਬਿੱਲ ਪਏ ਆ ਉਹ ਰੁਕਦੇ ਆ। ਅਸੀਂ ਸਹੇ ਤੋਂ ਨਹੀਂ, ਅਸੀਂ ਪਏ ਤੋਂ ਡਰਦੇ ਹਾਂ। ਅਸੀਂ ਨਹੀਂ ਚਾਹੁੰਦੇ ਵੀ ਇਹ ਬਿੱਲ ਵਾਪਸ ਕਰਕੇ ਤੇ ਅਸੀਂ ਆਉਣ ਵਾਲੇ ਬਿੱਲਾਂ ਵਾਸਤੇ ਸ਼ੁਰੂ ਤੋਂ ਹੀ ਹੁਣ ਤੋਂ ਹੀ ਰੋਡ ਬਲਾਕ ਖੜੇ ਕਰ ਲਈਏ। ਉਹਨਾਂ ਨੇ ਇਹਨਾਂ ਨੂੰ ਮਜਬੂਰੀ ਦੱਸਦੀ ਬੰਦਿਆਂ ਨੂੰ ਨਾ, ਪਰ ਇਹ ਬੰਦੇ ਨਹੀਂ ਟਲੇ। 1 ਇੰਚ ਨਹੀਂ ਇਹ ਬੰਦੇ ਨਾ ਪਿੱਛੇ ਹਟੇ। ਕਾਂਗਰਸ ਨੇ ਹਟਣ ਨਹੀਂ ਦਿੱਤਾ, ਕਿਉਂਕਿ ਕਾਂਗਰਸ ਨੂੰ ਇਹ ਏਜੰਡਾ ਚਾਹੀਦਾ ਵਾ 2024 ਦੇ ਵਿੱਚ। 60 ਕਰੋੜ ਜਿਹੜਾ ਕਿਸਾਨ ਵੋਟ ਆ, ਉਹਨੂੰ ਕਾਂਗਰਸ ਨੇ ਲਲਚਾਉਣ ਵਾਸਤੇ ਮੈਨੀਫੈਸਟੋ 'ਚ ਇਹ ਗੱਲ ਲਿਖਣੀ ਆ
ਵੀ ਇਹ ਜਿਹੜਾ ਮੋਰਚਾ ਲਟਕ ਰਿਹਾ ਵਾ 4 ਸਾਲ ਤੋਂ, ਸਾਨੂੰ ਜਿਤਾਓ। ਅਸੀਂ ਆਉਂਦਿਆਂ ਸਭ ਤੋਂ ਪਹਿਲਾ ਕੰਮ ਇਹ ਕਰਾਂਗੇ ਵੀ ਅਸੀਂ ਜਿਹੜੀ ਇਹ ਬਿੱਲ ਵਾਪਸ ਲਵਾਂਗੇ ਤੇ ਜਿਹੜੇ ਪੁਰਾਣੇ ਬਿੱਲ ਲਾਗੂ ਕਰਾਂਗੇ, ਜਿਨ੍ਹਾਂ ਬਿੱਲਾਂ ਨੂੰ ਅਸੀਂ ਸਾਡੀ ਉਮਰ ਲੰਘ ਗਈ ਆਲਮੋਸਟ ਸੁਣਦੇ ਆ ਵੀ ਕਿਸਾਨ ਮਾਰੂ ਆ ਤੇ ਕਿਸਾਨ ਆਪਣੀਆਂ ਫਾਹ ਲੈਂਦੇ ਆ ਤੇ ਕਿਸਾਨ ਹੱਤਿਆਵਾਂ ਹੋ ਰਹੀਆਂ ਜਿਹੜੇ ਬਿੱਲਾਂ ਤਹਿਤ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਬੰਦੇ ਕਿਉਂ ਗਏ ਉੱਥੇ, ਕਿਉਂ ਗਏ? ਜਿਹੜੇ ਟਕੈਤ ਆ ਉਹ 2022 ਵਾਸਤੇ ਜ਼ਮੀਨ ਤਿਆਰ ਕਰ ਰਹੇ ਆ ਆਪਣੇ ਹਲਕੇ ਦੇ ਵਿੱਚ। ਇਹ ਲੋਕ ਕਾਂਗਰਸ ਦਾ ਪ੍ਰਚਾਰ ਕਰ ਰਹੇ ਆ। ਕਿਤੋਂ ਇਨਕੁਆਰੀ ਕਰਾ ਕੇ ਵੇਖ ਲਓ, ਆਹ ਜਿਹੜੇ ਗੁੰਡੇ ਬਾਬੇ ਜਰਨੈਲ ਸਿੰਘ ਦੀ ਫੋਟੋ ਪਾ ਕੇ ਗੁੰਡਾਗਰਦੀ ਕਰਦੇ ਫਿਰਦੇ ਆ ਨਾ, ਇਹ ਕਾਂਗਰਸੀ ਗੁੰਡੇ ਆਗੇ, ਇਹ ਕਿਸਾਨ ਨਹੀਂ ਗੇ। ਤੁਸੀਂ ਮੈਨੂੰ ਇਹ ਦੱਸੋ ਵੀ ਕਿੱਥੇ ਕਿਹੜੇ 192 ਦੇਸ਼ਾਂ ਵਿੱਚੋਂ ਕਿਹੜਾ ਦੇਸ਼ ਹੈ ਜਿਹੜਾ ਇਸ ਗੱਲ ਦਾ ਹੱਕ ਦਿੰਦਾ ਵਾ, ਜਿਹੜਾ ਸੰਘਰਸ਼ ਕਰਨ ਵਾਲਿਆਂ ਨੂੰ ਜਾਂ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਰੋਕੋ, ਤੇ ਤੁਸੀਂ ਰੋਕ ਕੇ ਬੰਦਿਆਂ ਨੂੰ ਕਾਰਾਂ ਚੋਂ ਕੱਢੋ ਤੇ ਉਹਨਾਂ ਨੂੰ ਕੱਢ ਕੇ ਉਹਨਾਂ ਦੇ ਕੱਪੜੇ ਪਾੜ ਕੇ ਜਲੀਲ ਕਰੋ, ਉਹਨਾਂ ਨੂੰ ਨੰਗੇ ਕਰੋ, ਸਿਰਫ ਇਸ ਕਰਕੇ ਵੀ ਉਹ ਕਿਸੇ ਸਿਆਸੀ ਪਾਰਟੀ ਪ੍ਰਤੀ ਵਿਚਾਰਧਾਰਾ। ਯਾਰ ਇਦੋਂ ਆਜ਼ਾਦੀ ਤੇ ਤਾਲਿਬਾਨ ਵੀ ਦੇ ਦਿੰਦੇ ਆਪਣੇ ਲੋਕਾਂ ਨੂੰ। ਜਿਹੜਾ ਅਰਨ ਨਰੰਗ ਆ ਉਹਦਾ ਕੀ ਕਸੂਰ ਸੀ? ਉਹਨੂੰ ਕਿਉਂ ਨੰਗਾ ਕੀਤਾ ਗਿਆ ਬਾਹਰ ਕੱਢ ਕੇ? ਸਿਰਫ ਇਸੇ ਕੀ ਅਰਨ ਨਰੰਗ ਨੇ ਬਿੱਲ ਪਾਸ ਕਰਵਾਏ ਸੀ? ਕੀ ਉਹ ਬਿੱਲਾਂ ਦੇ ਵਿਚਾਲੇ ਰੁਕਾਵਟ ਸੀ? ਉਹਦਾ ਕਸੂਰ ਕੀ ਸੀ? ਉਸ ਬੰਦੇ ਨੂੰ ਨੰਗਾ ਕੀਤਾ ਇਹਨਾਂ ਲੋਕਾਂ ਨੇ ਕੱਢ ਕੇ, ਸਿਰਫ ਵੀ ਉਹ ਪਾਰਟੀ ਦਾ ਲੀਡਰ ਆ, ਉਹ ਪਾਰਟੀ ਉਸ ਪਾਰਟੀ ਨਾਲ ਸੰਬੰਧ ਰੱਖਦਾ ਜਿਹੜੀ ਪਾਰਟੀ ਇਹਨਾਂ ਦੇ ਆਖੇ ਲਾ ਕੇ ਘੋੜੀ ਨਹੀਂ ਬਣੀ ਜਿੱਦਾਂ ਉਹਨੂੰ ਬਣਾਉਣਾ ਚਾਹੁੰਦੇ ਆ। ਹੁਣ ਜਦੋਂ ਯੂਪੀ ਗਏ ਆ, ਯੂਪੀ ਜਾ ਕੇ ਕਲੇਸ਼ ਕਰਦੇ ਆ, ਉੱਥੇ ਜਾ ਕੇ ਲੋਕਾਂ ਨੂੰ ਰੋਕਦੇ ਆ, ਲੋਕਾਂ ਨੂੰ ਰੋਕ ਕੇ ਹੁਣ ਡਰਦਾ ਨਹੀਂ ਨਿਕਲਿਆ ਬੰਦਾ। ਤੁਸੀਂ ਵੀ ਹੁੰਦੇ, ਮੈਂ ਵੀ ਹੁੰਦਾ, ਨਹੀਂ ਨਿਕਲਦਾ। ਕੀ ਕਰੇ? ਕੌਣ ਜਲੀਲ ਹੋਵੇ ਇਹਨਾਂ ਬੰਦਿਆਂ ਹੱਥੋਂ? ਇਸ ਗੱਲ ਨੂੰ ਸਮਝੋ। ਇਹ ਕਾਂਗਰਸ ਦਾ ਪ੍ਰਾਪੇਗੰਡਾ ਕਰ ਰਹੇ ਉੱਥੇ, ਕੋਈ ਵੀ ਮੰਗ ਨਹੀਂ ਉਹਨੂੰ। ਮੈਨੂੰ ਦੱਸੋ ਵੀ ਯੂਪੀ ਦੇ ਪਿੰਡਾਂ ਦੇ ਵਿੱਚ ਕਿਹੜੀ ਸਰਕਾਰ ਬੈਠੀ ਹੈ ਜਿਹੜੀ ਤੁਹਾਡੀ ਦਿੱਲੀ 'ਚ ਗੱਲ ਨਹੀਂ ਸੁਣਦੀ ਤੇ ਉੱਥੇ ਸੁਣੂਗੀ? ਇਹ ਫਰਵਰੀ 'ਚ ਹੋਣ ਵਾਲੀਆਂ ਜਿਹੜੀਆਂ ਯੂਪੀ ਦੀਆਂ ਚੋਣਾਂ ਵਾ, ਉਹਦੇ ਵਿੱਚ ਇਹ ਕਾਂਗਰਸ ਦੇ ਹੱਕ 'ਚ ਇਨਡਾਇਰੈਕਟ ਖੇਡ ਰਹੇ ਆ। ਇਸ ਗੱਲ ਨੂੰ ਸਮਝੋ। ਮੈਨੂੰ ਕੁਝ ਹੋਰ ਲੱਗ ਰਿਹਾ ਵੀਰੇ, ਜਿੱਦਾਂ ਹੁਣ ਆਪਾਂ ਨਿਰਭਾ ਬਾਈ ਇੱਕ ਮਿੰਟ ਮਿੰਟ ਬਸ ਮੈਂ 25 ਮਿੰਟ ਕਰ ਦਵਾਂ। ਜਿੱਦਾਂ ਹੁਣ ਇਹ ਖਬਰਾਂ ਆ ਰਹੀਆਂ ਵੀ ਜਿੱਦਾਂ ਵੀ 10-15 ਦਿਨ ਚ ਕੋਈ ਫੈਸਲਾ ਹੋ ਜਾਊਗਾ। ਕੈਪਟਨ ਅਮਰਿੰਦਰ ਸਿੰਘ ਜਿੱਦਾਂ ਆਪਣਾ ਜੋ ਵੀ ਮੀਡੀਆ 'ਚ ਗੱਲਾਂ ਆ ਰਹੀਆਂ ਨਾ, ਸਾਰਿਆਂ ਨੂੰ ਸਾਨੂੰ ਪਤਾ ਹੈ ਵੀ ਕੈਪਟਨ ਦਾ ਕਿਆ ਰੋਲ ਹੋਊਗਾ, ਤਾਂ ਉਹਦੇ ਅਗੇਂਸਟ ਉਹਨੂੰ ਡੀਰੇਲ ਕਰਨ ਵਾਸਤੇ ਇੱਕ ਇਹੋ ਜਿਹਾ ਸੰਘਰਸ਼ ਕਰਵਾ ਦਿਓ ਜੀ ਜਿੱਥੇ ਕੁਝ ਜਿੱਦਾਂ ਹੁਣ ਅੱਜ ਮੌਤਾਂ ਹੋ ਹੀ ਗਈਆਂ ਤਾਂ ਉਹਨੂੰ ਡਿਵਰਟ ਕਰ ਦਿਓ ਪੂਰੇ ਉਸ ਜਿਹੜੀ ਸ਼ਾਇਦ ਜਿਹੜੀ ਬੈਕ ਚੈਨਲ ਗੱਲਬਾਤ ਹੁੰਦੀ ਹੈ। ਮੈਨੂੰ ਤਾਂ ਕੋਈ ਹੋਰ ਵੀ ਇਹ ਦਿਖ ਰਿਹਾ ਹੈ। ਬੱਲ ਭਾਈ ਬਿਲਕੁਲ ਵੀਰੇ ਇਹੋ ਹੀ ਗੱਲ ਆ। ਬੱਲ ਭਾਈ ਉਹ ਗੱਲ ਦਾ ਮੈਂ ਆਨਸਰ ਤੁਹਾਡਾ ਦੁਬਾਰਾ ਵੀ ਉਹ ਚੀਜ਼ ਨੂੰ ਦਊਂਗਾ। ਪਹਿਲਾਂ ਇੱਕ ਚੀਜ਼ ਨੂੰ ਤੁਸੀਂ ਮੰਨਦੇ ਹੋ ਵੀ ਜੇ ਅੱਜ ਇੱਥੇ ਕਾਂਗਰਸ ਦੀ ਰਾਜ ਹੁੰਦਾ ਤੇ ਇਹੀ ਸੰਘਰਸ਼ ਹੋਣਾ ਸੀਗਾ ਤੇ ਕਾਂਗਰਸ ਨੇ ਬਿੱਲ ਪਾਸ ਕਰਨੇ ਸੀਗੇ ਤੇ ਮੋਰਚਾ ਹਰੇਕ ਹੀ ਆਪੋਜੀਟ ਪਾਰਟੀ ਹਾਈਜੈਕ ਕਰਦੀ ਹੁੰਦੀ ਆ। ਬਿਲਕੁਲ ਤੁਹਾਡੀਆਂ ਗੱਲਾਂ ਸਹੀ ਨੇ। ਮੇਰੀ ਗੱਲ ਬੱਬੂ ਵੀਰੇ ਇੱਕੋ ਮਿੰਟ, ਜੇ ਕਾਂਗਰਸ ਸਰਕਾਰ ਹੁੰਦੀ ਤੇ 2 ਮਹੀਨੇ ਦੇ ਵਿੱਚ ਡਾਂਗ ਵਰ ਕੇ ਤੇ ਮੋਰਚਾ ਖਿੰਡ ਜਾਣਾ ਸੀਗਾ। ਕਾਂਗਰਸ ਦਾ ਇਤਿਹਾਸ ਆ, ਮੈਨੂੰ ਦੱਸੋ ਕਦੇ ਕਾਂਗਰਸ ਨੇ ਕੋਈ ਮੋਰਚਾ 2 ਮਹੀਨੇ ਤੋਂ ਵੱਧ ਚੱਲਣ ਦਿੱਤਾ ਹੋਵੇ? ਡਾਂਗ ਵਰਾ ਕੇ ਉਹ ਤੋੜ ਦੇਣੇ ਸੀਗੇ। ਜੇ ਮੋਰਚਾ ਇੰਨਾ ਲੰਮਾ ਸਮਾਂ ਚੱਲਿਆ ਨਾ ਤੇ ਇਸ ਪਾਰਟੀ ਦੇ ਸਿਰ ਤੇ ਚੱਲਿਆ ਵਾ ਵੀ ਜਿਹੜੀ ਪਾਰਟੀ ਨੇ ਨਹੀਂ ਸਖਤੀ ਕੀਤੀ। ਨਹੀਂ ਤੇ ਸਟੇਟ ਵਾਸਤੇ ਮੋਰਚਾ ਯਾਰ ਸਟੇਟ ਦੀ ਰਹਿਤ ਵੇਖੀ ਨਹੀਂ ਅਸੀਂ 84 ਦੇ ਵਿੱਚ ਵੀ ਸਟੇਟ ਕੀ ਕਰਦੀ ਆ? ਸਟੇਟ ਦੀ ਰਹਿਤ ਵੇਖੀ ਨਹੀਂ ਤੁਸੀਂ? ਹੁਣ ਇਹ ਸੈਂਟਰ ਸਟੇਟ ਆ, ਪੰਜਾਬ ਦੀ ਸਟੇਟ ਆ। ਜਦੋਂ ਰਾਮ ਰਹੀਮ ਦਾ ਕੇਸ ਪਿਆ ਰਾਮ ਰਹੀਮ ਨੂੰ ਲੈ ਕੇ ਆਉਣਾ ਸੀ ਉਹਨਾਂ ਨੇ ਉੱਥੇ ਉਹਦੇ ਵਿੱਚ ਕੋਰਟ ਦੇ ਵਿੱਚ। ਨਹੀਂ ਇੱਕ ਮਿੰਟ ਰਾਮ ਰਹੀਮ ਜਿੰਨਾ ਚਿਰ ਕੋਰਟ 'ਚ ਨਹੀਂ ਸੀ ਆਉਂਦਾ ਤੇ ਉਹਦੀ ਜਿਹੜੀਆਂ ਅਲੀਟ ਫੋਰਸਿਸ ਉਹਨੂੰ ਪ੍ਰੋਟੈਕਟ ਕਰਦੀਆਂ ਉਹਨਾਂ ਤੋਂ ਅੱਡ ਨਹੀਂ ਹੁੰਦਾ। ਸਟੇਟ ਨੇ ਖੁੱਲੀ ਛੁੱਟੀ ਦੇ ਛੱਡੀ। ਪ੍ਰੇਮੀਆਂ ਨੇ 3 ਦਿਨ ਹੱਥ ਚੁੱਕ ਛੱਡੀ ਪੰਚਕੂਲੇ ਦੇ ਵਿੱਚ, ਗੱਡੀਆਂ ਭੰਨੀਆਂ, ਪੁਲਿਸ ਦੀਆਂ ਗੱਡੀਆਂ ਤੇ ਅਟੈਕ ਕੀਤਾ। ਤੇ ਜਦੋਂ ਸਟੇਟ ਆਪਣੀ ਤੇ ਆਈ ਤੇ ਹੈ ਨਾ 36 ਬੰਦੇ ਮਾਰਤੇ ਹੈਗੇ ਘੰਟੇ 1.5 ਘੰਟੇ ਦੇ ਵਿੱਚ ਤੇ ਪ੍ਰੇਮੀ ਨਾ ਉੱਥੇ ਪਨਾਹ ਮੰਗਦੇ ਫਿਰਦੇ ਕੰਧਾਂ ਕੌਲਿਆਂ 'ਚ ਲੱਗਦੇ। ਇੱਕ ਸਟੇਟ ਦੀ ਪਾਵਰ ਆ। ਜੇ ਸੈਂਟਰ ਚਾਹੁੰਦਾ ਨਾ ਤੇ ਹੁਣ ਤਾਈਂ ਚੱਲਣ ਨਹੀਂ ਸੀ ਦਿੰਦਾ, ਹਫ਼ਤੇ 'ਚ ਬੂੰਦੀ ਡਾ ਦਿੰਦੇ। ਤੇ ਕਾਂਗਰਸ ਨੇ ਡਾ ਦੇਣੀ ਸੀ ਜਿਹੜੀ ਕਾਂਗਰਸ ਤੁਸੀਂ ਕਹਿ ਰਹੇ ਹੋ ਨਾ। ਮੈਨੂੰ ਪਤਾ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਜੇ ਕਾਂਗਰਸ ਕਰ ਰਹੀ ਆ ਜੋ ਵੀ ਕਰ ਰਹੀ ਆ ਉਹ ਸਹੀ ਕਰ ਰਹੀ ਆ, ਕਿਉਂਕਿ ਜੇ ਕਾਂਗਰਸ ਦੇ ਰਾਹ 'ਚ ਹੁੰਦਾ ਤੇ ਬੀਜੇਪੀ ਨੇ ਵੀ ਇਹੋ ਕੁਛ ਕਰਨਾ ਸੀ। ਬਿਲਕੁਲ ਮੈਂ ਸਹਿਮਤ ਹਾਂ, ਪਰ ਇਹ ਵੀ ਇੱਕ ਸੱਚਾਈ ਆ ਵੀ ਕਾਂਗਰਸ ਨੇ ਲਾਡ ਨਹੀਂ ਲਡਾਉਣੇ। ਕਾਂਗਰਸ ਨੇ ਮੋਰਚਾ 60 ਦਿਨ ਨਹੀਂ ਚੱਲਣ ਦੇਣਾ। ਤੁਸੀਂ ਤਾਂ ਬਾਈ ਜੀ ਫਿਰ ਇਹਦਾ ਤਾਂ ਸਿੱਧਾ ਹੀ ਕਾਂਗਰਸ, ਜੇ ਕੋਈ ਮੂਹਰੇ ਗੱਲ ਕਰ ਤੁਸੀਂ ਤਾਂ ਫਿਰ ਸਿੱਧਾ ਹੀ ਕਾਂਗਰਸ ਦਾ ਠੱਪਾ ਲਾ ਦੇਣਾ। ਇਹ ਤਾਂ ਗਲਤ ਨਹੀਂ। ਤੁਸੀਂ ਕਹੋ ਤੇ ਡੈਮੋਕ੍ਰੇਟ ਪਾਰਟੀ ਤੇ ਲਾ ਦੇਣੇ ਅਮਰੀਕਾ ਦੀ ਤੇ ਤੁਸੀਂ ਆਖੋ ਤੇ ਉਹਨੂੰ ਕੀਆਂ ਦੇ ਅੱਗੇ ਤਹਿਰੀਕੇ ਲਬੈਕ ਤੇ ਲਾ ਦਿੰਦੇ। ਜੇ ਹੁਣ ਕਾਂਗਰਸ ਗੰਦੀ ਖੇਡ ਰਹੀ ਹੈ ਤਾਂ ਕਿਹਦੇ ਤੇ ਲਾਈਏ ਇਲਜ਼ਾਮ? ਕਾਂਗਰਸ ਤੇ ਲਾਵਾਂਗੇ ਯਾਰ ਕਾਂਗਰਸ ਮੈਂ ਕਹਿਣਾ ਵੀ ਖੁਦ ਦੋਸ਼ੀ ਖੇਡ ਰਹੀ ਹੈ ਖੇਡ। ਮੈਂ ਤਾਂ ਆਪ ਖੁਦ ਕਹਿਣਾ, ਤੁਸੀਂ ਗੱਲ ਤਾਂ ਮੇਰੀ ਪੂਰੀ ਹੋਣ ਦਿਓ। ਮੈਂ ਤਾਂ ਖੁਦ ਕਹਿਣਾ ਵੀ ਹਾਂ ਉਹ ਉਹੀ ਖੇਡ ਕਹਿ ਰਹੀ ਹੈ, ਹਾਈਜੈਕ ਹੋਇਆ ਉਹੀ ਖਿਡਾ ਰਹੀ ਹੈ, ਸਾਰਾ ਕੁਝ ਕਰ ਰਹੀ ਆ।
ਮੈਂ ਤਾਂ ਆਪ ਖੁਦ ਕਹਿਣਾ। ਪਰ ਤੁਸੀਂ ਇੱਕ ਗੱਲ ਦੱਸੋ ਵੀ ਇਹ ਬਿੱਲ ਲਾਗੂ ਹੋਣੇ ਸੀਗੇ, ਚਾਹੇ ਕੋਈ ਵੀ ਪਾਰਟੀ ਹੁੰਦੀ ਹੈ, ਬਿੱਲ ਆਉਣੀ ਸੀਗੇ ਨਾ? ਇਹ ਤਾਂ ਗੱਲ ਮੰਨਦੇ ਹੋ ਤੁਸੀਂ? ਚਾਹੇ ਪਾਰਟੀ ਕੋਈ ਹੁੰਦੀ, ਇਹ ਬਿੱਲ ਤਾਂ ਬਿਲਕੁਲ ਆਉਣੇ ਸੀਗੇ ਬਿਲਕੁਲ ਨਾ? ਬਿਲਕੁਲ ਮਨਮੋਹਨ ਮੰਨਦੇ ਸਿੰਘ ਹੋ ਨਾ ਜੀ ਇਸ ਨੇ ਗੱਲ ਤਿਆਰ ਨੂੰ? ਕੀਤੇ ਇਹ ਬਿੱਲ। ਹਾਂ ਹਾਂਜੀ ਬਿਲਕੁਲ ਆਉਣੇ ਆ। ਪਰ ਗੱਲ ਮੇਰੀ ਗੱਲ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਮੋਰਚੇ ਲੱਗਦੇ ਨੇ ਉਹਨੂੰ ਹਾਈਜੈਕ ਆਪੋਜੀਟ ਪਾਰਟੀਆਂ ਉਹਦੇ ਲਾਹਾ ਲੈਂਦੀਆਂ ਨੇ। ਇੱਥੇ ਚਾਹੇ ਕੋਈ ਵੀ ਪਾਰਟੀ ਹੁੰਦੀ, ਅਹੀ ਤੇ ਹੀ ਮਰਾਵੇ, ਕਾਂਗਰਸ ਅਹੀ ਤੇ ਹੀ ਮਰਾਵੇ, ਬੀਜੇਪੀ ਅਹੀ ਤੇ ਕੋਈ ਵੀ ਅਹੀ ਤੇ। ਪਰ ਚੱਕਰ ਗੱਲ ਇਹ ਆ ਵੀ ਸਰਕਾਰ ਦਾ ਵੀ ਫਰਜ਼ ਬਣਦਾ। ਸਰਕਾਰ, ਮੈਂ 2 ਮਹੀਨੇ ਦਾ ਹੀ ਪਿੰਡਾ, ਸਰਕਾਰ ਸਾਡੀ ਮਾਂ, ਉਹ ਮਾਂ ਨੂੰ ਮੂਹਰੇ ਅੱਗੇ ਲਾ ਕੇ ਇਸ ਜ਼ਖਮ ਦਾ ਹੱਲ ਕੱਢਣਾ ਪੈਣਾ। ਇਹ ਜ਼ਖਮ ਖੁੱਲਾ ਛੱਡਿਆ ਹੋਇਆ, ਹੋਰ ਐਕਟਿਵ ਹੋਣਾ ਪੈਣਾ ਇਸ ਚੀਜ਼ ਦੇ ਵਿੱਚ। ਪਰ ਕੀ ਕਰੇ ਗੱਲ ਨਾ ਮੇਨ ਆ ਕਾਂਗਰਸ, ਕਿਸੇ ਨਹੀਂ ਦੇ ਸਰਕਾਰ ਕੀ ਕਰੇ? ਤੁਸੀਂ ਕਿਸੇ ਦੱਸੋ। ਪਾਰਟੀ ਦਾ ਨਹੀਂ ਸਪੋਰਟਰ ਦਾ ਤੁਸੀਂ ਦੱਸੋ ਠੱਪਾ ਲਾ ਸਰਕਾਰ ਕੀ ਕਰੇ? 1998 ਚ ਨਾ ਬੱਬੂ ਵੀਰੇ, ਦੱਸੋ ਯਾਰ, ਤੁਸੀਂ ਤਾਂ ਕਹਿੰਦੇ ਸਰਕਾਰ। ਫਿਰ ਉਹੀ ਰਾਤ ਨਹੀਂ ਜਗਸੀਰ ਮੈਨੂੰ ਵਾਲੀ ਗੱਲ, ਜਦੋਂ ਮੈਨੂੰ ਜਗਸੀਰ ਨੇ ਕੁਐਸਚਨ ਕੀਤਾ ਇੱਕ ਸੀਗਾ, ਮਿੰਟ ਕਹਿੰਦੇ ਦੱਸੋ ਮੈਨੂੰ, ਨਹੀਂ ਦੱਸੋ ਕੀ ਮੈਨੂੰ ਕਰੇ। ਬੱਬੂ ਵੀਰੇ ਇਹ ਮੈਂ ਦੱਸੋ ਰਾਤ ਨਾ, ਉਹਨੂੰ ਕੁਐਸਚਨ, ਇੱਕ ਮਿੰਟ। ਮੈਂ ਰਾਤ ਉਹਨੂੰ ਕੁਐਸਚਨ ਕੀਤਾ। ਮੈਂ ਬਾਲਾ ਸਾਹਿਬ ਗੱਲ ਤਾਂ ਸਰਕਾਰ ਨੇ ਸੁਣ ਲਓ, 11 ਮੇਰੀ ਮੀਟਿੰਗਾਂ ਗੱਲ ਤਾਂ ਕੀਤੀਆਂ। ਸੁਣੋ, ਤੁਸੀਂ ਗੱਲ ਤਾਂ ਸੁਣਦੇ ਹੈ ਨਹੀਂ। ਮੈਂ ਜਗਸੀਰ ਨੂੰ ਰਾਤ ਇਹੀ ਗੱਲਾਂ ਕਹੀਆਂ ਸੀਗੀਆਂ, ਮੈਂ ਕਿਹਾ ਬਈ ਜਿਹੜੇ ਮੋਢੀ ਨੇ ਉਹ ਕੁਝ ਕਰ ਨਹੀਂ ਰਹੇ ਹੈਗੇ, ਉਹ ਲੰਬਾ ਖਿੱਚ ਰਹੇ ਨੇ, ਤੇ ਉਵੇਂ ਸੈਂਟਰ ਸਰਕਾਰ। ਉਹਨੇ ਵੀ ਆਹੀ ਕੁਐਸਚਨ ਮੈਨੂੰ ਕੀਤਾ, ਸਾਰਿਆਂ ਨੂੰ ਉਹੀ ਕੁਐਸਚਨ ਕੀਤਾ। ਕਹਿੰਦੇ ਦੱਸੋ ਹੁਣ ਫਿਰ ਕਿਸਾਨ ਯੂਨੀਅਨ ਕੀ ਕਰਨ, ਅੱਗੇ ਸਾਨੂੰ ਦੋ ਪਲਾਨ ਦਵੋ। ਉਹੀ ਤੁਸੀਂ ਕਹੀ ਜਾਂਦੇ ਹੋ ਵੀ ਸਰਕਾਰ ਦੱਸੋ, ਸਰਕਾਰ ਕੀ ਪਲਾਨ ਕਰੇ। ਬੱਬੂ ਵੀਰੇ ਨੈਗੋਸ਼ੀਏਸ਼ਨ ਕੀ ਹੁੰਦਾ? ਚੱਲ ਮੈਨੂੰ ਇਹ ਦੱਸ ਦੇ ਮੇਰਾ ਭਰਾ ਵੀ ਯੈਸ, ਨੈਗੋਸ਼ੀਏਸ਼ਨ ਮੈਂ ਗੱਲ ਉੱਥੇ ਲੈ ਕੇ ਮੈਂ ਰਾਤ ਨੈਗੋਸ਼ੀਏਸ਼ਨ ਤੇ ਗੱਲ ਕਰ ਰਿਹਾ ਸੀਗਾ। ਦੀਪ ਸਿੱਧੂ ਨੇ ਨੈਗੋਸ਼ੀਏਸ਼ਨ ਦੀ ਗੱਲ ਕੀਤੀ ਸੀਗੀ 26 ਤੋਂ ਪਹਿਲਾਂ, ਦਸੰਬਰ 2020 ਦੇ ਵਿੱਚ। ਇਟ ਮੀਨਸ ਵੀ ਦੀਪ ਸਿੱਧੂ ਸਹੀ ਆ ਫਿਰ ਤਾਂ। ਨਹੀਂ ਮੈਨੂੰ ਉਹਦੀਆਂ ਗੱਲਾਂ ਨਾਲ ਮੈਂ ਉਸ ਮੱਕੜ ਨਹੀਂ ਬੱਲ ਬਾਈ, ਨੈਗੋਸ਼ੀਏਸ਼ਨ ਹੀ ਹੋਣੀ ਆ ਬਿਨਾਂ। ਤੁਸੀਂ ਜਦੋਂ ਵੀ ਬੋਲਣਾ ਆ ਤੁਸੀਂ ਬੋਲ ਕੇ ਨਾ ਮੈਨੂੰ ਇੰਨਾ ਦੱਸ ਦਿਓ ਵੀ ਤੁਸੀਂ ਹਟ ਗਏ ਤੇ ਮੈਂ ਫਿਰ ਆਪਣੀ ਗੱਲ ਕਰੂੰਗਾ। ਮਾਈਕ ਤੁਹਾਡਾ ਵਾ ਭਾਜੀ। ਗੱਲ ਇਹ ਆ, ਨੈਗੋਸ਼ੀਏਸ਼ਨ ਤੇ ਹੀ ਗੱਲ ਹੁੰਦੀ ਆ, ਕਦੇ ਯੈਸ ਨੋ ਦੇ ਵਿੱਚ ਗੱਲ ਨਹੀਂ ਹੁੰਦੀ। ਜਿਵੇਂ ਪਹਿਲਾਂ ਯੈਸ ਨੋ ਉਹ ਬੋਰਡ ਲੈ ਕੇ ਚਲੇ ਗਏ ਸੀ, ਰਾਤ ਜਗਸੀਰ ਵੀਰ ਨਾਲ ਵੀ ਇਹੀ ਗੱਲਬਾਤ ਹੋਈ ਆ ਵੀ ਯੈਸ ਨੋ ਤੇ ਗੱਲ ਗਈ ਆ, ਉਹ ਗਲਤ ਆ। ਤੇ ਉਹਦੇ ਵਿੱਚ ਹੁਣ ਜਿਹੜੀ ਚੀਜ਼ ਆ, ਉਹਦੇ ਵਿੱਚ ਸਰਕਾਰ ਦਾ ਵੀ ਰੋਲ ਆ। ਸਰਕਾਰ ਨੂੰ ਵੀ ਤੁਸੀਂ 100% ਕਲੀਅਰ ਨਹੀਂ ਕਰ ਸਕਦੇ ਹੈਗੇ ਇਸ ਦੇ ਵਿੱਚੋਂ ਵੀ ਉਹ ਬਿਲਕੁਲ ਆਪਾਂ ਠੱਪਾ ਲਾਈ ਜਾਈਏ ਵੀ ਉਹਨੇ ਮੋਰਚਾ ਹਾਈਜੈਕ ਕਰ ਲਿਆ, ਯੈਸ ਕਰ ਲਿਆ। ਇੱਥੇ ਕੋਈ ਵੀ ਹੁੰਦਾ ਉਹਨਾਂ ਨੇ ਕਰਨਾ ਹੀ ਸੀਗਾ। ਮੈਂ ਉਹਨਾਂ ਨੂੰ ਬਰੀ ਨਹੀਂ ਕਰਦਾ ਚੀਜ਼ਾਂ ਦੇ ਵਿੱਚ, ਪਰ ਜੋ ਮੇਨ ਅੱਜ ਜਿਹੜਾ ਮੇਨ ਚੀਜ਼ ਆ ਕਿ ਨਾ, ਉਹ ਇਹੀ ਆ। ਕੱਲ 3-4 ਉੱਥੇ ਬੰਦੇ ਮਰ ਗਏ, ਕਿਸੇ ਦਾ ਹਸਬੈਂਡ ਆ, ਕਿਸੇ ਦੀ ਮਾਂ ਦਾ ਪੁੱਤ ਆ, ਉਹ ਮਰ ਚੁੱਕਿਆ ਉੱਥੇ। ਪਰ ਉਹਦੇ ਲਈ ਆਪਣੀ ਇੱਕ ਜਿਹੜੀ ਸਟੇਟ ਆ ਜਿਹਦੇ ਤੇ ਆਪਾਂ ਨੂੰ ਟਰਸਟ ਆ, ਉਹਨਾਂ ਨੂੰ ਐਕਟਿਵ ਵੱਧ ਹੋ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ। ਠੀਕ ਆ, ਇਹਦੇ ਵਿੱਚ ਜਿਹੜੀਆਂ ਯੂਨੀਅਨ ਨੇ ਉਹ ਸਿੰਘ ਬਣੀਆਂ ਹੋਈਆਂ ਨੇ, ਪਰ ਉਹਨਾਂ ਨੂੰ ਵੀ ਨਾ ਕਿਸੇ ਨਾ ਕਿਸੇ ਸਲੀਕੇ ਦੇ ਨਾਲ ਉਹਨਾਂ ਨੂੰ ਬੰਗ ਦੇ ਵਿੱਚ ਲੈ ਕੇ ਇਸ ਮਸਲੇ ਦੇ ਨੈਗੋਸ਼ੀਏਸ਼ਨ ਹੋਣੀ ਚਾਹੀਦਾ ਤੇ ਇਹਦਾ ਜਲਦੀ ਹੱਲ ਹੋਣਾ ਚਾਹੀਦਾ। ਇਹ ਤਾਂ ਛੋਟੀਆਂ ਹਲੇ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ, ਇਹ ਵੱਡੀਆਂ ਘਟਨਾਵਾਂ ਵੀ ਹੋ ਸਕਦੀਆਂ ਨੇ। ਡਰ ਸਿਰਫ ਇਹ ਚੀਜ਼ ਦਾ। ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਬਈ ਅਸੀਂ ਕਿਸੇ ਨੂੰ ਬਰੀ ਨਹੀਂ ਕਰਦੇ, ਮੈਂ ਕਹਿੰਦਾ ਬਰੀ ਕੋਈ ਨਹੀਂ, ਸਾਰੇ ਬਰਾਬਰ ਦੀਆਂ ਪਾਰਟੀਆਂ ਦੋਸ਼ੀ ਨੇ ਤੇ ਹਾਂ ਇਹੀ ਕੁਝ ਕਰਦੀਆਂ ਨੇ। ਮੈਂ ਕਿਸੇ ਨੂੰ ਬਰੀ ਨਹੀਂ ਕਰ ਰਿਹਾ। ਦੂਜੀ ਇਹ ਗੱਲ, ਇਹ ਤਾਂ ਫਿਰ ਜੇ ਤੁਸੀਂ ਮੇਰੇ ਤੋਂ ਪੁੱਛਦੇ ਹੋ ਵੀ ਸਰਕਾਰ ਕੀ ਪਲਾਨ ਆ, ਦੱਸੋ ਸਰਕਾਰ ਕੀ ਕਰੇ, ਇਹ ਤਾਂ ਫਿਰ ਜਗਸੀਰ ਨੇ ਵੀ ਇਹੀ ਰਾਤ ਗੱਲ ਪੁੱਛੀ ਸੀਗੀ, ਉਹਨੇ ਵੀ ਇਹੀ ਗੱਲ ਕਹੀ ਸੀਗੀ, ਕਹਿੰਦਾ ਦੱਸੋ ਫਿਰ ਯੂਨੀਅਨ ਦਾ ਕੀ ਕਰਨ, ਜਾਂ ਤੁਸੀਂ ਹੋ ਕੇ ਕਰ ਲਓ। ਇਹ ਤਾਂ ਫਿਰ ਸੇਮ ਗੱਲ ਹੋ ਗਈ ਨਾ। ਗੱਲ ਨੈਗੋਸ਼ੀਏਸ਼ਨ ਤੇ ਆਉਣੀ ਆ। ਗੱਲ ਵਿਚਲੀ ਜਿਹੜੇ ਪਲਾਨ ਕਰਕੇ ਗੌਰਮੈਂਟ ਨਾਲ, ਪਹਿਲੀ ਗੱਲ ਤਾਂ ਇਹ ਮੱਥਾ ਲੱਗਿਆ ਸਿਰੇ ਚੜ੍ਹਨਾ ਨਹੀਂ ਹੈਗਾ। ਗੌਰਮੈਂਟ ਕੋਲੇ ਬਹੁਤ ਪਲਾਨ ਤੇ ਸ਼ਾਹ ਦਿਮਾਗ ਬੰਦੇ ਹੁੰਦੇ ਨੇ, ਉਹਨਾਂ ਨਾਲ ਭਿੜਨਾ ਸਿਖਾਲਾ ਨਹੀਂ। ਉਹਨਾਂ ਨੂੰ ਬੰਦਿਆਂ ਨੂੰ ਵਿੱਚ ਪਾ ਕੇ ਇਸ ਮਸਲੇ ਨੂੰ ਨਜਿੱਠਣਾ ਚਾਹੀਦਾ। ਸਾਡੇ ਜਿਹੜੇ ਕਿਸਾਨ ਉੱਥੇ ਬੈਠੇ ਨੇ ਭੋਲੇ ਭਾਲੇ, ਉਹਨਾਂ ਨੂੰ ਕੁਛ ਨਹੀਂ ਪਤਾ ਹੈਗਾ। 60-70% ਬੰਦਿਆਂ ਨੂੰ ਕੁਛ ਨਹੀਂ ਪਤਾ ਹੈਗਾ। ਉਹ ਵਿਚਾਰੇ ਖੇਤਾਂ ਜਾਂਦੇ ਆ, ਜਦ ਫ੍ਰੀ ਹੋ ਜਾਂਦੇ ਆ, ਉਹ ਵਿਚਾਰੇ ਉੱਥੇ ਜਾ ਕੇ ਆਪਣੇ ਬਾਪੂ ਨਹੀਂ ਜਾ ਕੇ ਉੱਥੇ ਹਿੱਸਾ ਪਾਉਂਦੇ ਆ ਵੀ ਅਸੀਂ ਕਿਸਾਨ ਮੋਰਚੇ ਦੀ ਸਪੋਰਟ ਵਿੱਚ ਆਏ ਆ। ਉਹਨੂੰ ਸਿਰਫ ਇੰਨਾ ਪਤਾ। ਉਹਨਾਂ ਨੂੰ ਨਹੀਂ ਪਤਾ ਕਿੱਥੇ ਪਲਾਨ ਚੱਲਦੇ ਆ, ਕਿਹੜੇ ਆਪਣੇ ਯੂਨੀਅਨ ਦੇ ਪ੍ਰਧਾਨ ਸਹਿ ਪ੍ਰਧਾਨ ਉਹ ਵਿਕ ਚੁੱਕੇ ਆ, ਉਹ ਕਿਹਦੇ ਹੱਥ ਟੋਕੇ ਬਣ ਚੁੱਕੇ ਆ। ਉਹ ਥੋੜੇ ਲੋਕਾਂ ਨੂੰ ਪਤਾ, ਜਿਹੜੇ ਉੱਥੇ ਜਾ ਕੇ ਬੈਠੇ ਨੇ। ਕਹਿੰਦਾ ਵਿਚਾਰੇ ਇੱਕ ਹੱਥ ਦੇ, ਮੈਂ ਸਵੇਰੇ ਵੀ ਇਹ ਗੱਲ ਕਰਦਾ ਸੀਗਾ, ਜਿਹੜੇ ਇੱਕ ਹੱਥ ਤੋਂ ਉਹ ਨੇ, ਉਹ ਰੋਟੀਆਂ ਖਾਂਦੇ, ਉਹ ਕਰਦੇ, ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨਹੀਂ ਪਤਾ ਹੈਗਾ ਇਹਨਾਂ ਚੀਜ਼ਾਂ ਦਾ। ਇਹਦੇ ਵਿੱਚ ਸਰਕਾਰ ਨੂੰ ਵੀ ਆਪਦੀ ਫੁੱਲ ਇਨਵੋਲਵਮੈਂਟ ਕਰਕੇ ਇਸ ਮਸਲੇ ਨੂੰ ਗੱਲ ਬੱਬੂ ਵੀਰੇ ਲੰਮੀ ਹੋ ਗਈ ਤੁਹਾਡੀ। ਸਮਰਾਈਜ਼ ਕਰੋ ਵੀ ਤੁਹਾਡੇ ਪੁਆਇੰਟ ਕੀ ਆ, ਪਲੀਜ਼ ਇਹਨੂੰ ਸਮਰਾਈਜ਼ ਕਰਕੇ ਦੱਸੋ ਵੀ ਤੁਹਾਡੇ ਪੁਆਇੰਟ ਕੀ। ਗੱਲ ਲੰਮੀ ਹੋ ਗਈ ਬਹੁਤ ਜ਼ਿਆਦੀ ਤੇ ਪਤਾ ਨਹੀਂ ਲੱਗ ਰਿਹਾ ਵੀ ਚੋ ਪੁਆਇੰਟ ਕਿਹੜਾ ਵਾ। ਜਿਹੜਾ ਪੁਆਇੰਟ ਸਮਰਾਈਜ਼ ਕਰੋ ਪਲੀਜ਼ ਵੀ ਤੁਹਾਡੇ ਮੋਜਰੇ ਇਹਦੇ ਚ ਪੁਆਇੰਟ ਕੀ ਆ ਗੱਲਬਾਤ ਦੇ। ਪੁਆਇੰਟ ਬੱਲ ਬਾਈ ਜੀ ਮੇਰੇ ਇਹੀ ਨੇ ਵੀ ਨੈਗੋਸ਼ੀਏਸ਼ਨ ਹੋਣੀ ਚਾਹੀਦੀ ਆ, ਤੇ ਸਭ ਤੋਂ ਵੱਡਾ ਰੋਲ ਇਸ ਟਾਈਮ ਸੈਂਟਰ ਦੀ ਸਰਕਾਰ ਦਾ ਹੋਣਾ ਚਾਹੀਦਾ, ਕਿਉਂਕਿ ਉਹ ਸਟੇਟ ਸਾਡੀ ਮਾਂ ਤੋਂ ਹਰੇਕ ਬੱਚੇ ਕੁਛ ਨਾ ਕੁਛ ਆਸ ਕਰਦੇ ਆ।
ਦੈਟਸ ਇਟ। ਓਕੇ ਇੱਕ ਹੁਣ ਬਲ ਨਗੋਸ਼ੀਏਸ਼ਨ ਬਲ ਭਾਜੀ ਇੱਕ ਨਗੋਸ਼ੀਏਸ਼ਨ ਕੀ ਹੁੰਦੀ ਆ? ਬਲ ਭਾਜੀ ਨਗੋਸ਼ੀਏਸ਼ਨ ਲੈਣ ਦੇਣ ਹੀ ਆ ਨਾ। ਨਗੋਸ਼ੀਏਸ਼ਨ ਇੱਕ ਬੰਦਾ ਇੱਕ ਬੰਦਾ ਕਹਿ ਰਿਹਾ ਵਾ ਵੀ ਆਹ ਕੰਮ ਹੋਣਾ ਚਾਹੀਦਾ, ਦੂਸਰਾ ਕਹਿੰਦਾ ਇਸ ਤਰੀਕੇ ਨਾਲ ਹੋਣਾ ਚਾਹੀਦਾ, ਕਿਤੇ ਵਿੱਚ ਵਿਚਾਲੇ ਹੀ ਗੱਲਬਾਤ ਮੁੱਕੂਗੀ ਨਾ। ਦੱਸੋ ਇਹ ਕਿਸ ਕਿਸਮ ਦੀ ਨਗੋਸ਼ੀਏਸ਼ਨ ਆ ਵੀ ਤੁਸੀਂ ਆਖੋ ਵੀ ਆਹ ਬਿੱਲ ਰੱਦ ਕਰ, ਨਹੀਂ ਤੇ ਸਾਡੀ ਗੱਲ ਨਹੀਂ ਮੁੱਕਦੀ। 100% ਜਿਹੜਾ ਨਗੋਸ਼ੀਏਸ਼ਨ ਸਟੇਟ ਹੀ ਕਰੇ। ਇਹ ਬੰਦਿਆਂ ਦੀ ਇਧਰੋਂ ਕੋਈ ਜ਼ਿੰਮੇਵਾਰੀ ਨਹੀਂ ਗੀ ਬੰਦਿਆਂ ਦੀ। ਨਗੋਸ਼ੀਏਸ਼ਨ ਤੁਸੀਂ ਕਹੀ ਤੇ ਜਾਂਦੇ ਹੋ ਬਾਰ-ਬਾਰ, ਕਿਸੇ ਨੂੰ ਪੁੱਛ ਕੇ ਵੇਖਿਓ, ਕਿਸੇ ਗੋਰੇ ਨੂੰ ਆਖਿਓ ਵੀ ਇੱਥੇ ਤੇਰੀ ਗੱਡੀ ਆ ਤੇ ਇਸ ਗੱਡੀ ਨੂੰ ਤੂੰ ਇਸ ਪਾਰਕ ਚੋਂ ਮੂਵ ਕਰ, ਜਾਂ ਤੇ ਉਹਨੂੰ ਉਸ ਪਾਰਕਿੰਗ ਲਾਟ ਦੇ ਬਦਲੇ ਕੋਈ ਹੋਰ ਪਾਰਕਿੰਗ ਦਿਓ, ਨਹੀਂ ਤੇ ਉਹਨੂੰ ਤੁਸੀਂ ਆਖੋ ਆਪਣੀ ਗੱਡੀ ਘਰੇ ਲੈ ਜਾ, ਮੈਂ ਇੱਥੇ ਪਾਰਕ ਕਰਨੀ, ਮੰਨ ਜੂਗਾ ਅਗਲਾ? ਇਹ ਕਿਹੋ ਜਿਹਾ ਨਗੋਸ਼ੀਏਸ਼ਨ ਆ? ਜਦੋਂ ਸਟੇਟ ਨੇ 11 ਵਾਰੀ ਨਗੋਸ਼ੀਏਸ਼ਨ ਵਾਸਤੇ ਸੱਦਿਆ ਨਾ, ਸਟੇਟ ਨੇ ਜਦੋਂ ਸਟੇਟ ਨੇ ਬਿੱਲ ਅੱਗੇ ਸੁੱਟਦੇ, ਸਟੇਟ ਨੇ ਇਹ ਕਿਹਾ ਵੀ ਜੋ ਵੀ ਇਹਦੇ ਚੋਂ ਕੱਟਣਾ ਕੱਟ ਦਿਓ, ਜੋ ਐਡ ਕਰਨਾ ਐਡ ਕਰ ਦਿਓ। ਉਹ ਨਗੋਸ਼ੀਏਸ਼ਨ ਤੇ ਕੀ ਆ? 11 ਮੀਟਿੰਗਾਂ ਨਹੀਂ, ਇੱਕ ਮਿੰਟ, ਨਹੀਂ ਇੱਕ ਮਿੰਟ, ਇਮਾਨਦਾਰੀ ਨਾਲ ਗੱਲ ਕਰੋ ਵੀ ਜਦੋਂ ਕੀ ਉਹ ਉਸ ਨਗੋਸ਼ੀਏਸ਼ਨ ਚ ਕੌਣ ਫੇਲ ਹੋਇਆ? ਜਦੋਂ ਸਟੇਟ ਨੇ ਬੰਦੇ ਸੱਦੇ, ਜਦੋਂ ਸਟੇਟ ਬੈਠੀ ਉੱਥੇ ਆਣ ਕੇ, ਸਟੇਟ ਹੁਣ ਤੇ ਜਦੋਂ ਨਿਸ਼ਾਨਾ ਹੀ ਇਹ ਆ ਵੀ ਇਹ ਬਿੱਲ ਰੱਦ ਕਰੋ, ਇਹ ਬਿੱਲ ਰੱਦ ਕਰੋ, ਇਹ ਬਿੱਲ ਰੱਦ ਕਰੋ, ਸਟੇਟਾਂ ਦੀ ਅਸੀਂ ਬਿੱਲ ਨਹੀਂ ਰੱਦ ਕਰਨੇ। ਸਟੇਟ ਦਾ ਪਹਿਲੇ ਦਿਨ ਜਿਸ ਦਿਨ ਮੋਰਚਾ ਲੱਗਾ ਸੀ, ਸਟੇਟ ਦਾ ਬਿਆਨ ਸੀ ਵੀ ਅਸੀਂ ਇਹ ਬਿੱਲ ਰੱਦ ਨਹੀਂ ਕਰਨੇ। ਜਿਹੜੀਆਂ ਵੀ ਮੰਗਾਂ ਚਾਹੁੰਦੇ ਹੋ ਇਹਦੇ ਤੋਂ ਇਲਾਵਾ ਕੁਝ ਦੱਸੋ। ਇਹਦੇ ਤੋਂ ਇਲਾਵਾ ਬੰਦਿਆਂ ਨੇ ਦੱਸਿਆ ਕੁਝ ਨਹੀਂ, ਕਿਉਂਕਿ ਕਾਂਗਰਸ ਚਾਹੁੰਦੀ ਨਹੀਂ ਗਈ ਵੀ ਇਹ ਮਸਲਾ ਹੱਲ ਹੋਵੇ। ਕਾਂਗਰਸ ਨੇ ਹੁਣ ਵੀ ਤੁਸੀਂ ਚਾਹੁੰਦੇ ਹੋ ਨਾ ਵੀ ਮਸਲਾ ਹੱਲ ਹੋਵੇ। ਮਸਲਾ ਨਹੀਂ ਇੱਕ ਮਿੰਟ, ਤੁਸੀਂ ਚਾਹੁੰਦੇ ਹੋ ਨਾ ਮਸਲਾ ਕਿ ਹੱਲ ਹੋਵੇ। ਮਸਲਾ ਹੱਲ ਹੋਣ ਦੀ ਕਵਾਇਦ ਚੱਲ ਰਹੀ ਆ। ਮਸਲਾ ਸੈਂਟਰ ਨੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਇੱਕ ਕਿਸਾਨ ਹਿਤੈਸ਼ੀ ਮੁੱਖ ਮੰਤਰੀ ਆ, ਜਿਹਦਾ ਕਰਕੇ ਪੰਜਾਬ ਦੇ ਵਿੱਚ ਇਹ ਮੋਰਚੇ ਨੇ ਸਾਹ ਲਏ ਆ, ਜਿਹਦਾ ਕਰਕੇ ਇਹ ਮੋਰਚਾ ਪੰਜਾਬ 'ਚ ਉੱਠਿਆ। ਉਹਨੂੰ ਸੈਂਟਰ ਦੇ ਵਿੱਚ ਲਿਆਣ ਕੇ ਉਹਨੂੰ ਖੇਤੀ ਮੰਤਰੀ ਬਣਾ ਕੇ ਕਿਸੇ ਪਾਸੇ ਲਾਉਣਾ ਚਾਹੁੰਦੀ ਆ, ਤੇ ਕਿਸਾਨ ਉਹਨੂੰ ਅਮਰਿੰਦਰ ਸਿੰਘ ਨੂੰ ਵੀ ਗਾਲਾਂ ਪੈਣ ਲੱਗ ਪਈਆਂ ਅੱਜ। ਇਸ ਗੱਲ ਨੂੰ ਕਿਉਂ ਨਹੀਂ ਆਪਾਂ ਸਮਝਦੇ ਵੀ ਇਸ ਦੇਸ਼ ਵਿੱਚ ਉਹ ਵੀ ਤਾਕਤਾਂ ਨੇ, ਵਿਦੇਸ਼ੀ ਤੇ ਦੇਸ਼ੀ ਤਾਕਤਾਂ, ਜਿਹੜੀਆਂ ਨਹੀਂ ਚਾਹੁੰਦੀਆਂ ਇਹ ਮਸਲਾ ਹੱਲ ਹੋਵੇ। ਜੇ ਇਹ ਮਸਲਾ ਅੱਜ ਹੱਲ ਹੋ ਜਾਂਦਾ, ਇਹ ਕਾਂਗਰਸ ਵਾਸਤੇ ਬਹੁਤ ਵੱਡੀ ਹਾਰ ਆ, ਕਾਂਗਰਸ ਵਾਸਤੇ ਬਹੁਤ ਵੱਡੀ ਬੈਡ ਨਿਊਜ਼ ਆ। ਇਹ ਕਾਂਗਰਸ ਨੇ ਆਪਣੀ ਕੈਂਪੇਨ ਹੀ ਇਸ ਮਸਲੇ ਦੇ ਦੁਆਲੇ ਕਰਨੀ ਆ 2024 ਦੇ ਵਿੱਚ। ਉਹ ਨਹੀਂ ਚਾਹੁੰਦੀ ਇਸ ਗੱਲ ਨੂੰ। ਆਪਾਂ ਯਾਰ ਕਿਉਂ ਨਹੀਂ ਸਮਝਦੇ? ਸਟੇਟ ਦੱਸੋ, ਸਟੇਟ ਨੇ ਤਾਂ ਜਿਹੜੀਆਂ 11 ਮੀਟਿੰਗਾਂ ਕੀਤੀਆਂ, ਤਾਂ ਸਟੇਟ ਤਾਂ ਕਹਿ ਰਹੀ ਆ ਵੀ ਉਹਨਾਂ ਚੋਂ ਕੋਈ ਵੀ ਪ੍ਰਪੋਜ਼ਲ ਜੇ ਤੁਹਾਨੂੰ ਪਸੰਦ ਆ ਤੇ ਵਾਪਸ ਆ ਜਾਓ, ਜਦੋਂ ਮਰਜ਼ੀ ਆ ਜਾਓ, ਅਸੀਂ ਗੱਲਬਾਤ ਕਰਨ ਵਾਸਤੇ ਤਿਆਰ ਆ। ਪਰ ਜਦੋਂ ਇੱਕ ਸ਼ਰਤ ਹੀ ਹੋ ਵੀ ਮੈਂ ਨਾ ਮੰਨੂ, ਇਹਨੂੰ ਬਿੱਲ ਨੂੰ ਰੱਦ ਕਰਾਉਣਾ ਤੇ ਅਸੀਂ ਤਾਂ ਆਉਣਾ, ਉਹ ਸਟੇਟਾਂ ਦੀ ਅਸੀਂ ਨਹੀਂ ਰੱਦ ਕਰਨਾ, ਫਿਰ ਕਿੱਦਾਂ ਹੋਵੇ ਨਾ? ਮੈਂ ਮੰਨਦਾ ਵਾਂ ਵੀ ਸਟੇਟ ਮਾਂ ਹੁੰਦੀ ਆ, ਪਰ ਸਟੇਟ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਵੀ ਸਟੇਟ ਹਾਰ ਜਾਵੇ ਪੂਰੀ ਤਰ੍ਹਾਂ, ਸਟੇਟ ਘੋੜੀ ਬਣ ਜਾਵੇ, ਵਾਪਸ ਲੈ ਲਵੇ ਬਿੱਲ? ਇਹੋ ਹੀ ਚਾਹੁੰਦੇ ਹੋ? 60 ਕਰੋੜ ਕਿਸਾਨ ਆ ਭਾਰਤ ਦੇ ਵਿੱਚ, 60 ਕਰੋੜ ਕਿਸਾਨ ਆ। 1% ਜਿਹੜਾ ਕਿਸਾਨ ਆ ਉਹ ਪ੍ਰੋਟੈਸਟ ਕਰ ਰਿਹਾ ਵਾ ਪਿਛਲੇ 10 ਮਹੀਨੇ ਤੋਂ। 1% ਵੱਧ ਤੋਂ ਵੱਧ ਮੋਰਚੇ ਦੇ ਵਿੱਚ 5 ਲੱਖ ਤੋਂ ਵੱਧ ਗਿਣਤੀ ਨਹੀਂ ਟੱਪੀ। ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ 60 ਕਰੋੜ ਦਾ 5 ਲੱਖ ਕਿੰਨੇ ਫੀਸਦੀ ਬਣਦਾ ਵਾ? ਪਰ ਫਿਰ ਸਟੇਟ ਅੱਗੋਂ ਗੱਲਬਾਤ ਲਈ ਸੱਦ ਰਹੀ ਆ। 1% ਜਿਹੜਾ 1% ਵੀ ਨਹੀਂ, ਜਿਹੜਾ ਉਹਨੂੰ ਵੀ ਸਟੇਟ, ਉਹਦੇ ਗਾੜੀ ਵੀ ਸਟੇਟ ਨੇ ਅੱਗੇ ਲਿਆਣ ਕੇ ਫਾਈਲ ਸੁੱਟਤੀ ਵੀ ਲਿਆਓ ਦੱਸੋ, ਜੋ ਵੀ ਇਹਦੇ ਚ ਬਦਲਣਾ ਬਦਲ ਲਓ, ਜੋ ਵੀ ਤੁਹਾਨੂੰ ਚੰਗਾ ਲੱਗਦਾ ਲਿਖ ਲਓ, ਜੋ ਮਾੜਾ ਲੱਗਦਾ ਉਹ ਕੱਢ ਲਓ। ਪਰ ਜਦੋਂ ਸ਼ਰਤ ਹੀ ਉਹ ਆ ਗਈ ਵੀ ਜਦੋਂ ਬਿੱਲ ਰੱਦ ਕਰੋਗੇ ਫੇਰ ਹੀ ਗੱਲ ਬਣਨੀ ਆ, ਤੇ ਉਹ ਬਿੱਲ ਤੇ ਭਰਾ ਰੱਦ ਹੋਣੇ ਨਹੀਂ, ਨਾ ਪਿਛਲੇ ਸਾਲ ਹੋਣੇ ਆ, ਨਾ ਹੁਣ ਹੋਣੇ ਆ, ਨਾ ਅਗਲੇ ਸਾਲ ਹੋਣੇ ਆ। ਮੇਰੀ ਇੱਕ ਕੁਐਸਚਨ ਹੋਰ ਬੱਬੂ ਟੋਨੀ ਭਾਈ ਭਾਜੀ, ਲਖੀਮਪੁਰ ਖੀਰੀ ਵਾਲੇ ਮਸਲੇ ਤੇ ਗੱਲ ਹੋ ਚੁੱਕੀ ਹੈ ਜਾਂ ਕਰਨੀ ਹੈ ਜਾਂ ਕਿੱਦਾਂ? ਉਹੀ ਚੱਲ ਰਹੀ ਇਹਦੇ ਤੇ ਪੋਸਟ ਜਿੱਦੇ ਰਾਜੇਵਾਲ ਨੇ ਇੰਟਰਵਿਊ ਦਿੱਤੀ ਹੈ, ਜੋਨੀ ਨੂੰ ਪਤਾ ਇਹ ਗੱਲ ਦਾ। ਇੱਕ ਮਿੰਟ ਗੱਲ ਪਤਾ ਕੀ ਆ ਬਾਲ ਸਾਹਿਬ, ਥੋੜਾ ਜਿਹਾ ਮੈਨੂੰ ਲੱਗਦਾ ਮਿਸ ਅੰਡਰਸਟੈਂਡਿੰਗ ਹੋ ਗਈ ਆ। ਗੱਲ ਬੱਬੂ ਬਾਈ ਵੀ ਉਹੀ ਕਹਿ ਰਿਹਾ ਆ, ਗੱਲ ਉਹੀ ਤੁਸੀਂ ਵੀ ਉਹੀ ਕਹਿ ਰਹੇ ਆ, ਬਸ ਉਹ ਕਹਿਣ ਦਾ ਥੋੜਾ ਜਿਹਾ ਨਾ ਉਹ ਮਤਲਬ ਕਹਿ ਲਓ ਵੀ ਤਰੀਕਾ ਬਦਲ ਗਿਆ। ਬੱਬੂ ਵੀ ਉਹੀ ਗੱਲ ਕਹਿ ਰਿਹਾ। ਹਾਂ ਇੱਕ ਮਿੰਟ ਦਿਓ ਮੈਨੂੰ ਮਾੜਾ ਜਿਹਾ। ਗੱਲ ਪਤਾ ਕੀ ਆ, ਮੈਂ ਦੀਪ ਸਿੱਧੂ ਦੇ ਨਾਲ ਮੈਂ ਕੋਈ ਸਹਿਮਤੀ ਨਹੀਂ ਰੱਖਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ। ਪਰ ਗੱਲ ਇਹ ਆ ਵੀ ਦੀਪ ਸਿੱਧੂ ਨੇ ਨਾ ਇੱਕੋ ਵੇਲੇ ਮਾੜੀ ਜਿਹੀ ਕੰਮ ਦੀ ਗੱਲ ਕੀਤੀ ਸੀ, ਉਦੋਂ ਉਹਨੇ ਵੀ ਇਹੀ ਗੱਲ ਕਹੀ ਸੀਗੀ ਵੀ ਤੁਸੀਂ ਜਿੱਤ ਨੂੰ ਨਾ ਸਮਝੋ ਵੀ ਕਿਹੜੇ ਤਰੀਕੇ ਦੇ ਨਾਲ ਵੀ ਆਪਾਂ ਜਿੱਤ ਨੂੰ ਲੈਣਾ ਆ, ਵੀ ਤੁਸੀਂ ਇਹ ਨਾ ਸੋਚੋ ਵੀ ਮਤਲਬ ਵੀ ਤੁਸੀਂ ਮਤਲਬ ਉਹੀ ਗੱਲ ਉੱਥੇ ਆਇਆ ਸੀਗਾ, ਉਹਨੇ ਉਹੀ ਗੱਲ ਕਹੀ ਸੀਗੀ ਵੀ ਤੁਸੀਂ ਯਾਰ ਇਹਦੇ ਨਾਲ ਬਹਿ ਕੇ ਉਹਦੇ ਨਾਲ ਸਰਕਾਰ ਨਾਲ ਗੱਲਬਾਤ ਕਰੋ, ਵੀ ਇਹ ਕੋਈ ਏਦਾਂ ਕੋਈ ਮਸਲੇ ਦਾ ਹੱਲ ਥੋੜ੍ਹਾ ਹੋਣਾ ਆ ਵੀ ਜਾਂ ਰੱਦ ਕਰੋ ਤੇ ਜਾਂ ਕਰੋ ਜਾਂ ਮਰੋ, ਉਹ ਵਾਲੀ ਗੱਲ ਹੈ ਨਾ। ਵੀ ਏਦਾਂ ਥੋੜ੍ਹਾ ਕੋਈ ਵੀ ਹੁਣ ਦੋ ਬੰਦਿਆਂ ਦੀ ਲੜਾਈ ਹੁੰਦੀ ਆ ਅਕਸਰ,
ਬਹਿ ਕੇ ਫੈਸਲਾ ਤਾਂ ਟੇਬਲ ਤੇ ਹੀ ਹੁੰਦਾ। ਕੁਝ ਬੰਦਾ ਇੱਕ ਗੱਲ ਥੋੜੀ ਬਹੁਤੀ ਉਹ ਮੰਨਦਾ। ਅੱਛਾ ਬਾਕੀ ਹੁਣ ਜਿੱਦਾਂ ਅੱਛਾ ਉਹ ਰਾਤੀ ਗੱਲ ਚੱਲਦੀ ਸੀ, ਉਹ ਕਹਿੰਦਾ ਸੀਗਾ ਵੀ ਇਹ ਅਧਿਕਾਰ ਨਹੀਂ ਹੈਗੇ। ਹੁਣ ਜੇ ਅਧਿਕਾਰ ਨਹੀਂ ਹੈਗੇ, ਚਲੋ ਮੈਂ ਠੀਕ ਆ ਵੀ ਉਹਨਾਂ ਨੇ ਗਲਤ ਤਰੀਕੇ ਨਾਲ ਬਣਾ ਤੇ। ਉਹ ਹੁਣ ਗੱਲ ਇਹ ਆ ਵੀ ਜੇ ਗਲਤ ਤਰੀਕੇ ਨਾਲ ਬਣਾਏ ਤਾਂ ਫਿਰ ਕਾਨੂੰਨੀ ਤੌਰ ਤੇ ਤੁਸੀਂ ਸੁਪਰੀਮ ਕੋਰਟ ਜਾ ਕੇ ਉਹਦਾ ਕਰ ਸਕਦੇ ਆ। ਪਰ ਇਹ ਗੱਲ ਦੀਪ ਸਿੱਧੂ ਵਕੀਲ ਆ, ਉਹਨੇ ਦੱਸਿਆ ਸੀਗਾ। ਉਹ ਕਹਿੰਦਾ ਆਪਾਂ ਨਹੀਂ ਚੈਲੰਜ ਕਰ ਸਕਦੇ ਕਿਉਂਕਿ ਉਹਨਾਂ ਨੇ ਖੇਤੀ ਦੇ ਆਧਾਰ ਤੇ ਬਣਾਏ ਨਹੀਂ, ਉਹਨਾਂ ਨੇ ਅਸੈਂਸ਼ੀਅਲ ਐਂਡ ਕਮੋਡਿਟੀ ਦੇ ਉਹਦੇ ਵਿੱਚ ਬਣਾਏ ਆ। ਤੇ ਉਹ ਕਹਿੰਦਾ ਤੁਸੀਂ ਨਹੀਂ ਉਹਨੂੰ ਕਰ ਸਕਦੇ ਚੈਲੰਜ। ਹੁਣ ਜਿਹੜਾ ਇੱਕ ਸਟੇਟ ਦੀ ਜਿਹੜੀ ਵਕੀਲਾਂ ਦੀ ਪੂਰੀ ਟੀਮ ਹੋਊਗੀ, ਉਹ ਏਦਾਂ ਥੋੜ੍ਹਾ ਹੋ ਸਕਦਾ ਵੀ ਕਿਤੇ ਉਹਨਾਂ ਨੇ ਉੱਤੇ ਹੀ ਬਿੱਲ ਬਣਾ ਤੇ ਤਾਂ ਜਿਹੜਾ ਕੱਲ ਨੂੰ ਉੱਠ ਕੇ ਕੋਈ ਵੀ ਚੈਲੰਜ ਕਰ ਦੇਵੇ। ਤੇ ਗੱਲ ਇਹੀ ਆ, ਬੱਬੂ ਵੀ ਉਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਮਤਲਬ ਮਸਲਾ ਬਹਿ ਕੇ, ਉਦੋਂ ਸਰਕਾਰ ਪੂਰੀ ਝੁਕੀ ਹੋਈ ਸੀਗੀ, ਉਦੋਂ ਸਰਕਾਰ ਤੇ ਪੂਰਾ ਪ੍ਰੈਸ਼ਰ ਸੀਗਾ। ਉਦੋਂ ਜੇ ਚਾਹੁੰਦੇ ਇਹ ਤਾਂ ਬਹੁਤ ਕੁਝ ਲੈ ਸਕਦੇ ਸੀਗੇ, ਬਹੁਤ ਕੁਝ ਮਤਲਬ ਉਹ ਗੱਲਾਂ ਮਨਵਾ ਸਕਦੇ ਸੀਗੇ ਤੇ ਸਰਕਾਰ ਮੰਨਣ ਨੂੰ ਤਿਆਰ ਵੀ ਸੀਗੀ। ਪਰ ਉਦੋਂ ਥੋੜਾ ਜਿਹਾ ਇਹ ਵੀ ਥੋੜਾ ਜਿਹੀ ਫੀਲਿੰਗ ਇਹਨਾਂ ਨੇ ਜ਼ਿਆਦਾ ਲਈ ਸੀਗੀ। ਉਹਦਾ ਨੁਕਸਾਨ ਆਪਾਂ ਦੇਖ ਹੀ ਰਹੇ ਆ ਵੀ ਹੁਣ ਜਿੱਦਾਂ ਹੁਣ ਲਾ ਲਓ ਉਸ ਵੇਲੇ ਜਦੋਂ ਮੋਰਚਾ ਪੂਰਾ ਪੀਕ ਤੇ ਸੀਗਾ, ਯਾਰ ਮੈਨੂੰ ਮੈਂ ਆ ਵੀ 100 ਦੇ ਵਿੱਚੋਂ 100 ਬੰਦੇ ਉਹਦੀ ਹਮਾਇਤ ਕਰ ਰਹੇ ਸੀਗੇ। 99% ਤਾਂ ਸੀਗੇ ਹੀ ਨਾ, ਵੀ ਜਿਹੜਾ ਕੋਈ 1% ਨਹੀਂ ਵੀ ਕਰਦਾ ਸੀ ਉਹ ਉੱਪਰ ਬੋਲਦਾ ਨਹੀਂ ਸੀਗਾ। ਪਰ ਹੁਣ ਤੁਸੀਂ ਅੱਜ ਦੇਖੋ, ਅੱਜ ਕਲੱਬ ਹਾਊਸ ਦੇ ਉੱਤੇ ਕਿੰਨੇ ਬੰਦੇ, ਉਹ ਜਗਸੀਰ ਬਾਈ ਆ, ਚਲੋ ਉਹ ਯਾਰ ਆਪਾਂ ਗਲਤ ਨਹੀਂ ਉਹਨੂੰ ਬੋਲਦੇ, ਉਹ ਬਹੁਤ ਵਧੀਆ ਤਰੀਕੇ ਨਾਲ ਜੇ ਕੋਈ ਗੱਲਬਾਤ ਕਰਦਾ ਆ, ਮੈਂ ਉਹਨੂੰ ਗਲਤ ਬੋਲਦੇ ਨੂੰ ਦੇਖਿਆ ਕਦੇ ਕਿਸੇ ਨੂੰ ਵੀ, ਉਹ ਵਧੀਆ ਤਰੀਕੇ ਦੇ ਨਾਲ ਢੰਗ ਨਾਲ ਜਵਾਬ ਦਿੰਦਾ ਆ। ਪਰ ਗੱਲ ਇਹ ਆ ਵੀ ਉਹਨੂੰ ਦੇਖੋ ਤੁਸੀਂ ਵੀ ਸਵਾਲ ਕਿੰਨੇ ਲੋਕ ਕਰ ਰਹੇ ਆ। ਜਿਹੜਾ ਇੱਕ ਵੀ ਬੰਦਾ ਕਦੇ ਉਹਨਾਂ ਦੇ ਕਿਸੇ ਦੇ ਵਿਰੁੱਧ ਸੰਘਰਸ਼ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀਗਾ, ਅੱਜ ਕਿੰਨੇ ਲੋਕ ਉਹਨੂੰ ਸਵਾਲ ਕਰ ਰਹੇ ਆ। ਹੁਣ ਜੇ 1 ਸਾਲ ਹੋ ਗਿਆ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਸਵਾਲ ਕਰਨ ਵਾਲੇ ਲੋਕ ਵੱਧ ਰਹੇ ਆ। ਤੇ ਇਹ ਚੀਜ਼ ਤਾਂ ਦੇਖਣੀ ਪਊਗੀ ਨਾ ਵੀ ਉਹ ਅੱਜ ਤੋਂ ਹੋਰ ਸਾਲ ਬਾਅਦ, ਜੇ ਤੁਸੀਂ ਕਹਿੰਦੇ ਆ ਵੀ ਹੋਰ ਸਾਲ ਬਾਅਦ ਬਹਿ ਜਾਵਾਂਗੇ ਕੋਈ ਫਰਕ ਨਹੀਂ ਪੈਂਦਾ, ਤੇ ਜੇ 1 ਹੋਰ ਸਾਲ ਬਹਿ ਜਾਓਗੇ ਤਾਂ ਫਿਰ ਕਿੰਨੇ ਲੋਕ ਸਵਾਲ ਕਰਨ ਲੱਗ ਜੂਗੇ। ਹਾਂ ਜੋਨੀ ਬਾਈ ਗੱਲ ਉਹੀ ਆ ਕਿ ਨਾ, ਉਹ ਜਿਹੜੇ ਆਪਾਂ ਕਲੱਬ ਦੇ ਵਿੱਚ ਮਾਰਨਿੰਗ ਦੇ ਵਿੱਚ ਸੀਗੇ, ਇੱਕੋ ਮਿੰਟ ਬਾਈ ਜੀ, ਇੱਕ ਵਾਰ ਤੁਸੀਂ ਤੁਹਾਡੇ ਕੋਲੇ ਹੋਊਗਾ ਮਾਈਕ। ਜੋਨੀ ਬਾਈ ਗੱਲ ਉਹੀ ਸਹੀ ਆ। ਜਦ ਆਪਾਂ ਮਾਰਨਿੰਗ ਕਲੱਬ ਦੇ ਵਿੱਚ ਸੀਗੇ, ਮੈਂ ਤਾਂ ਉਲਟਾ ਕਿਸਾਨ ਜਥੇਬੰਦੀਆਂ ਨੂੰ ਭੰਡ ਰਿਹਾ ਸੀਗਾ। ਮੈਂ ਇਹ ਰੋਲ ਹੁਣ ਟੋਨੀ ਬੱਲ ਬਾਈ ਨੂੰ ਜਦੋਂ ਉੱਥੇ ਮੈਨੂੰ ਲੱਗਦਾ ਸ਼ਾਇਦ ਉਹ ਗਰੁੱਪ 'ਚ ਹੈ ਨਹੀਂ ਸੀਗੇ ਇਹ, ਇਸ ਕਰਕੇ ਬਾਈ ਥੋੜੀ ਜਿਹੀ ਮੇਰੀ ਗੱਲ ਕਹੀ ਨੂੰ ਕਿ ਨਾ ਉਹ ਚੀਜ਼ ਨੂੰ ਹਾਈਪਰ ਤੇ ਲੈ ਜਾਂਦੇ ਆ। ਉਹ ਹਾਈਪਰ ਦੇ ਵਿੱਚ ਹੋ ਕੇ ਕਿ ਨਾ ਉਹ ਚੀਜ਼ ਨੂੰ, ਜੇ ਕੋਈ ਉਹ ਚੀਜ਼ ਤੇ ਗੱਲ ਕਰਦਾ ਤਾਂ ਉਹ ਇੱਕ ਚੀਜ਼ ਕਹਿੰਦੇ ਆ ਬਈ ਉਹ ਕਾਂਗਰਸੀ ਆ, ਉਹ ਕਾਲੀ ਆ, ਉਹ ਇਸ ਤਰ੍ਹਾਂ ਥੋੜੀ ਗੱਲ ਚੱਲਣੀ ਆ। ਅੱਜ ਤਾਂ ਫਿਰ ਇੱਕ ਗੱਲ ਹੋ ਗਈ ਵੀ ਕਿਸੇ ਮਾਂ ਦਾ ਪੁੱਤ ਲੱਗ ਗਿਆ ਨਸ਼ੇ ਤੇ, ਉਹ ਜਦ ਘਰੇ ਨਸ਼ਾ ਕਰਕੇ ਆਇਆ ਕਰੇ ਤਾਂ ਉਹ ਮਾਂ ਕਹੀ ਜਾਂਦੀ ਆ ਫਲਾਣੇ ਦੇ ਮੁੰਡੇ ਨੇ ਸਾਡਾ ਮੁੰਡਾ ਵਿਗਾੜਤਾ। ਯੈਸ ਉਹ ਵਿਗਾੜਤਾ, ਪਰ ਅਲਟੀਮੇਟਲੀ ਆਪਾਂ ਨੂੰ ਉਸ ਮਾਂ ਨੂੰ ਸੋਚਣਾ ਇਹੀ ਪੈਣਾ ਬਈ ਮੇਰੇ ਪੁੱਤ ਦਾ ਮੈਂ ਸੋਲਿਊਸ਼ਨ ਕੀ ਕਰਨਾ। ਦੂਜੇ ਦੇ ਪੁੱਤ ਨੂੰ ਵੀ, ਮੇਰੇ ਪੁੱਤ ਨੂੰ ਵਿਗਾੜਦਾ ਗਾਲਾਂ ਕੱਢ ਕੇ ਨਹੀਂ ਸਾਰਨਾ ਹੈਗਾ ਵੀ ਉਹਨੇ ਵਿਗਾੜਤਾ। ਹਾਂ ਉਹ ਵੀ ਠੀਕ ਆ, ਪਰ ਅਲਟੀਮੇਟਲੀ ਆਪਦੇ ਪੁੱਤ ਤੇ ਹੀ ਧਿਆਨ ਦੇਣਾ ਪੈਣਾ। ਉਹੀ ਚੀਜ਼ ਮੈਂ ਕੀਤੀ ਹੈ। ਬੱਲ ਬਾਈ ਤਾਂ ਉਹ ਚੀਜ਼ ਨੂੰ ਸੁਣ ਕੇ ਹਾਈਪਰ ਹੋ ਜਾਂਦਾ ਉਹ ਚੀਜ਼ ਦਾ। ਗੱਲ ਇਹ ਆ ਇੱਥੇ ਗੌਰਮੈਂਟ ਦਾ ਵੀ ਪੂਰਾ ਹੱਕ ਬਣਦਾ ਵੀ ਵਿੱਚ ਆਵੇ, ਉਹ ਚੀਜ਼ ਦੀ ਨੈਗੋਸ਼ੀਏਸ਼ਨ ਕਰੇ। ਜੇ ਬਾਈ ਗੱਲ ਬੱਲ ਬਾਈ ਜੀ ਤੁਸੀਂ ਕਹਿੰਦੇ ਹੋ ਕਿ ਨਾ ਬਈ 11 ਉਹਨਾਂ ਨੇ 11 ਮੰਗਾਂ ਰੱਖੀਆਂ ਵੀ ਆ ਜਾਓ ਆਹ ਖਾਲੀ ਛੱਡ ਦੋ ਡੱਬਾ, ਜਿਹੜੀਆਂ ਸੁਧਾਰਾਂ ਕਰਨੀਆਂ ਕਰ ਲਓ। ਉਹ ਤਾਂ ਮੇਰੇ ਮਤਲਬ ਤੁਸੀਂ ਦੀਪ ਸਿੱਧੂ ਨੂੰ ਵੀ ਇਹ ਗੱਲਾਂ ਕਹੀਆਂ ਸੀਗੀਆਂ, ਉਹਦੇ ਵੀ 4 ਗਾਲਾਂ ਖਾਧੀਆਂ। ਉਹਨੇ ਇਹੀ ਗੱਲਾਂ ਕਹੀਆਂ ਸੀਗਾ ਬਾਈ ਜੀ ਡੈਡਲੌਕ ਲੱਗ ਚੁੱਕਿਆ, ਇਹ ਜੈਸਨੋ ਵਾਲੇ ਨਾਲ ਕੰਮ ਨਹੀਂ ਚੱਲਣੇ ਹੈਗੇ। ਮੈਂ ਉਸ ਦੀਪ ਸਿੱਧੂ ਦੇ ਉਸ ਸਟੇਟਮੈਂਟ ਦੇ ਨਾਲ 100% ਸਹੀ ਸੀਗਾ। ਕਈ ਥਾਵਾਂ ਤੋਂ ਮੈਂ ਇਸ ਵਿੱਚ ਗਾਲਾਂ ਵੀ ਖਾਧੀਆਂ, ਕਹਿੰਦਾ ਤੁਸੀਂ ਦੀਪ ਸਿੱਧੂ ਦੀ ਸਪੋਰਟ ਕਰਦਾ। ਮੈਂ ਦੀਪ ਸਿੱਧੂ ਦਾ ਸਪੋਰਟਰ ਨਹੀਂ ਹੈਗਾ, ਪਰ ਆਹ ਜਿਹੜੀ ਕੰਮ ਦੀ ਗੱਲ ਆ ਇਹ ਸਹੀ ਕਹੀ ਆ ਉਹਨੇ ਬਈ ਜਿਹੜਾ ਇਹ ਮੋਰਚਾ ਇਹ ਇਹਨਾਂ ਦੇ ਵੱਸਦਾ ਨਹੀਂ ਰਿਹਾ ਹੈਗਾ। ਇਹ ਬਹੁਤ ਵੱਡਾ ਹੋ ਚੁੱਕਿਆ ਤੇ ਅੱਗੇ ਸ਼ਾਹ ਦਿਮਾਗ ਬੰਦੇ ਨੂੰ ਲਾਉਣਾ ਪੈਣਾ। ਮੈਂ ਤਾਂ ਪੋਸਟ ਪਾਉਣਾ ਰਹਿਣਾ ਵੀ ਕਿਉਂ ਨਹੀਂ ਤੁਸੀਂ ਅੱਗੇ ਕਿਸੇ ਸ਼ਾਹ ਦਿਮਾਗ ਬੰਦਿਆਂ ਨੂੰ ਲੱਭ ਕੇ ਉਹਨਾਂ ਦੇ ਨਾਲ ਉਹਨਾਂ ਤੋਂ ਰਾਏ ਮਸਲਾ ਕਰਕੇ ਕਿਉਂ ਨਹੀਂ ਮਸਲੇ ਦਾ ਹੱਲ ਕਰਦੇ। ਪਰ ਜੇ ਮੈਂ ਉਹਨਾਂ ਨੂੰ ਸਵਾਲ ਕਰੂੰਗਾ, ਸਵਾਲ ਨਾਲ ਸੈਂਟਰ ਨੂੰ ਵੀ 60-70% ਕਰੂੰਗਾ, ਕਿਉਂਕਿ ਉਹਨਾਂ ਦਾ ਵੀ ਰੋਲ ਹੋਣਾ ਚਾਹੀਦਾ ਤੇ ਉਹਨਾਂ ਨੂੰ ਜਲਦੀ ਤੋਂ ਮਸਲਾ ਹੱਲ ਹੋਣਾ ਚਾਹੀਦਾ। ਜੇ ਆਪਾਂ ਇਹ ਜੀ ਕਾਂਗਰਸ ਦੀ ਅਹੀ ਤੀ ਮਰਾਵੇ, ਕਾਂਗਰਸ ਅਹੀ ਤੀ ਮਰਾਉਣ ਕਾਲੀ ਜੋ ਮਰਜ਼ੀ ਇਸ ਟਾਈਮ ਜਿਹੜਾ ਰੌਲਾ ਉਹ ਕਿਸਾਨ ਜਥੇਬੰਦੀਆਂ ਤੇ ਸੈਂਟਰ ਦੀ ਸਰਕਾਰ ਆ। ਪਾਰਟੀ ਦੇ ਹੀ ਮਰਾਵੇ ਕੋਈ ਗੱਲ। ਮੇਨ ਗੱਲ ਇਹ ਕਹਿਣ ਦੀ ਜੋਨੀ ਬਾਈ ਮੇਰੀ ਇਹ ਆ। ਬੱਲ ਬਾਈ ਤਾਂ ਹੋਰ ਚੀਜ਼ ਪਾਸੇ ਨੂੰ ਉਹਨੂੰ ਐਂਗਲ ਤੋਂ ਫੜੀ ਜਾਂਦਾ ਗੱਲ। ਬੱਬੂ ਬਾਈ ਇਹ ਵੀ 32 ਬੰਦਿਆਂ ਨਾਲ ਗੱਲ ਨਹੀਂ ਨਾ ਹੋ ਸਕਦੀ ਟੇਬਲ ਤੇ ਵੀਰੇ। ਭਾਜੀ ਇੱਕ ਮਿੰਟ ਭਾਜੀ। ਹਾਂ ਬੱਬੂ ਵੀਰੇ ਦੇਖ ਹਨਾ, ਇੱਥੇ ਅਸੀਂ ਇੱਕ ਦੂਜੇ ਨੂੰ ਬਲੇਮ ਨਹੀਂ ਦੇ ਰਹੇ, ਲੇਕਿਨ ਜ਼ਿੰਮੇਵਾਰੀਆਂ ਕਿਹਦੀਆਂ ਇਹ ਵੀ ਦੇਖਣੀਆਂ ਪੈਣੀਆਂ ਔਰ ਨਾਕਾਮੀਆਂ ਕਿਹਦੀਆਂ ਇਹ ਵੀ ਕਹਿਣੀਆਂ ਪੈਣੀਆਂ। ਜਦੋਂ ਨਾ ਅੱਜ ਨਾ ਇਹ ਜਿਹੜੇ ਕਿਸਾਨਾਂ ਦੇ ਮੋਢੇ ਆ ਕੌਣ ਵਰਤ ਰਿਹਾ, ਬਿਲਕੁਲ ਸਹੀ ਹੈ, ਗਲਤ ਨੂੰ ਗਲਤ ਕਹਿਣਾ। ਕਿਸਾਨਾਂ ਦੇ ਮੋਢਿਆਂ ਨੂੰ ਵਰਤ ਰਹੀ ਹੈ, ਠੀਕ ਹੈ। ਜਿਹੜੀਆਂ ਵਿਪਕਸ਼ ਦੀਆਂ ਪਾਰਟੀਆਂ ਉਹ ਵੀ ਵਰਤ ਰਹੀਆਂ, ਜਿਹੜੀਆਂ ਸਾਡੀਆਂ ਜਥੇਬੰਦੀਆਂ ਦੇ ਪ੍ਰਧਾਨ ਹੈ ਨਾ ਇਹ ਵੀ ਵਰਤ ਰਹੇ। 1.5 ਸਾਲ ਹੋ ਚੱਲਿਆ, 1.5 ਸਾਲ 40 ਦੇ ਤਕਰੀਬਨ ਜਥੇਬੰਦੀਆਂ
ਹਨਾ। ਜਦੋਂ ਘਰੋਂ ਤੁਰਦੀ ਨੇ, ਇੱਕ ਟਰਾਲੀ ਤੁਰਦੀ, ਅਰਦਾਸ ਕਰਕੇ ਤੁਰਦੀ ਹੈ ਵੀ ਹੇ ਸੱਚੇ ਪਾਤਸ਼ਾਹ ਅੰਗ ਸੰਗ ਰਹੀ, ਸਹਾਈ ਰਹੀ, ਹਨਾ। ਤੇ ਜਿਸ ਸੱਚੇ ਪਾਤਸ਼ਾਹ ਮੁਰੇ ਅਰਦਾਸ ਕਰਦੇ ਨਾ ਹੱਥ ਜੋੜ ਕੇ 10ਵੇਂ ਪਾਤਸ਼ਾਹ ਮੁਰੇ, ਉਹਨੇ ਇਸੇ ਧਰਮ ਰੱਖਿਆ ਨੂੰ, ਉਹਨੇ ਇਸੇ ਗਊ ਗਰੀਬ ਦੀ ਰੱਖਿਆ ਦੀ ਖਾਤਰ ਨਾ 9 ਸਾਲ ਤੋਂ ਆਪਣਾ ਸਰਬੰਸ ਵਾਰਨਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਦੇ ਵਿੱਚੋਂ ਮੈਨੂੰ 40 ਵਿੱਚੋਂ ਇੱਕ ਵੀ ਦੱਸ ਦੇ ਬੰਦਾ ਜਿਹਨੇ ਮੁਰੇ ਲੀਡ ਹੋ ਕੇ ਆਪਣੀ ਸ਼ਹੀਦੀ ਦਿੱਤੀ ਹੋਵੇ ਯਾਰ। 700 ਬੰਦਾ ਮਰਨ ਦੇ ਕਰੀਬ ਹੋ ਗਿਆ ਯਾਰ, ਇੱਕ ਵੀ ਦੱਸ ਦੋ। ਕਿਉਂ ਨਹੀਂ ਸੱਤਾ, ਕਿਉਂ ਨਹੀਂ ਰਾਜਨੀਤੀ ਖੇਡ ਰਹੇ? ਇਹ ਮੁੰਡੇ ਵਰਤ ਰਹੇ, ਇਹ ਮੁੰਡੇ ਵਰਤ। ਮੇਰੀ ਗੱਲ ਵਰਤਦਾ ਇੱਕ ਮਿੰਟ, ਵਰਤਦਾ ਇੱਕ ਮਿੰਟ, ਕੌਣ ਨਹੀਂਗਾ? ਇੱਕ ਮਿੰਟ, ਜਦੋਂ ਕਾਂਗਰਸ ਇੱਕ 10 ਸਾਲ ਮਿੰਟ, ਕਾਂਗਰਸ ਰਹੀ ਆ, ਉਦੋਂ ਗੱਲ ਭਾਜਪਾ ਵਾਲੇ ਇੱਕ ਮਿੰਟ, ਵਰਤਦੇ ਨਹੀਂ ਸੀਗੇ। ਇੱਕ ਮਿੰਟ ਮੇਰਾ ਵੀਰ, ਇੱਕ ਮਿੰਟ ਮੇਰਾ ਵੀਰ, ਇੱਕ ਮਿੰਟ ਸੁਣੋ। ਇਹ ਵਰਤ ਹੋ ਰਹੇ ਨਾ ਜਿੱਦਣ ਬੀਜੇਪੀ ਦਾ ਕੱਟੜ ਜਮਾਂਦਰੂ ਕੱਟੜ ਨੇਤਾ, ਆਰਐਸਐਸ ਦਾ ਸਭ ਤੋਂ ਪੁਰਾਣਾ ਨੇਤਾ, ਜੰਮੂ ਕਸ਼ਮੀਰ ਦਾ ਰਾਜਿਆਪਾਲ ਮਲਿਕ ਜਨਵਰੀ ਦੇ 21 ਤਰੀਕ ਨੂੰ ਨਾਗਪੁਰ ਤੋਂ ਨਿਕਲਦਾ ਆਪਣੀ ਸਰਕਾਰ ਦੇ ਖਿਲਾਫ, ਜਿਨ੍ਹਾਂ ਨੇ ਉਹਨੂੰ ਰਾਜਿਆਪਾਲ ਥੋਪਿਆ ਵਾ ਸੀ, ਆਪਣੀ ਸਰਕਾਰ ਦੇ ਖਿਲਾਫ ਪਹਿਲਾਂ ਨੈਸ਼ਨਲ ਮੀਡੀਆ ਦੇ ਵਿੱਚ ਸਟੇਟਮੈਂਟ ਦਿੰਦਾ। ਉਦਣ ਸਰਕਾਰ ਗੋਡਿਆਂ ਭਾਰ ਆਈ ਵੀ ਸੀ, ਗੋਡਿਆਂ ਭਾਰ ਆ ਗਈ ਸੀ। ਉਦਣ ਕਹਿੰਦੇ ਸੀ ਕਿ ਤੁਸੀਂ ਠੀਕ ਹੈ, ਜਿੱਦਾਂ ਤੁਸੀਂ ਕਰਨਾ ਯਾਰ ਕਰ ਲਓ, ਤੁਸੀਂ ਖਤਮ ਕਰੋ ਇਸ ਕਿਸਾਨੀ ਅੰਦੋਲਨ ਨੂੰ। ਰਾਜਿਆਪਾਲ ਮਲਿਕ ਦਾ ਜਨਵਰੀ ਦਾ ਸਟੇਟਮੈਂਟ ਪੜ੍ਹ ਲਿਓ ਪਹਿਲਾਂ। ਔਰ ਉਦਣ ਇਹ ਹਿੱਲ ਗਏ ਸੀ, ਉਦੋਂ ਸ਼ੁਰੂਆਤ ਹੋ ਗਈ ਸੀ ਕਿ ਬੰਦਾ ਨਾਗਪੁਰ ਤੋਂ ਰਾਤ ਨੂੰ ਨਿਕਲਿਆ, ਸਵੇਰੇ ਆਉਂਦਾ ਨੈਸ਼ਨਲ ਮੀਡੀਆ 'ਚ ਬਿਆਨ ਦੇ ਰਿਹਾ। ਉਦਣ ਜਿਹੜੇ ਬੜੇ ਜਿਹੜੇ ਸਾਡੇ ਵਿਦਵਾਨ ਹੈ ਨਾ, ਬੜੇ ਜੋ ਵੀ ਸ਼ਾਸਤਰ ਬੈਠੇ ਸਾਰੇ ਨਾ, ਉਹਨਾਂ ਨੂੰ ਹੋ ਗਿਆ ਸੀ ਕਿ ਕਿਸਾਨ ਜਿੱਤ ਗਏ। ਪਰ ਸਾਡੇ ਵਾਲਿਆਂ ਦੇ ਏਦਾਂ ਦੇ ਟੋਪੀ ਵਾਲੇ ਕਿੱਲ ਫਸੇ ਵੇ ਤੇ ਧੌਣ ਦੇ ਵਿੱਚ ਵੀ ਉਹ ਟੁੱਟਦਾ ਜਾਊਗਾ, ਝੁਕਣਾ ਨਹੀਂ, ਇੱਕੋ ਹੀ ਜੇਤ ਪਗਾ ਲਈ ਵੇ, ਬਿੱਲ ਲੈ ਕੇ ਹੀ ਵਾਪਸ ਉਹ ਡੱਬਾ ਵੀ ਨਹੀਂ ਖਾਲੀ ਛੱਡਣਾ, ਜਿੱਤੇ ਪਗਾਣੀ ਯਾਰ। ਏਦਾਂ ਨਹੀਂ ਇਤਿਹਾਸ ਸਿਰਜ ਹੁੰਦੇ। ਇਹ 21ਵੀਂ ਸਦੀ ਹੈ, ਉਹ ਸਮਾਂ ਨਿਕਲ ਗਿਆ ਜਦੋਂ ਤੀਰਾਂ ਤਲਵਾਰਾਂ ਦੀ ਲੜਾਈ ਹੁੰਦੀ ਸੀ। ਹੁਣ ਤਾਂ ਉਹਨਾਂ ਚੀਜ਼ਾਂ ਦੀ ਲੜਾਈ ਨਹੀਂ ਰਹੀ ਹੈਗੀ। ਜੋ ਲੜਾਈ ਨਹੀਂ ਰਹੀ ਹੁਣ, ਨਾ ਉਹ ਰਾਜਨੀਤੀ ਰਹੀ। ਜਾਂ ਉਹ ਇੰਨੇ ਵਧੀਆ ਸਾਮ ਦੰਡ ਭੇਦ ਸਭ ਯੂਜ਼ ਕਰ ਰਹੇ ਆ। ਤੁਸੀਂ ਕਦੋਂ ਸਿੱਖਣਾ? ਤੁਹਾਨੂੰ ਅਹੁਦੇ ਦਿੱਤੇ, ਤੁਹਾਨੂੰ ਪ੍ਰਧਾਨੀਆਂ ਦਿੱਤੀਆਂ, ਤੁਹਾਡੇ ਪਿੱਛੇ ਪੰਜਾਬ ਦਾ ਬੱਚਾ ਜਨਾਨੀ ਪਰਿਵਾਰ ਸਭ ਪਿੱਛੇ ਲੱਗੇ ਵੇ। ਤੁਹਾਡੀ ਕੀ ਦੇਣ ਯਾਰ ਇਸ ਕਿਸਾਨੀ ਅੰਦੋਲਨ ਨੂੰ? ਕਿਉਂ ਨਹੀਂ ਅਸੀਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ? ਇਹਨਾਂ 6 ਮੌਤਾਂ ਨੂੰ ਜ਼ਿੰਮੇਵਾਰ ਸਰਕਾਰ ਵੀ ਹੈਗੀ ਹੈ, ਉਹ ਸਿਸਟਮ ਵੀ ਹੈਗਾ, ਮੰਨਦਾ ਮੈਂ, ਪਰ ਜ਼ਿੰਮੇਵਾਰੀ ਇਹਨਾਂ ਦੀ ਵੀ ਬਰਾਬਰ ਹੈ। ਇਹਨਾਂ ਨੂੰ ਕਿਉਂ ਨਹੀਂ ਦੋਸ਼ੀ ਦੇ ਰਹੇ ਯਾਰ? ਮੈਨੂੰ ਇਸ ਚੀਜ਼ ਦਾ ਕਿਉਂ ਨਹੀਂ ਇਸ ਚੀਜ਼ ਦੇ ਨੇੜੇ ਆ ਰਹੇ ਕਿ ਜਿਹਨਾਂ ਨੂੰ ਅਸੀਂ ਪ੍ਰਧਾਨ ਬਣਾ ਕੇ, ਆਗੂ ਬਣਾ ਕੇ, ਆਪਣੇ ਜਰਨੈਲ ਥਾਪ ਕੇ ਮੋਰੇ ਭੇਜਿਆ ਵਾ, ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਕਿਉਂ ਭਜਾ ਰਹੇ? ਉਹਨਾਂ ਨੂੰ ਕਿਉਂ ਲੁਕੋ ਰਹੇ ਯਾਰ? ਜਿਹੜੀ ਕਿਸਾਨ ਮਹਾਪੰਚਾਇਤ ਉਹ ਕਰ ਰਹੀ, ਹਰ ਇੱਕ ਜਾ ਕੇ ਹਰ ਇੱਕ ਸ਼ਹਿਰ 'ਚ ਬੜੀਆਂ ਉਹ ਕਰ ਲਈ, ਉਹਦਾ ਤੁਸੀਂ ਜਿਹੜਾ 2 ਦਿਨ ਪਹਿਲਾਂ 3 ਦਿਨ ਪਹਿਲਾਂ ਐਫੀਡੇਵਿਟ ਦਿੱਤਾ ਸੁਪਰੀਮ ਕੋਰਟ, ਦੇਖਿਆ ਕਿਸੇ ਨੇ ਪੜ੍ਹਿਆ? ਉਹ ਕੋਈ ਹੈਗਾ ਜਿਹਨੇ ਪੜ੍ਹਿਆ? ਬੱਲ ਬਾਈ ਦਾ ਇੱਕ ਜਵਾਬ ਦੇਣਾ। ਬੱਲ ਬਾਈ ਜੀ ਅਸੀਂ ਨਹੀਂ ਮੈਂ ਬੱਬੂ ਤਾਂ ਵੀਰੇ ਖੁਦ ਮੇਰੀ ਗੱਲ ਕਹਿਣਾ ਜਵਾਬ ਦੇ, ਇੱਕ ਮਿੰਟ ਬਸ। ਜਿਹੜੀ ਕਿਸਾਨ ਯਾਰ ਮਹਾਪੰਚਾਇਤ ਜਿਹੜੀ ਹਰ ਪਿੰਡ ਬੱਲ ਜਾ ਬਾਈ ਨੇ ਕੇ ਕਾਊਂਟਰ ਕੀਤਾ, ਉਹ ਗੱਲ ਤਾਂ ਨਿਬੇੜ ਲਈ ਪਹਿਲਾਂ, ਉਹਦੀ ਤਾਂ ਗੱਲ ਕਰ ਕਰੀ ਲਓ ਬਾਈ ਨੇ, ਉਹ ਗੱਲ ਕਹੀ ਆ। ਬੱਲ ਵੀਰੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਕਿਉਂ ਨਹੀਂ ਵਿਰੋਧ ਕਰਦਾ, ਵਿਰੋਧ ਸਾਰੇ ਕਰਦੇ ਆ। ਮੈਂ ਖੁਦ ਵਿਰੋਧ ਕਰਦਾ। ਮੈਂ ਜਥੇਬੰਦੀਆਂ ਦੇ ਜਿਹੜੇ ਮੋਢੀ ਨੇ, ਮੈਂ ਸ਼ੁਰੂ ਤੋਂ ਹੀ ਵਿਰੋਧ ਕਰਦਾ ਬਈ ਉਹਨਾਂ ਦੇ ਬਸ ਦੀ ਗੱਲ ਨਹੀਂ ਹੈਗੀ। ਮੋਰਚਾ ਐਡਾ ਵੱਡਾ ਸੀਗਾ, ਚਲੋ ਹੁਣ ਤਾਂ ਥੋੜਾ ਜਿਹਾ ਡਾਊਨ ਹੋ ਗਿਆ। ਉਹਨਾਂ ਸ਼ੁਰੂ ਤੋਂ ਹੀ ਉਹਨਾਂ ਦੇ ਬਸ ਦੀ ਗੱਲ ਨਹੀਂ ਹੈਗੀ। ਉਹ ਸ਼ੁਰੂ ਤੋਂ ਹੀ ਬਾਹਲੇ, ਸਾਰੇ ਨਹੀਂ, ਉਹਨਾਂ ਵਿੱਚੋਂ ਬਾਹਲੇ ਬੰਦੇ ਕਾਂਗਰਸ ਦੇ ਹੱਥ ਠੋਕੇ ਬਣ ਗਏ ਆ, ਉਹ ਯੂਜ਼ ਹੋ ਰਹੇ ਆ। ਮੈਂ ਖੁਦ ਇਹ ਚੀਜ਼ ਨੂੰ ਕਹਿਣਾ। ਪਰ ਚੱਕਰ ਪਤਾ ਕਿ ਮੇਨ ਜੇ ਆਪਾਂ ਉਹਨਾਂ ਨੂੰ ਹੀ ਹਰ ਟਾਈਮ ਉਹੀ ਦੋਸ਼ੀ ਨੇ ਜੈਸੇ ਹੈਗੇ ਨੇ ਦੋਸ਼ੀ, ਮੈਂ ਖੁਦ ਕਹਿਣਾ ਵੀ ਉਹ ਦੋਸ਼ੀ ਵੀ ਨੇ, ਉਹ ਵਿਕੇ ਵੀ ਹੋਏ ਨੇ ਵਿੱਚੋਂ ਤੇ ਸਾਰਾ ਕੁਝ ਕਰਦੇ ਆ ਤੇ ਆਪਦੀਆਂ ਗੇਮਾਂ ਵੀ ਪਾਉਂਦੇ ਆ, ਸਾਰਾ ਕੁਝ ਕਰਦੇ ਆ। ਪਰ ਜਿਹੜੀ ਚੀਜ਼ ਆ ਨਾ, ਆਪਾਂ ਮੇਨ ਜਿਨ੍ਹਾਂ ਨਾਲ ਆਪਾਂ ਇੱਕ ਡਰਦਾ, ਜਿਨ੍ਹਾਂ ਤੋਂ ਵੀ ਸਾਨੂੰ ਭਾਈ ਆਹ ਜਿਹੜੇ ਬਿੱਲ ਕਰੋਗੇ ਸਾਡਾ ਆਹ ਡਰਦਾ, ਉਹ ਗੌਰਮੈਂਟ ਤੋਂ ਵੀ ਸਾਨੂੰ ਆਸਾਂ ਨਹੀਂ। ਉਹ ਪਲਾਨ ਉਹਨਾਂ ਨੇ ਸਿਰਫ ਇਹ ਕਹਿਤਾ ਵੀ ਆ ਰੱਖੋ, ਉਹ ਸੋਧਾਂ ਕਰ ਲਓ। ਉਹ ਤਾਂ ਟਾਈਮ ਬੀਤ ਚੁੱਕਿਆ। ਉਹ ਜਿਹੜਾ ਦਸੰਬਰ 2020 ਵਾਲਾ, ਉਹ ਜਨਵਰੀ ਤੋਂ ਪਹਿਲਾਂ ਉਹ ਸਮਾਂ ਬੀਤ ਚੁੱਕਿਆ। ਪਰ ਉਸ ਤੋਂ ਬਾਅਦ ਗੌਰਮੈਂਟ ਨੇ ਉਹ ਚੀਜ਼ ਖੁੱਲੀ ਛੱਡੀ ਹੋਈ ਆ ਬਈ ਕੋਈ ਗੱਲ ਨਹੀਂ, ਇਹ ਹੌਲੀ ਹੌਲੀ ਖਤਮ ਹੋ ਜਾਊਗਾ। ਉਸ ਤੋਂ ਬਾਅਦ ਉਹਨਾਂ ਨੇ ਕੀ ਪ੍ਰਪੋਜ਼ਲ ਕੀਤੇ ਤੇ ਕੀ ਹਿੰਮਤ ਕੀਤੀ ਤੇ ਕਿਹੜੇ ਬੰਦੇ ਇਹਦੇ ਵਿੱਚ ਉਹਨਾਂ ਨੇ ਅੱਗੇ ਪਾ ਕੇ ਇਸ ਚੀਜ਼ ਨੂੰ ਨਜਿੱਠਣ ਦੀ ਕੋਸ਼ਿਸ਼ ਕੀਤੀ। ਨਿਰਭਉ ਬਾਈ, ਚਾਹੇ ਤੁਸੀਂ ਵੀ ਗੱਲ ਵੀ ਕਿਹੜੇ ਬੰਦੇ ਵਿੱਚ ਪਾ ਕੇ ਅੱਗੇ ਨਜਿੱਠਣ ਦੀ ਕੋਸ਼ਿਸ਼ ਕੀਤੀ ਆ ਜਨਵਰੀ ਤੋਂ ਬਾਅਦ। ਮੈਂ ਬੱਲ ਬਾਈ ਖੁਦ ਕਹਿਣਾ ਬਈ ਉਹਨਾਂ ਦੀ ਚਰਚਾ ਹੋਣੀ ਚਾਹੀਦੀ ਹੈ। ਉਹ ਕਿਸੇ ਦੇ ਜਿਹੜੇ ਬਾਹਲੇ ਮੂਹਰੇ ਬੰਦੇ ਨੇ, ਉਹ ਕਿਸੇ ਕਰਮ ਦੇ ਨਹੀਂ ਹੈਗੇ। ਮੋਰਚਾ ਉਹਨਾਂ ਦੀ ਬਸੋਂ ਬਾਹਰ ਆ। ਉਹ ਵਿਕੇ ਵੀ ਹੋਏ ਨੇ ਵਿੱਚੋਂ ਥੋੜੇ ਬੰਦੇ ਸਹੀ ਨੇ, ਮੈਂ ਖੁਦ ਕਹਿਣਾ ਚੀਜ਼ ਨੂੰ। ਪਰ ਗੱਲ ਆਖਰ ਨੂੰ ਅਸੀਂ ਜਵਾਬ ਉਹਨਾਂ ਨੂੰ ਭੰਡ ਕੇ ਸਾਨੂੰ ਗੌਰਮੈਂਟ ਤੋਂ ਵੀ ਜਵਾਬ ਚਾਹੀਦਾ ਵੀ ਉਹ ਕੀ ਕਰ ਰਹੇ ਨੇ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਨਜਿੱਠਣ ਲਈ। ਮੈਂ ਜੋ ਕਹਿ ਰਿਹਾ था ਪਹਿਲਾਂ ਵੀ ਲਾਸਟ ਵੀ ਕਿਸਾਨ ਮਹਾਪੰਚਾਇਤ ਜਿਹੜੀਆਂ ਪਿੰਡ ਜਾ ਕੇ ਮਹਾਪੰਚਾਇਤਾਂ ਕਰਿਆ ਕਰਦੇ, ਉਹਨਾਂ ਨੇ ਐਫੀਡੇਵਿਟ ਦਿੱਤਾ ਸੁਪਰੀਮ ਕੋਰਟ 'ਚ। ਉਹਨੇ ਇਹ ਬੋਲਿਆ
ਵੀ ਜਿਹੜੇ ਗਰੁੱਪ ਆਫ ਫਾਰਮਰਸ ਜਿਹੜੇ ਬੈਠੇ ਨੇ ਜਿਹਨੇ ਬਲੌਕ ਕੀਤਾ ਵਾ ਦਿੱਲੀ ਦੀਆਂ ਜਿਹੜੀ ਰੋਡ ਜਾ ਰਹੀਆਂ, ਉਹ ਉਹਨਾਂ ਦੇ ਪਾਰਟ ਨਹੀਂ ਹੈ। ਕੋਈ ਵੀ ਐਕਟੀਵਿਟੀ ਜਿਹੜੀ ਫਾਰਮਰਸ ਕਰ ਰਹੇ ਹੈ ਉਹਨਾਂ ਦੇ ਉਹ ਪਾਰਟ ਨਹੀਂ ਹੈ। ਕਿਸਾਨ ਮਹਾਪੰਚਾਇਤ ਨੇ ਇਹ ਐਫੀਡੇਵਿਟ ਦਿੱਤਾ ਸੁਪਰੀਮ ਕੋਰਟ 'ਚ। ਤਾਂ ਇਹਦਾ ਕੀ ਮਤਲਬ ਹੈ ਫਿਰ? ਹਾਂਜੀ, ਮੈਂ 30 ਸਕਿੰਟ ਹੀ ਲੈਣੇ ਆ। ਮੈਂ ਇੱਕ ਅਪਡੇਟ ਦੇਣੀ ਆਪਣੇ ਜਿਹੜੇ ਆ ਨਾ, ਸਵੇਰੇ ਜਿਹੜਾ ਕੁਐਸਚਨ ਹੋਇਆ ਸੀ, ਥੋੜੀ ਵਿਸ਼ੇ ਤੋਂ ਹਟ ਕੇ ਗੱਲ ਆ, ਅਪਡੇਟ ਹੀ ਆ ਸਿਰਫ ਆਪਣੇ ਭਰਾਵਾਂ ਨੂੰ। ਉਹ ਆਪਣੇ ਬਰਾੜ ਬਾਈ, ਸੁਖਵੰਤ ਬਰਾੜ ਬਾਈ, ਉਹ ਬੰਦੇ ਥੋੜੇ ਜਿਹਾ ਮਿਸਅੰਡਰਸਟੈਂਡਿੰਗ ਸੀ ਜਾਂ ਕੁਛ ਲਾ ਲਓ ਹਨਾ, ਤੇ ਉਹ ਬੰਦਾ ਥੋੜਾ ਜਿਹਾ ਹਾਈਪਰ ਹੋ ਗਿਆ ਜਾਂ ਕਿਵੇਂ ਹਨਾ, ਜੋ ਵੀ ਘਟਨਾਕ੍ਰਮ ਵਾਪਰਿਆ ਉੱਥੇ ਯੂਪੀ 'ਚ, ਤੇ ਉਹਦੇ ਕਰਕੇ ਉਹ ਕਹਿੰਦਾ ਵੀ ਮੈਂ ਬਲੌਕ ਕਰਤਾ ਸਾਰਿਆਂ ਨੂੰ ਜਾਂ ਕਿੱਦਾਂ। ਤੇ ਉਹ ਆਪਣੇ ਕਿਸੇ ਖਾਸ ਮਿੱਤਰ ਨਾਲ ਗੱਲ ਹੋਈ ਆ ਤੇ ਉਹਨੇ ਦੱਸਿਆ ਸਾਰਾ ਕੁਛ। ਤੇ ਬਾਈ ਇੱਕ ਬੇਨਤੀ ਆ, ਜਗਸੀਰ ਜਿੰਨਾ ਟਾਈਮ ਉਹ ਵਧੀਆ ਗੱਲਬਾਤ ਕਰਦਾ ਹਨਾ, ਆਪਾਂ ਨੂੰ ਕੋਈ ਮਾੜਾ ਚੰਗਾ ਨਹੀਂ ਬੋਲਦਾ। ਆਪਾਂ ਨੂੰ ਪਤਾ ਉਹ ਕਿਰਤੀ ਕਿਸਾਨ ਯੂਨੀਅਨ ਦਾ ਉਹਦਾ ਬਾਪੂ ਬੈਠਾ ਜਾਂ ਕਿਵੇਂ ਉਹਦਾ ਮੁੰਡਾ ਉਹ। ਤੇ ਇੱਕ ਬੇਨਤੀ ਆ ਕਿ ਉਹਨੂੰ ਜਿੰਨਾ ਟਾਈਮ ਉਹ ਅਗਲਾ ਮੂਹਰਿਓਂ ਨਹੀਂ ਬੋਲਦਾ, ਆਪਾਂ ਵੀ ਉਹਨਾਂ ਵਧੀਆ ਭਾਸ਼ਾ 'ਚ ਹੀ ਗੱਲ ਕੀਤੀ ਜਾਵੇ, ਇਹ ਬੇਨਤੀ ਆ। ਤੇ ਇਹ ਅਪਡੇਟ ਸੀਗੀ ਆਪਣੇ ਇੱਕ ਭਰਾ ਨਾਲ ਹੁਣੀ ਗੱਲ ਹੋ ਕੇ ਹਟੀ ਆ। ਤੇ ਉਹ ਜਿਹੜਾ ਬੰਦਾ ਜਿਹਨੇ ਮਿਹਣਾ ਮਾਰਿਆ ਸੀ ਸੁਖਵੰਤ ਬਰਾੜ ਬਾਈ ਤੁਹਾਨੂੰ, ਉਹ ਥੋੜਾ ਉਹ ਹਾਈਪਰ ਹੋਇਆ ਸੀ ਬੰਦਾ। ਤੇ ਉਹ ਦੁਪਹਿਰੇ ਗੱਲਬਾਤ ਉਹਨੇ ਆਪਣੇ ਜਿਹੜਾ ਦੂਜਾ ਭਰਾ ਆ ਉਹਨਾਂ ਕੀਤੀ, ਤੇ ਉੱਥੋਂ ਗੱਲਬਾਤ ਪਤਾ ਲੱਗੀ ਸਾਰੀ। ਮੇਰੀ ਇਹੀ ਅਪਡੇਟ ਸੀਗੀ ਜੀ। ਠੀਕ ਹੈ ਰਾਜ ਬਾਈ, ਕੋਈ ਗੱਲ ਨੀ, ਆਪਾਂ ਨੂੰ ਵੀ ਕੋਈ ਨਹੀਂ ਆ, ਚਲੋ ਉਹਨੇ ਕੀਤਾ ਆਪਾਂ ਕੀਤਾ। ਪਰ ਯਾਰ ਮੈਨੂੰ ਇੱਕ ਗੱਲ ਦੱਸੋ ਮੇਰੇ ਵੀਰ, ਯਾਰ ਸਾਰੇ ਮੈਨੂੰ ਉਹਦੇ ਨਾਲ ਨਹੀਂ, ਮੈਨੂੰ ਸਵੇਰੇ ਨਾ ਉਹ ਜਿਹੜੀ ਜਗਸੀਰ ਦੀ ਗੱਲ ਮੈਂ ਪਹਿਲੀ ਵਾਰੀ ਦੇਖਿਆ ਕੌਣ ਆ ਕੀ, ਅੱਜ ਹੁਣ ਤੁਹਾਡੇ ਤੋਂ ਪਤਾ ਲੱਗਾ, ਮੈਂ ਨਹੀਂ ਜਾਣਦਾ ਸੀ ਨਾਮ, ਮੇਰੇ ਖਿਆਲ ਬੱਲ ਬਾਈ ਨਹੀਂ ਜਾਣਦਾ, ਬਲਵੀਰ। ਸਵੇਰੇ ਉਹ ਨਾਲ ਪਹਿਲੀ ਵਾਰੀ ਗੱਲ ਹੋਈ, ਯਾਰ ਤੁਸੀਂ ਹੁਣ ਸਾਰੇ ਕਲੱਬ ਹਾਊਸ ਦੀ ਧਿਰ ਕਿਉਂ ਬਣਾਇਆ ਹੋਇਆ? ਉਹਦੇ ਕੋਲੇ ਕੀ ਅਥਾਰਟੀ ਆ ਵੀ ਜਿਹਦੇ ਕਰਕੇ ਉਹਨੂੰ ਸਵਾਲ ਕਰਕੇ ਤੇ ਤੁਸੀਂ ਉਹਦਾ ਹੱਲ ਕਢਾਓਗੇ? ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਸਾਡੀ ਤਰਾਸਦੀ ਆ, ਅਸੀਂ ਧੂਈ ਉਹਨੂੰ ਫਿਰਦੇ ਹੁੰਦੇ ਆ ਗੇਂਦ ਬਣਾ ਕੇ, ਵੀ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਕੰਮ ਨਾਲ, ਜਾਂ ਜਿਹੜਾ ਕੁਛ ਕਰ ਹੀ ਨਹੀਂ ਸਕਦਾ ਹੁੰਦਾ। ਮੈਂ ਤਾਂ ਇਹ ਪੁੱਛਦਾ ਆ। ਬਰਾੜ ਬਾਈ ਉਹ ਵੀ ਵਿੱਚ ਵਿਚਾਲੇ ਉਹ ਵੀ ਸਵਾਦ ਲੈਂਦਾ ਫਿਰਦਾ ਨਾ, ਇਹ ਲਾ ਲਓ ਵੀ ਉਹ ਬਸ ਫਿਰ ਗੱਲ ਇਹ ਆ, ਉਹ ਪੁੱਛਣ ਜਾਂ ਚਾਹੁੰਦਾ ਵੀ ਮੈਂ ਆ, ਬਸ ਮੇਰੀ ਬੜੀ ਪੁੱਛ ਦੱਸ ਆ, ਫਲਾਣ ਆ। ਥੋੜਾ ਜਿਹਾ ਉਹ ਵੀ ਚਾਹੁੰਦਾ ਹੈ ਨਾ। ਸਾਡੇ ਵਾਲੇ ਵਿੱਚੋਂ ਜਿਹੜੇ ਉਹਨੂੰ ਸੱਦਦੇ ਆ, ਉਹਦੇ ਚ 3 ਤਾਂ ਹੁੰਦੇ ਵੀ ਇਹਦੀ ਮਾਂ ਭੈਣ ਇੱਕ ਕਰਾਉਣੇ ਆ ਹੁਣ ਇੱਥੇ ਲੋਕਾਂ ਤੋਂ, ਉਹ ਸਵਾਦ ਲੈਣ ਉਹ ਸੱਦਦੇ ਆ, ਜਿਹੜੀ ਸੱਚਾਈ ਆ ਹੁੰਦੀ ਆ। ਸੋ ਗੱਲ ਇਹ ਆ ਵੀ ਜਿੱਥੇ ਜਿਹੜੇ ਅਸੀਂ ਹੁਣ ਗੱਲ ਤਾਂ ਸੈਂਟਰ ਲੈਵਲ ਦੀ ਘਮਾਈ ਫਿਰਦੇ ਆ ਗੇਂਦ ਬਣਾ ਕੇ ਉਹਨੂੰ, ਬਸ ਸਵਾਲ ਕਰੋ ਜਿਹਨੂੰ ਸਵਾਲ ਕਰੋ, ਸਵਾਲ ਕਰਨ ਨੂੰ ਉਹਦੇ ਕੋਲੇ ਕੀ ਹੈ, ਕੀ ਕਰ ਦੂ, ਕੀ ਦੇ ਦੂ ਤੁਹਾਨੂੰ ਉਹ। ਬਰਾੜ ਸਾਹਿਬ ਸਵੇਰੇ ਡਿਬੇਟ ਹੋਈ ਸੀ ਇਹਦੇ ਵਿੱਚ, ਜੇ 2 ਮਿੰਟ ਹੈਗੇ ਤਾਂ। ਚੱਕਰ ਇਹ ਆ ਵੀ ਉਹ ਜਦੋਂ ਵੀ ਆਉਂਦਾ ਬਾਈ ਇੱਥੇ ਨਾ ਜਗਸੀਰ, ਉਹ ਹਰੇਕ ਵਾਰ ਆ ਕੇ ਉਹਨਾਂ ਕਾਮਰੇਡਾਂ ਦੀ ਉਹ ਤਾਰੀਫਦਾਰੀ ਕਰਦਾ। ਉਹ ਦੇਖੋ ਇਹ ਸਾਰਿਆਂ ਨੂੰ ਸਾਨੂੰ ਹੁਣ ਤੱਕ ਪਤਾ, ਆਪਾਂ ਇੰਨੇ ਬੰਦੇ ਬੈਠੇ ਆ, ਸ਼ਾਇਦ ਮੈਂ ਗਲਤ ਵੀ ਹੋ ਸਕਦਾ, ਤੁਸੀਂ ਬੜੇ ਭਾਈ ਮੇਰੇ ਬਈ, ਇਸ ਲੈਕ ਆਫ ਲੀਡਰਸ਼ਿਪ, ਇਹ ਤਾਂ ਸਾਨੂੰ ਡਿਕਲੇਅਰ ਗੱਲ ਹੁਣ ਤੱਕ ਹੋ ਚੱਕੀ ਆ, ਇੱਕ ਲੀਡਰਸ਼ਿਪ ਦੀ ਘਾਟ ਹੀ ਆ ਵੀ ਜਿਹੜਾ ਕਿਸਾਨ ਮੋਰਚਾ ਬਹੁਤ ਵੱਡਾ ਸੀ ਉਹਨਾਂ ਤੋਂ ਸਾਂਭਿਆ ਨਹੀਂ ਗਿਆ। ਠੀਕ ਹੈ ਨਾ। ਅੱਜ ਤੋਂ 4 ਦਿਨ ਪਹਿਲਾਂ ਉਹਨੇ ਇੱਥੇ ਆ ਕੇ ਇਹ ਗੱਲ ਕਹੀ ਵੀ ਜਿਹੜੇ NRI ਬਾਹਰ ਬੈਠੇ ਆ ਇਹ ਐਵੇਂ ਰੌਲਾ ਪਾਈ ਜਾਂਦੇ ਆ। ਉਹਨੇ ਗੱਲ ਕਹੀ, ਉਹਨਾਂ ਗੱਲ ਕਰੇ ਸਾਡੇ ਨਾਲ, ਮੁੜ ਕੇ ਕਹਿੰਦਾ ਵੀ NRI ਕਿਸੇ ਬੰਦੇ ਨੇ ਵੀ ਕਿਸੇ ਜਥੇਬੰਦੀ ਨੂੰ ਪੈਸਾ ਨਹੀਂ ਭੇਜਿਆ, ਇਹ ਝੂਠ ਬੋਲਦੇ ਆ। ਠੀਕ ਆ। ਮੁੜ ਕੇ 3 ਤੇ ਉਹ ਆ ਕੇ ਉਹਨੇ ਇਹ ਗੱਲ ਕਹੀ ਵੀ ਜਿਹੜਾ ਦੀਪ ਸਿੱਧੂ ਸੀਗਾ, ਅਸੀਂ ਜਿਹੜੀ ਉਹ ਜਥੇਬੰਦੀ ਨੂੰ, ਜਿਹੜਾ ਦੀਪ ਸਿੰਘ ਵਾਲਾ ਆ ਸਮਥਿੰਗ ਜਥੇਬੰਦੀ, ਵੀ ਮੇਰੇ ਡੈਡੀ ਹੁਣੀ ਉੱਥੇ ਪ੍ਰਧਾਨ ਆ, ਅਸੀਂ ਤਾਂ ਉਹਦੀ ਫੁੱਲ ਸਪੋਰਟ ਕਰਦੇ ਆ। ਅੱਜ ਫਿਰ ਸ਼ਾਮੀ ਉੱਥੇ ਗੱਲ ਹੋਈ, ਉਹ ਵਿੱਚ 1-2 ਬਾਈ ਸੀ ਉਹਦੀ ਸਪੋਰਟ ਤੇ ਆਏ, ਉਹ ਕਹਿੰਦੇ ਵੀ ਦੀਪ ਫਿਰ ਦਿੱਲੀ ਨਹੀਂ ਜਾਂਦਾ। ਅਸੀਂ ਕਿਹਾ ਵੀ ਦਿੱਲੀ ਦੀਪ ਚੱਲ ਜਾਂਦਾ ਆ, ਫਿਰ ਏਦਾਂ ਕਰੋ ਵੀ ਜਿਹੜੀਆਂ ਜਥੇਬੰਦੀਆਂ ਜੇ ਉੱਥੇ ਜਾਊਗਾ ਉਹਦੇ ਵਿਰੋਧ ਕਰਨ ਦੀ ਬਜਾਏ ਉਹਦੀ ਸਪੋਰਟ ਕਰਨਗੇ। ਸੋ ਉਹ ਬੰਦਾ ਅਸਲ ਵਿੱਚ ਆ ਕੇ ਇੱਥੇ ਜਦੋਂ ਵੀ ਆਉਂਦਾ ਇੱਥੇ ਪੈਰਵਾਈ ਕਰਦਾ। ਉਹ ਹੀ ਇਜ਼ ਨਥਿੰਗ, ਹੀ ਇਜ਼ ਐਕਚੁਅਲੀ ਨਥਿੰਗ। ਅੱਜ ਵੀ ਇੱਥੇ ਕਾਫੀ ਬੰਦੇ ਜੇ ਵੀਰ ਉੱਥੇ ਵਿੱਚ ਆਪਣੇ ਹੋਣਗੇ, ਸੁਣਦੇ ਵੀ ਹੋਣਗੇ। ਅੱਜ ਉਹਨੂੰ ਮੈਂ ਇਹ ਕੁਐਸਚਨ ਕੀਤਾ ਸੀ ਬਾਈ ਨੂੰ, ਉਹਨੂੰ ਅੱਧੀਆਂ ਗੱਲਾਂ ਦਾ ਪਤਾ ਹੀ ਨਹੀਂ ਵੀ ਉੱਥੇ ਨਿਊਜ਼ ਕੀ ਚੱਲ ਰਹੀ ਆ। ਜਿਹੜੀ ਗੁਰਦਾਸਪੁਰ ਮਹਾਪੰਚਾਇਤ ਹੋਈ ਆ, ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਵੀ ਉੱਥੇ ਮਹਾਪੰਚਾਇਤ ਵੀ ਹੋਈ ਆ। ਨਰਿੰਦਰ ਬਾਈ, ਹਾਂਜੀ ਇੱਥੇ ਆ ਕੇ ਝੂਠ ਵੀ ਬਾਈ ਉਹ ਟੱਟੀ ਛੱਡਦਾ। ਤਾਂ ਦੇਖੋ ਜਦੋਂ ਏਦਾਂ ਆ ਆਪਣੇ ਰਾਜ ਬਾਈ, ਚੱਕਰ ਇਹ ਆ ਵੀ ਦੇਖੋ ਜਦੋਂ ਆਪਣੇ ਬੰਦਿਆਂ ਨੂੰ ਜਿਹਨਾਂ ਨੂੰ ਦੁੱਖ ਆ, ਸਾਡੇ ਉੱਥੇ ਵੀਰ ਬੈਠੇ ਆ, ਠੀਕ ਹੈ ਨਾ। ਉਹ ਆਪਾਂ ਨੂੰ ਇਹ ਨੀਗਾ ਹੈਗਾ ਵੀ ਉਹ ਸਿੱਖ ਆ ਜਾਂ ਕਿਸੇ ਵੀ ਕੌਮ ਨਾਲ, ਉਹ ਹਿੰਦੂ ਆ, ਕੋਈ ਵੀ ਬੈਠਾ। ਜਿਹੜਾ ਕਿਸਾਨ ਮੋਰਚਾ ਇੱਕ ਸਾਂਝਾ ਮੋਰਚਾ, ਉਹ ਬੈਠੇ ਆ। ਜਦੋਂ ਦੂਏ ਬੰਦੇ ਤਰਫਦਾਰੀ ਆ ਕੇ ਆਪਣੀ ਲੀਡਰਸ਼ਿਪ ਦੀ ਘਾੜ ਨੂੰ ਇਹ ਦਰਸਾ ਰਹੇ ਨੇ ਆ ਕੇ ਵੀ ਹਾਂ ਵੀ ਬਈ ਵੀ ਸਾਡੇ ਬੰਦੇ ਲੀਡਰਸ਼ਿਪ ਸਾਡੀ ਸਹੀ ਆ ਤਾਂ ਬਾਕੀ ਬੰਦੇ ਗਲਤ ਆ, ਫਿਰ ਇਹ ਤਾਂ ਗਲਤ, ਉਸ ਚੀਜ਼ ਦਾ ਕ੍ਰਿਟੀਸਾਈਜ਼ ਹੋਣਾ ਹੀ ਹੋਣਾ ਹੈ ਇੱਥੇ। ਠੀਕ ਹੈ ਨਾ।
ਉਹਨੂੰ ਹਾਂ ਕਹੋ ਵੀ ਹਾਂਜੀ ਉਹ ਹੀ ਹਾਂਜੀ ਇਜ਼ ਬਾਈ। ਨਥਿੰਗ, ਉਹ ਤਿੰਨਾਂ ਨਾਲ ਤੇਰਾਂ ਜਦੋਂ ਚ ਬਾਈ ਉਹਨੂੰ ਕੱਖ ਨਹੀਂ ਪਤਾ ਉਹਨੂੰ ਯਾਰ, ਉਹ ਜਦੋਂ ਗੱਲਾਂ ਤੁਸੀਂ ਕਰਦਾ ਬੱਚਾ। ਆਹ ਗੱਲ ਕਰ ਰਹੇ ਸੀ, ਮੈਂ ਵੀ ਉੱਥੇ ਥੋੜੇ ਟਾਈਮ ਲਈ ਆਇਆ ਸੀ ਤੇ ਉਹਨੂੰ ਅੱਧੇ ਤੋਂ ਵੱਧ ਅਪਡੇਟ ਹੈ ਨਹੀਂ ਸੀ। ਐਨੀਵੇ ਆਪਾਂ ਵਿਸ਼ੇ ਤੋਂ ਭਟਕੀਏ ਨਾ, ਆਪਾਂ ਬਾਕੀ ਜਿਹੜੇ ਬੁਲਾਰੇ ਆਪਣੇ ਗੱਲਬਾਤ ਕਰ ਰਹੇ ਸੀ ਉਹ ਜਾਰੀ ਰੱਖਣ ਆਪਣੀ। ਹਾਂਜੀ ਹਾਂਜੀ, ਗੁੱਡ, ਥੈਂਕ ਯੂ। ਹਾਂਜੀ ਸਿੱਧੂ ਵੀਰੇ, ਜਸਮੀਤ ਵੀਰੇ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਨਹੀਂ ਨਹੀਂ ਬਾਈ, ਮੈਂ ਸ਼ਰਨ ਬੋਲਦਾ ਸੀ। ਹਾਂਜੀ ਵੀਰੇ, ਕੁਝ ਕਹਿੰਦੇ ਸੀ, ਮੈਂ ਉਦੋਂ ਵਿੱਚ ਮੈਂ ਕੱਟ ਹੋ ਗਈ ਸੀ ਗੱਲ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਟੋਨੀ ਬਲ ਬਾਈ ਜੀ ਨੂੰ ਮੈਂ ਇਕੱਲਿਆਂ ਨੂੰ ਜਾਣਦਾ, ਮੇਰੇ ਖਿਆਲ ਨਾਲ ਬਾਕੀ ਗਰੁੱਪ 'ਚ ਨਹੀਂ। ਟੋਨੀ ਬਾਈ ਜੀ, ਮੈਂ ਹਰਦੀਪ ਸ਼ਰਮਾ ਬਠਿੰਡਾ ਤੋਂ। ਸਤਿ ਸ਼੍ਰੀ ਅਕਾਲ ਹਰਦੀਪ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਭ ਤੋਂ ਵੱਡੀ ਗੱਲ ਮੈਂ ਸਾਰੇ ਵੀਰਾਂ ਨੂੰ ਦੱਸ ਦੇਣਾ ਚਾਹਣਾ, ਬਾਅਦ 'ਚ ਤੁਸੀਂ ਕਹੋ ਬੀਜੇਪੀ ਦਾ ਬੰਦਾ RSS ਦਾ ਬੰਦਾ ਵਿੱਚ ਵੜ ਗਿਆ ਜਾਂ ਅੰਧ ਭਗਤ ਵਿੱਚ ਵੜ ਗਿਆ, ਕੁਝ ਵੀ ਹੋ ਸਕਦਾ, ਮਤਲਬ ਬਾਅਦ ਦੀ ਵਰਡਿੰਗ ਹੁੰਦੀ ਆ। ਮੈਂ ਬੀਜੇਪੀ ਦਾ ਪੰਜਾਬ ਦਾ ਇੱਕ ਅਹੁਦੇਦਾਰ ਆ ਵੀਰੇ, ਸਾਰਿਆਂ ਨੂੰ ਕਹਿ ਰਿਹਾ ਮੈਂ ਬੜੀ ਸਾਫ਼ ਜੀ ਗੱਲ ਕਰਨ ਲੱਗਿਆ, ਬੜੀ ਨਿਰਪੱਖ ਜੀ ਗੱਲ ਕਰਨ ਲੱਗਿਆ। ਮੈਂ ਖੁਦ ਕਿਸਾਨ ਹਾਂ, 12-13 ਕਿੱਲੇ ਜ਼ਮੀਨ ਹੈ ਕੋਟਕਪੂਰਾ ਦੇ ਨਾਲ। ਜਿੰਨਾ ਵੀ ਸਾਰਾ ਸਿਨੈਰੀਓ ਹੁਣ ਤੱਕ ਜੋ ਬਣਿਆ, ਉਹਦੇ ਵਿੱਚ ਨੁਕਸਾਨ ਕੁੱਲ ਮਿਲਾ ਕੇ ਸਾਡੇ ਦੇਸ਼ ਦਾ, ਸਾਡੀ ਜਨਤਾ ਦਾ, ਸਾਡੇ ਕਿਸਾਨਾਂ ਦਾ ਵੀ ਹੋਇਆ। ਜਿਹੜੀਆਂ ਮੌਤਾਂ ਹੋਈਆਂ ਉਹ ਬੜੀਆਂ ਮੰਦਭਾਗੀਆਂ। ਹਾਲਾਂਕਿ ਜੇ ਆਪਾਂ ਵੈਸੇ ਵੀ ਮੌਤ ਦਰ ਦੀ ਗੱਲ ਕਰੀਏ ਤਾਂ ਉਹ 6-7% ਆਮ ਆਪਣੇ ਹੈਗੀ ਹੈ ਜੋ ਕੱਢੀ ਜਾਂਦੀ ਹੈ, ਪਰ ਫਿਰ ਵੀ ਚਲੋ ਉੱਥੇ ਬੈਠਿਆਂ ਦਾ ਹੋ ਜਾਣਾ, ਉਹਨਾਂ ਦਾ ਸ਼ਹੀਦ ਕਹਿ ਲਓ, ਉਹਨਾਂ ਨੂੰ ਆਪਾਂ ਸ਼ਹੀਦੀ ਦਾ ਉਹ ਦਿੰਦੇ ਹਾਂ। ਮੈਂ ਵੀ ਕਿਸਾਨ ਹੋਣ ਦੇ ਨਾਤੇ ਇਹਨਾਂ ਨੂੰ ਕਹੂੰਗਾ ਕਿ ਆਪਣੇ ਉਹ ਸ਼ਹੀਦ ਹੋਏ ਆ, ਉਹ ਵੀ ਬੜੀਆਂ ਮੰਦਭਾਗੀਆਂ ਮੌਤਾਂ ਹੋਈਆਂ। ਜਿਹੜੀਆਂ ਕੱਲ ਲਖੀਮਪੁਰ ਖੀਰੀ ਵਾਲੇ ਤੱਕ ਕੇਸ ਤੱਕ ਜੋ ਮੈਟਰ ਸੀ, ਉਹ ਬੜਾ ਸਾਰਾ ਕੁਝ ਬੜਾ ਮਤਲਬ ਇੱਕ ਚੰਗੇ ਤੇ ਸਿਵਲਾਈਜ਼ਡ ਕੋਈ ਕੰਟਰੀ ਕਹਿ ਲਓ, ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਅਸਲ ਦੇ ਵਿੱਚ ਇਹ ਸਾਰੇ ਮੁੱਦੇ ਦੇ ਪਿੱਛੇ ਮੈਂ ਟੋਨੀ ਬਲ ਬਾਈ ਜੀ ਨੂੰ ਵੀ ਸੁਣੀ ਜਾਂਦਾ ਕਾਫੀ ਦੇਰ ਦਾ, ਇੱਕ ਹੋਰ ਬਾਈ ਜੀ ਮੇਰੇ ਖਿਆਲ ਨਾਲ ਬੱਲ ਬਾਈ ਜੀ ਸ਼ਾਇਦ ਤੇ ਬੱਬੂ ਬਾਈ ਜੀ ਬੋਲੇ ਸੀ, ਸਾਰਿਆਂ ਦੇ ਵਿਚਾਰ ਸੁਣੇ। ਮੈਨੂੰ ਲੱਗਦਾ ਵੀ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਹੈ। ਮੈਂ ਕਿਤੇ ਨਾ ਕਿਤੇ ਇਸ ਗੱਲ ਨਾਲ ਸਹਿਮਤ ਹਾਂ ਕਿ ਇਹਦਾ ਜਿਹੜਾ ਸੋਲੂਸ਼ਨ ਉਹ ਜਲਦੀ ਨਿਕਲ ਜਾਣਾ ਚਾਹੀਦਾ ਸੀ ਪਹਿਲਾਂ ਵੀ, ਜਾਂ ਹੁਣ ਵੀ ਕਿਸੇ ਨਾ ਕਿਸੇ ਢੰਗ ਨਾਲ ਕੱਢ ਲਿਆ ਜਾਵੇ। ਪਰ ਸਾਡੀਆਂ ਕਿਸਾਨ ਜਥੇਬੰਦੀਆਂ ਅੱਜ ਇਹ ਨਹੀਂ ਕੱਢਣਾ ਚਾਹੁੰਦੀਆਂ। ਹੁਣੇ 5 ਮਿੰਟ ਪਹਿਲਾਂ ਇੱਕ ਵੀਰ ਬੋਲ ਰਿਹਾ ਸੀ ਕਿ ਦੱਸੋ ਜੀ ਕੀ ਕੋਸ਼ਿਸ਼ ਕੀਤੀ ਇਹਨਾਂ ਨੇ, ਮਤਲਬ ਜਨਵਰੀ ਤੋਂ ਬਾਅਦ, ਹਨਾ। ਟੇਬਲ ਟਾਕ ਲਈ ਕਿੰਨੇ ਵਾਰੀ ਬੁਲਾ ਲਿਆ ਉਹਨਾਂ ਨੇ, ਕਿੱਦਾਂ ਮੈਸੇਜ ਭੇਜਣ, ਕੀ ਉਹ ਖੁਦ ਚੱਲ ਕੇ ਆ ਜਾਣ ਜਾਂ ਕਿ ਅਸੀਂ ਲੋਕ ਜਾਈਏ ਇਹਨਾਂ ਕੋਲੇ ਕਹੀਏ, ਜਾਂ ਕਿਵੇਂ ਕਰੀਏ? ਤੁਹਾਡੇ ਕੀ ਵਿਚਾਰ ਹੈ ਇਸ ਵਿਸ਼ੇ 'ਚ ਵੀ ਕਿਵੇਂ ਇਹਨਾਂ ਨੂੰ ਬਿਠਾ ਕੇ ਇਹਨਾਂ ਦੀ ਸੈਟਲਮੈਂਟ ਹੋ ਸਕਦੀ ਹੈ, ਕਿਹੜੇ ਬੰਦੇ ਨੂੰ ਵਿੱਚ ਪਾਇਆ ਜਾ ਸਕਦਾ ਹੈ? ਤੁਹਾਡੇ ਆਪਦੇ ਕੀ ਵਿਚਾਰ, ਤੁਹਾਨੂੰ ਕੀ ਲੱਗਦਾ ਹੈ? ਆਪਣੇ ਲੀਡਰਸ ਮੰਨ ਲਿਆ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰਸ ਹੈ ਉਹ ਵੀ ਨਿਕੰਮੇ ਹੈ, ਤੇ ਦੂਸਰੇ ਵੀ ਆਪਾਂ ਮੰਨ ਲਿਆ ਕਿ ਸਾਰੇ ਨਿਕੰਮੇ ਆ। ਇਹਦਾ ਹੱਲ, ਇਹਦਾ ਸੋਲੂਸ਼ਨ ਕੀ ਨਿਕਲ ਸਕਦਾ? ਮੈਂ ਜਿਹੜੇ ਵੀਰ ਜੀ ਕਹਿ ਰਹੇ ਸੀਗੇ ਕਿ ਕਿਸ ਨੇ ਬੁਲਾਇਆ ਨਹੀਂ ਜਾਂ ਪਹੁੰਚ ਨਹੀਂ ਕੀਤੀ ਆਪਣੇ ਕਿਸਾਨਾਂ ਨੇ ਸਹੀ ਢੰਗ ਨਾਲ, ਮੈਂ ਉਸ ਭਾਜੀ ਤੋਂ ਇਹਦਾ ਜਵਾਬ ਲੈਣਾ ਚਾਹੂੰਗਾ। ਸੌਰੀ, ਉਹ ਬੱਲ ਜਾਂ ਬੱਬੂ ਭਾਜੀ ਮੇਰੇ ਖਿਆਲ ਨਾਲ ਹੋਣਗੇ, ਪਲੀਜ਼ ਇੱਕ ਵਾਰੀ ਦੱਸੋ। ਹਾਂਜੀ ਸ਼ਰਮਾ ਜੀ, ਮੈਂ ਉਹ ਗੱਲ ਮੈਂ ਕਹੀ ਸੀਗੀ ਉਹਦੇ ਵਿੱਚ ਵੀਰ ਜੀ। ਗੱਲ ਇਹ ਆ, ਇਹ ਤਾਂ ਆਪਾਂ ਨੂੰ ਪਤਾ ਵੀ ਗੌਰਮੈਂਟ ਕੋਲੇ ਬਹੁਤ ਤਕੜੇ ਪਲਾਨਸ ਹੁੰਦੇ ਨੇ। ਆਪਾਂ ਇਹ ਵੀ ਮੈਂ ਖੁਦ ਮੰਨਦਾ ਇਹ ਬਈ ਜਿਹੜੀਆਂ ਜਥੇਬੰਦੀਆਂ ਦੇ ਮੂਹਰਲੇ ਮੇਨ ਆਗੂ ਸੀਗੇ, ਉਹਨਾਂ ਦੇ ਬਸ ਦੀ ਗੱਲ ਨਹੀਂ ਰਹੀ ਹੈਗੀ ਬਿਲਕੁਲ। ਉਹ ਇਸ ਚੀਜ਼ ਨੂੰ ਲੰਬਾ ਖਿੱਚਣਾ ਚਾਹੁੰਦੀਆਂ ਨੇ, ਜਾਂ ਉਹਨਾਂ ਤੇ ਆਪਾਂ ਜੋ ਮਰਜ਼ੀ ਉਹਨਾਂ ਨੂੰ ਕਹਿ ਦਈਏ ਵੀ ਚਾਹੇ ਉਹ ਵਿਕੇ ਹੋਏ ਨੇ, ਬਿਲਕੁਲ ਵਿਕੇ ਵੀ ਹੋਏ ਨੇ, ਉਹ ਲਾ ਦੋ। ਉਹ ਤੋਂ ਸਾਰਿਆਂ ਤੋਂ ਹਟ ਕੇ ਇੱਕ ਜੋ ਮੇਨ ਗੱਲ ਇਹ ਆ ਬਈ ਗੌਰਮੈਂਟ ਦੇ ਕੋਲੇ ਹਰ ਚੀਜ਼ ਦਾ ਪਲਾਨ ਹੁੰਦਾ, ਉਹਨਾਂ ਕੋਲੇ ਪਲਾਨ ABC ਸਾਰੇ ਹੁੰਦੇ ਨੇ। ਉਹਨਾਂ ਦਾ ਵੀ ਜ਼ਖਮ ਖੁੱਲਾ ਛੱਡਿਆ। ਜੇ ਕਿ ਨਾ ਜਥੇਬੰਦੀਆਂ ਵੀ ਮੁਕਾਉਣਾ ਨਹੀਂ ਚਾਹੁੰਦੀਆਂ ਤਾਂ ਗੌਰਮੈਂਟ ਵੀ ਜ਼ਿਆਦਾ ਇੰਟਰਸਟ ਨਹੀਂ ਦਿਖਾ ਰਹੀ, ਕਿਉਂਕਿ ਮੋਰਚਾ ਹੌਲੀ ਹੌਲੀ ਆਪ ਹੀ ਖਿੰਡ ਜਾਣਾ ਸਮਾਂ ਪੈ ਕੇ। ਪਰ ਜੋ ਖਿੰਡਣ ਤੱਕ ਮੰਨ ਲਓ 6 ਮਹੀਨੇ ਨੂੰ ਖਿੰਡ ਜਾਂਦਾ, ਉਹ 1 ਸਾਲ ਨੂੰ ਖਿੰਡ ਜਾਂਦਾ। ਉਹਦੇ ਬਿਟਵੀਨ ਜੋ ਆਪਣੇ ਬਜ਼ੁਰਗਾਂ ਦਾ, ਆਪਣੇ ਯੂਥ ਦਾ
ਉਹਦੇ ਜੋ ਆਪਣੇ ਪੰਜਾਬ ਦਾ ਆਰਥਿਕ ਪੱਖੋਂ ਜੋ ਨੁਕਸਾਨ ਹੋਣਾ ਉਹ ਤਾਂ ਪੰਜਾਬ ਨੇ ਝੱਲਣਾ, ਉਹ ਪੰਜਾਬ ਦੀਆਂ ਮਾਵਾਂ ਨੇ ਝੱਲਣਾ, ਉਹ ਪੰਜਾਬ ਦੇ ਯੂਥ ਨੇ ਝੱਲਣਾ। ਮੇਨ ਗੱਲ ਇਹ ਆ ਬਈ ਮੈਂ ਖੁਦ ਇਹ ਗੱਲ ਨੂੰ ਕਬੂਲ ਕਰਦਾ ਵੀ ਜਥੇਬੰਦੀਆਂ, ਮੈਂ ਰਿਪੀਟ ਕਰੀ ਜਾ ਰਿਹਾ ਬਾਰ-ਬਾਰ ਬਈ ਉਹ ਜਥੇਬੰਦੀਆਂ ਦੇ ਬਸੋਂ ਬਾਹਰ ਗੱਲ ਆ। ਹੁਣ ਜੋ ਵੀ ਕਰਨਾ ਉਹ ਗੌਰਮੈਂਟ ਨੇ ਕਰਨਾ, ਤੇ ਗੌਰਮੈਂਟ ਪੂਰੀ ਸੰਜੀਦਗੀ ਇਹਦੇ ਵਿੱਚ ਕੰਮ ਨਹੀਂ ਕਰ ਰਹੀ ਹੈਗੀ। ਉਹਦਾ ਜ਼ਖਮ, ਮੈਂ 2-3 ਮਹੀਨੇ ਦਾ ਇਹੀ ਗੱਲ ਕਹਿਣਾ, ਉਹਦਾ ਜ਼ਖਮ ਖੁੱਲਾ ਛੱਡਿਆ ਹੋਇਆ। 1 ਮਿੰਟ ਲਈ ਇੱਥੇ ਰੁਕਿਓ। ਹੁਣ ਜਿਹੜੀ ਸਾਡੇ ਕੋਲ ਲੇਟੈਸਟ ਰਿਪੋਰਟ ਹੈ ਇੰਟੈਲੀਜੈਂਸ ਦੀ, ਜਿਹੜੀ ਡੀਪ ਰਿਪੋਰਟ ਕਹਿ ਸਕਦੇ ਆਪਾਂ, ਉਸ ਰਿਪੋਰਟ ਦੇ ਅਕੋਰਡਿੰਗ 17 ਕਮਿਊਨਿਸਟ ਪਾਰਟੀਆਂ ਪਲੱਸ ਕਾਂਗਰਸ ਤੇ 7 ਏਜੰਸੀਜ਼ ਨੇ ਜਿਹੜੀਆਂ, ਉਹ ਸਾਰੀਆਂ, ਉਹਨਾਂ ਦੇ ਵਿਦ ਨੇਮ ਵੀ ਮੇਰੇ ਕੋਲ ਡਿਟੇਲ ਹੈ, ਹੁਣ ਮੈਂ ਐਕਚੁਅਲੀ ਬਾਹਰ ਆ, ਉਹ ਸਾਰੀ ਡਿਟੇਲ ਵੀ ਹੈ ਕਿ ਇਹ ਸਾਰੀਆਂ ਦੀਆਂ ਸਾਰੀਆਂ ਲਗਾਤਾਰ ਲੱਗੀਆਂ ਹੋਈਆਂ ਨੇ ਕਿ ਦੁਬਾਰਾ ਤੋਂ ਬੀਜੇਪੀ ਜਾਂ ਮੋਦੀ ਅੱਗੇ ਨਹੀਂ ਆਉਣਾ ਚਾਹੀਦਾ, ਨਹੀਂ ਤਾਂ ਆਪਣੀ ਕੋਈ ਸੁਣਵਾਈ ਨਹੀਂ ਹੋਣੀਗੀ। ਕਿਸਾਨ ਅੰਦੋਲਨ ਨੂੰ ਇਹਨਾਂ ਚੀਜ਼ਾਂ ਨੇ ਕੈਪਚਰ ਕਰ ਰੱਖਿਆ। ਹਾਂ, ਕੁਝ ਬੰਦੇ ਇਸੇ ਗਰੁੱਪ ਦੇ ਵਿੱਚ ਕੱਟੜ ਵੀ ਬੈਠੇ ਨੇ, ਜਿਵੇਂ ਕਿ ਜਿੰਦ ਬਡਾਲੀ ਵੀਰ ਬੈਠਾ, ਮੈਨੂੰ ਪਤਾ ਹੈ, ਸਾਰਿਆਂ ਦੀ ਵਿਚਾਰਧਾਰਾ ਸੁਣਦੇ ਰਹੀਦਾ ਖੈਰ। ਤਾਂ ਇੱਥੇ ਖਾਲਿਸਤਾਨ ਦਾ ਵੀ ਇੱਕ ਬਹੁਤ ਵੱਡਾ ਅਸਰ ਇਹਦੇ ਵਿੱਚ ਰਿਹਾ ਹੈ, ਪ੍ਰਭਾਵ ਰਿਹਾ ਹੈ। ਹੁਣ ਵੀ ਕੱਲ ਵਾਲੀ ਉਹਦੇ ਵਿੱਚ ਵੀ ਉਹਨੇ, ਚਲੋ ਬਾਬਾ ਜੀ, ਕਈ ਹੁਣ ਤੁਹਾਡੇ ਚੋਂ ਬਹੁਤ ਜਣੇ ਮੰਨਦੇ ਵੀ ਹੋਣਗੇ ਨਾ, ਸੰਤ ਜਾਂ ਬਾਬਾ ਜੀ ਵੀ ਮੰਨਦੇ ਆ, ਆਪਣੇ ਆਪਣੇ ਵਿਚਾਰਧਾਰਾ। ਉਹ ਬਾਬਾ ਜੀ ਦੀ ਫੋਟੋ ਲਾ ਕੇ ਉਹਨਾਂ ਨੇ ਉੱਥੇ, ਮਤਲਬ ਬੰਦਾ ਬੈਠਾ, ਉਹ ਚਲੋ ਆਪਾਂ ਕਹਿੰਦੇ ਨੇ ਨਾਰਮਲ ਪਾਈ ਹੋਈ ਆ ਉਹਨੇ, ਪਰ ਇਸ ਤਰ੍ਹਾਂ ਦੇ ਜਿੱਥੇ ਇਕੱਠ ਨੇ, ਉੱਥੇ ਜਿਹੜੀ ਚੀਜ਼ ਦਾ ਵਿਰੋਧ ਹੋ ਰਿਹਾ ਹੈ, ਉਹ ਜਾਣ ਕੇ ਆਪਾਂ ਵਿਰੋਧ ਨੂੰ ਕਹਿ ਲਓ ਕਿ ਉਤਸ਼ਾਹਿਤ ਕਰ ਰਹੇ ਹਾਂ ਜਾਂ ਉਕਸਾ ਰਹੇ ਹਾਂ ਕਿ ਹਾਂ ਵੀ ਅਸੀਂ ਤਾਂ ਪਾਈਆਂ ਹੋਈਆਂ ਨੇ, ਤੁਸੀਂ ਦੱਸੋ ਅੱਗੋਂ ਕੀ ਕਰਨਾ। ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਇਸ ਚੀਜ਼ ਨੂੰ ਠੰਡਾ ਨਹੀਂ ਪੈਣ ਦੇ ਰਹੀਆਂ, ਇਹ ਗੱਲ ਵੀ ਉਹਦੇ ਵਿੱਚ ਕਾਊਂਟ ਕੀਤੀ ਹੈ। ਅੱਗੇ ਤੁਸੀਂ ਬੋਲੋ ਕੀ ਕਹਿਣਾ, ਬਾਕੀ ਗੱਲ ਮੈਂ ਤੁਹਾਨੂੰ ਫੇਰ ਜਵਾਬ ਦਿੰਦਾ ਇਹਦੇ ਚ। ਚਲੋ ਇੱਕ ਗੱਲ ਹੋਰ ਮੈਂ ਨਾਲ ਕਰ ਦਿੰਦਾ, ਇਸ ਰਿਪੋਰਟ ਦੇ ਵਿੱਚ ਇਹ ਵੀ ਸਾਫ਼-ਸਾਫ਼ ਲਿਖਿਆ ਹੈ 16 ਲੀਡਰਾਂ ਦੇ ਨਾਮ ਆਏ ਹੈ ਜਿਨ੍ਹਾਂ ਨੇ ਕਿ ਉੱਥੋਂ ਹਿੰਦੂ ਤਿਉਹਾਰਾਂ ਨੂੰ ਟਾਰਗੇਟ ਕੀਤਾ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਜੀ ਦੀਵਾਲੀ, ਦੁਸਹਿਰਾ, ਹੋਲੀ, ਲੋਹੜੀ ਕਾਲੀ ਮਨਾਉਣੀ ਹੈ। ਕਦੇ ਵੀ ਕਿਸੇ ਨੇ ਕਿਸੇ ਗੁਰਪੁਰਬ ਬਾਰੇ, ਕਿਸੇ ਮੁਹर्रम ਬਾਰੇ, ਕਿਸੇ ਈਦ ਬਾਰੇ, ਕਿਸੇ ਕ੍ਰਿਸਮਸ ਬਾਰੇ ਕਦੇ ਨਹੀਂ ਕਿਹਾ। ਉਹ ਸਪੈਸ਼ਲ ਇਹੀ ਕਿਉਂ? ਅਗਲੀ ਦੂਜੀ ਗੱਲ, 18 ਜਾਣਿਆਂ ਨੇ, 18 ਲੀਡਰਸ ਨੇ ਇਹ ਵੀ ਕਿਹਾ ਹੈ, ਔਨ ਰਿਕਾਰਡ ਹੈ, ਵਿਦ ਫੋਟੋਜ਼, ਵਿਦ ਨੰਬਰਸ, ਐਵਰੀਥਿੰਗ ਇਜ਼ देयर। ਇਹ ਵੀ ਗੱਲ ਕਹੀ ਗਈ ਹੈ ਕਿ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਚੱਕ ਲਿਆਂਦੀਆਂ ਗਈਆਂ, ਜਿਨ੍ਹਾਂ ਦੇ ਵਿੱਚ ਦੀਪ ਸਿੱਧੂ ਦਾ ਤੇ ਲੱਖਾ ਸਿਧਾਣੇ ਦਾ ਨਾਮ ਆਇਆ। ਲੱਖਾ ਸਿਧਾਣੇ ਦਾ ਨਾਮ ਮਨੂ ਸਮ੍ਰਿਤੀ ਦੇ ਨਾਲ ਬਦਨਾਮ ਕਰਨ ਦੇ ਵਿੱਚ ਵੀ ਆਇਆ। ਮੇਰੇ ਕੋਲ ਪੂਰੀ ਡਿਟੇਲ, ਇੱਕ ਇੱਕ ਵਰਡ ਮਤਲਬ ਉਹ ਪਈ ਆ, ਤਾਂ ਮੈਂ ਚਾਹਣਾ ਮੈਂ ਤੁਹਾਨੂੰ ਸ਼ੇਅਰ ਵੀ ਕਰ ਦੂੰ, ਕੋਈ ਇਸ਼ੂ ਨਹੀਂ ਹੈ, ਕਿਸੇ ਦਾ ਵੀ ਕੋਈ ਨੰਬਰ ਹੋਵੇ ਤਾਂ। ਪਰ ਉੱਥੇ ਸਾਰੇ ਦਾ ਸਾਰਾ ਟੋਟਲੀ ਜਿਹੜਾ ਟਾਰਗੇਟ ਉਹ ਸਿਰਫ ਹਿੰਦੂਇਜ਼ਮ ਹੀ ਕਿਉਂ ਹੋਇਆ? ਇਹ ਕਿਤੇ ਹਿੰਦੂ ਵਿਰੋਧੀ ਅੰਦੋਲਨ ਤਾਂ ਨਹੀਂ ਬਣ ਕੇ ਰਹੇਗਾ? ਜਿਹੜੇ ਪੋਲੀਟੀਸ਼ੀਅਨਸ ਖੇਡ ਰਹੇ ਉਹ ਤਾਂ ਖੇਡ ਹੀ ਰਹੇ, ਆਪਾਂ ਨੂੰ ਪਤਾ ਹੈ। ਮੈਂ ਤੁਹਾਨੂੰ ਇਹਦਾ ਵੀ ਜਵਾਬ ਲੈਣਾ। ਬਿਲਕੁਲ ਸ਼ਰਮਾ ਜੀ, ਤੁਹਾਡੀ ਗੱਲ ਸਹੀ ਆ। ਇਹਦੇ ਵਿੱਚੋਂ ਕਿ ਨਾ ਜੋ ਇਹ ਮੋਰਚਾ ਚੱਲ ਰਿਹਾ, ਪਹਿਲੀ ਗੱਲ ਤਾਂ ਕਿ ਨਾ ਆਪਾਂ ਨੂੰ ਇਹ ਚੀਜ਼, ਤੁਹਾਨੂੰ ਵੀ ਇਹ ਚੀਜ਼ ਸਮਝਣੀ ਪੈਣੀ ਹੈ, ਜੋ ਉਸ ਮੋਰਚੇ ਦੇ ਵਿੱਚ ਕਿਸਾਨ ਨੇ ਬੈਠੇ, ਉਹਦੇ ਵਿੱਚੋਂ ਜਿਹੜੀ ਜਿਆਦੇ ਮੈਜੋਰਟੀ ਨੇ ਲੋਕ, ਉਹ ਕਿ ਨਾ ਸਿਰਫ ਡਾਊਨ ਟੂ ਅਰਥ ਬੰਦੇ ਨੇ ਟੋਟਲ, ਜਿਹੜੇ ਕਿ ਜ਼ਿਆਦਾਤਰ ਪੜ੍ਹੇ ਲਿਖੇ ਨਹੀਂ ਹੈਗੇ। ਉਹ ਵਿਚਾਰੇ ਉੱਥੇ ਸੰਘਰਸ਼ ਵਿੱਚ ਆਪਦਾ ਹਿੱਸਾ ਪਾਉਣ ਜਾਂਦੇ ਆ ਤੇ ਉੱਥੇ ਉਹ ਬੈਠੇ ਨੇ। ਹੁਣ ਇਸ ਮੋਰਚੇ ਦੇ ਵਿੱਚੋਂ ਕਈ ਧਿਰਾਂ ਆਪ ਦਾ ਲਾਹਾ ਕੱਢਣ ਜਾ ਰਹੀਆਂ ਨੇ ਵੀ ਸਾਨੂੰ ਫਾਇਦਾ ਹੋ ਜਾਵੇ, ਜਿਹਦੇ ਵਿੱਚੋਂ ਕਾਂਗਰਸ ਵੀ ਇਹਦਾ ਫਾਇਦਾ ਲੈਣਾ ਚਾਹੁੰਦੀ ਆ, ਤੇ ਜੋ ਬਾਹਰੀ ਤਾਕਤਾਂ ਬੈਠੀਆਂ ਨੇ ਉਹ ਵੀ ਆਪੋ ਆਪਣਾ ਉੱਲੂ ਸਿੱਧਾ ਕਰਨੀਆਂ ਚਾਹੁੰਦੀਆਂ ਨੇ। ਕਾਂਗਰਸ, ਮੈਂ ਫੇਰ ਕਰਨਾ, ਕਾਂਗਰਸ ਇਹਦੇ ਵਿੱਚੋਂ ਫਾਇਦਾ ਲੈਣਾ ਚਾਹੁੰਦੀ ਆ। ਤੇ ਹੁਣ ਚੱਕਰ ਇਹ ਆ, ਤੁਸੀਂ ਆਪ ਦੱਸ ਦਿਓ ਵੀ ਤੁਸੀਂ ਉਸ ਪਾਰਟੀ ਨਾਲ ਸੰਬੰਧਿਤ ਰੱਖਦੇ ਹੋ ਸ਼ਰਮਾ ਜੀ। ਆਪਾਂ ਨੂੰ ਉਸ ਪਾਰਟੀ ਤੇ ਉਹਨੇ ਕੀ ਪਹਿਲਾਂ ਕੀਤੀਆਂ? ਹੁਣ ਜੇ ਤੁਸੀਂ ਕਹੋਗੇ ਦੱਸੋ, ਤੁਸੀਂ ਦੱਸੋ ਕੀ ਪਹਿਲ ਕਰੇ, ਮੈਂ ਮੰਨਦਾ ਇਸ ਗੱਲ ਨੂੰ। ਸਾਡੇ ਵਰਗੇ ਲੋਕਾਂ ਕੋਲੇ ਇਸ ਚੀਜ਼ ਦਾ ਜਵਾਬ ਨਹੀਂ ਹੈਗਾ। ਅਮਿਤ ਸ਼ਾਹ ਦੇ ਨਾਲ ਮੀਟਿੰਗ ਹੁੰਦੀ ਆ, ਇੱਕ ਮਿੰਟ ਜੀ, ਅਮਿਤ ਸ਼ਾਹ ਦੇ ਨਾਲ ਮੀਟਿੰਗ ਹੁੰਦੀ ਆ, ਤੋਮਰ ਵੀ ਨਾਲ ਹੈ। ਉੱਥੇ ਮੀਟਿੰਗ ਦੇ ਵਿੱਚ ਇਹ ਡਿਸਾਈਡ ਹੋ ਜਾਂਦਾ ਹੈ ਕਿ ਠੀਕ ਹੈ ਜੀ, ਜਿਹੜੇ ਸੁਧਾਰ ਕਰਨੇ ਆ ਉਹ ਹੋ ਜਾਣਗੇ, ਓਕੇ। ਉੱਥੇ ਗਲਤੀ ਕੀ ਰਹਿ ਗਈ ਕਿ ਉਹਨਾਂ ਨੇ ਉਹਨਾਂ ਬੰਦਿਆਂ ਤੋਂ ਰਿਟਰਨ ਨਹੀਂ ਲਿਆ। ਉਹ ਬਾਹਰ ਆ ਕੇ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਆ, ਗਲੇ ਮਿਲਦੇ ਆ, ਖੁਸ਼ ਹੁੰਦੇ ਆ, ਪਰ ਉਸ ਤੋਂ ਬਾਅਦ ਨੈਕਸਟ ਡੇ ਜਦੋਂ ਗੱਲ ਆਉਂਦੀ ਹੈ, ਉਹ ਟੇਬਲ ਤੇ ਬਹਿਣ ਤੋਂ ਹੀ ਮੁੱਕਰ ਜਾਂਦੇ ਆ। ਹੁਣ ਤੱਕ ਇਹੀ ਗੱਲ ਚੱਲੀ ਗਈ ਆ, ਹੁਣ ਤੱਕ ਉਹ ਪਹੁੰਚੇ ਨਹੀਂ ਕਦੇ ਦੁਬਾਰਾ, ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਤਾਂ ਕੀ ਇਹਦੇ ਵਿੱਚ ਸਰਕਾਰ ਦੀ ਗਲਤੀ ਹੋਊਗੀ? ਵੀਰ ਜੀ, ਉੱਥੇ ਸਰਕਾਰ ਦੀ ਗਲਤੀ ਨਹੀਂ ਸੀਗੀ। ਤੁਸੀਂ 10-11 ਮਹੀਨੇ ਦੀ ਪਹਿਲੀ ਗੱਲ ਕਰ ਰਹੇ ਹੋ, ਦਸੰਬਰ 2020 ਜਾਂ ਜਨਵਰੀ ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ। ਮੈਂ ਉੱਥੇ ਸਰਕਾਰ ਬਿਲਕੁਲ ਪੱਖ ਦੇ ਵਿੱਚ ਸੀਗੀ ਵੀ ਜਲਦੀ ਤੋਂ ਜਲਦੀ ਮਸਲਾ ਸੁਲਝ ਜਾਵੇ, ਤੇ ਗੌਰਮੈਂਟ ਪੂਰੇ ਪ੍ਰੈਸ਼ਰ ਦੇ ਵਿੱਚ ਸੀਗੀ।
ਉਹ ਸਾਰਾ ਕੁਝ ਕਰਨ ਲਈ ਤਿਆਰ ਸੀਗੀ। ਉੱਥੇ ਜਿਹੜੀ ਜਥੇਬੰਦੀਆਂ ਦੀ ਉੱਪਰਲੀ ਆ ਉਹਨਾਂ ਦੇ ਇਹ ਕੀਲੇ ਫਸੇ ਹੋਏ ਸੀਗੇ ਧੌਣਾ ਦੇ ਵਿੱਚ ਵੀ ਸਾਡੀ ਤਾਂ ਸਪੋਰਟ ਬਹੁਤ ਆ। ਉਹਨਾਂ ਨੇ ਉੱਥੇ ਜਾ ਕੇ ਸਟੈਂਡ ਵੱਧ ਲੈ ਗਏ ਤੇ ਉੱਥੋਂ ਉਹ ਥੱਲੇ ਆ ਗਏ। ਇਹ ਗੱਲ ਤਾਂ ਹਰ ਇੱਕ ਬੰਦੇ ਨੂੰ ਪਤਾ, ਉਹ ਮੈਨੂੰ ਵੀ ਪਤਾ ਉਹ ਚੀਜ਼ ਦਾ। ਪਰ ਚੱਕਰ ਪਤਾ ਕੀ ਆ, ਇਸ ਟਾਈਮ ਮੇਨ ਗੱਲ ਮਹਾਰਾਜ ਉਹੀ ਆ ਵੀ ਗੌਰਮੈਂਟ ਨੂੰ ਆਉਣਾ ਚਾਹੀਦਾ। ਜੇ ਹੁਣ ਤੁਸੀਂ ਸਾਤੋਂ ਪੁੱਛੋਗੇ, ਤੁਸੀਂ ਦੱਸੋ ਵੀ ਗੌਰਮੈਂਟ ਕੀ ਹੱਲ ਕਰੇ ਉਹਦੇ ਵਿੱਚੋਂ, ਅਸੀਂ ਨਹੀਂ ਦੱਸ ਸਕਦੇ ਗੌਰਮੈਂਟ ਕੀ ਹੱਲ ਕਰੇ। ਅਸੀਂ ਗੌਰਮੈਂਟ ਦੇ ਥੱਲੇ ਜੋ ਨੇ ਉਹ ਤੋਂ ਕੁਝ ਝਾਕ ਕਰਦੇ ਆ ਵੀ ਸਾਡਾ ਹੱਲ ਕਰੇ। ਬੱਬੂ ਵੀਰੇ ਇੱਕ ਮਿੰਟ ਤੁਹਾਨੂੰ ਰੋਕਣਾ ਚਾਹੁੰਦਾ ਵਾਂ। ਮੈਂ ਇਕੱਲੇ ਗਵਰਨਮੈਂਟ ਲਈ ਨਹੀਂ ਕਿਹਾ, ਮੈਂ ਦੋਨੋਂ ਧਿਰਾਂ ਲਈ ਕਿਹਾ ਵੀਰੇ, ਵੀ ਦੋਨੇ ਧਿਰਾਂ ਕੀ ਹੱਲ ਕੱਢ ਸਕਦੀਆਂ, ਉਹਦੇ ਲਈ ਆਪਾਂ ਕੋਈ ਸੋਲੂਸ਼ਨ ਦੇਖੀਏ। ਅਸੀਂ ਅੱਗੇ ਉਹਨਾਂ ਨੂੰ ਕਰਾਂਗੇ ਰਿਕਮੈਂਡ ਕਿ ਹਾਂਜੀ ਆਹ ਗੱਲ ਹੁੰਦੀ ਹੈ ਜੀ, ਆਹ ਵਾਲੇ ਬੰਦੇ ਵਿੱਚ ਪੈਂਦੇ ਆ, ਆਓ ਨਵੇੜੀਏ। ਤੁਸੀਂ ਦੱਸੋ ਪਲੀਜ਼। ਬਿਲਕੁਲ ਬਾਈ ਜੀ, ਦੇਖੋ ਦੋ ਧਿਰਾਂ ਨੇ, ਇੱਕ ਕਿਸਾਨ ਜਥੇਬੰਦੀਆਂ ਤੇ ਇੱਕ ਗਵਰਨਮੈਂਟ। ਮੈਂ ਤਾਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਹੀ ਉਹਨਾਂ ਤੇ ਬਲੇਮ ਕਰ ਚੁੱਕਿਆ। ਕਿਸਾਨ ਜਥੇਬੰਦੀਆਂ ਨੂੰ ਪਾਸੇ ਕਰ ਦੋ, ਜਦੋਂ ਤੁਸੀਂ ਉਹਨਾਂ ਨੂੰ ਉਮੀਦ ਹੀ ਛੱਡ ਗਏ ਉਹਨਾਂ ਨੂੰ ਪਾਸੇ ਕਰੋ ਪਰੇ। ਉਹੀ ਤਾਂ ਮੈਂ ਗੱਲ ਕਹਿਣਾ ਨਾ ਵੀ ਉਹ ਜਦੋਂ ਉਹ ਆਪਾਂ ਉਹਨਾਂ ਨੂੰ ਕਹਿ ਦਿੱਤਾ ਵੀ ਉਹ ਵਿਕ ਗਏ। ਮੇਰੀ ਗੱਲ ਸੁਣੋ, ਕੱਲੂ ਸੈਂਟਰ ਸਰਕਾਰ ਕੋਈ ਪ੍ਰਪੋਜ਼ਲ ਲੈ ਆਈ, ਇਧਰੋਂ ਕਿਹੜੀ ਧਰਮ ਆਪਦੀ ਹਾਂ ਚ ਹਾਂ ਮਿਲਾਊਗੀ ਕਿ ਜਿਹਨੂੰ ਸਾਰੀ ਸੰਗਤ ਕਹਿ ਦੇ ਵੀ ਹਾਂ ਵੀ ਇਹਨਾਂ ਨੇ ਕਿਸੇ ਗੱਲ ਤੇ ਸਮਝੌਤਾ ਕਰ ਲਿਆ। ਜਾਂ ਤਾਂ ਕਿਸਾਨ ਜਥੇਬੰਦੀਆਂ ਦਾ ਪਰੇ ਕਰੋ, ਉਹੀ ਵਿਰੋਧ ਕਰਨ ਨੂੰ ਬੈਠੇ ਆਪਾਂ, ਜਾਂ ਉਹਨਾਂ ਦੇ ਪ੍ਰੈਸ਼ਰ ਬਣਾਓ ਕਿ ਜਿਹੜੀ ਗੱਲ ਅਮਿਤ ਸ਼ਾਹ ਨਾਲ ਕਰੀ ਆ ਉਹ ਆਪਦੀ ਸਿਰੇ ਪਗਾਵੇ, ਸਾਨੂੰ ਹੱਲ ਕੱਢ ਕੇ ਦੇਵੇ। ਨਹੀਂ ਪਰੇ ਹੋ ਜਾਣ ਵੀ ਸਰਕਾਰ ਵੱਲੋਂ ਕੋਈ ਪ੍ਰਪੋਜ਼ਲ ਆਊਗਾ ਯੈਸ ਨੋ ਤੋਂ ਪਰੇ ਹਟਣ। ਇਹ ਵੀਰੇ ਕਿਸਾਨ ਜਥੇਬੰਦੀਆਂ ਦੇ ਸੌਰੀ ਇੱਕ ਦੋ ਇਹੋ ਜਿਹੇ ਲੀਡਰ ਹੈਗੇ ਆ ਜਿਹੜੇ ਕਿ ਅੱਜ ਬੀਜੇਪੀ ਦੇ ਟੱਚ 'ਚ ਆ ਚੁੱਕੇ ਆ, ਜਿਹੜੇ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਸਮਝ ਸਕਦੇ ਹੋ ਯੂਪੀ ਤੋਂ ਟਿਕਟ ਵੀ ਭਾਲ ਰਹੇ ਆ। ਉਹ ਵੀ ਵੀਰੇ ਛੱਡੋ, ਤੁਸੀਂ ਇਹ ਰਾਜਨੀਤਿਕ ਗੱਲਾਂ ਛੱਡੋ, ਸਿੱਧੀ ਗੱਲ ਆ, ਕਾਮਰੇਡਾਂ ਤੇ ਜਾਂ ਤਾਂ ਪ੍ਰੈਸ਼ਰ ਬਣਾਓ ਜਾਂ ਪਰੇ ਕਰੋ, ਦੋ ਹੀ ਹੱਲ ਆ। ਆਪਾਂ ਇਸ ਗਰੁੱਪ 'ਚ ਬੈਠ ਕੇ ਦਾ ਮਤਲਬ ਇਹ ਆ ਕਿ ਕਿਸੇ ਤਰੀਕੇ ਨਾਲ ਪ੍ਰੈਸ਼ਰ ਬਣਾਇਆ ਜਾ ਸਕੇ। ਅੱਜ 8 ਮਰੇ ਆ, ਕੱਲ ਨੂੰ 800 ਵੀ ਮਰੂਗਾ, ਉਦੋਂ ਵੀ ਸਿਰਫ ਆਪਾਂ ਇੱਥੇ ਟਾਕ ਕਰਨ ਜੋਗੇ ਰਹਿ ਜਾਾਂਗੇ। ਹਾਂ ਬਿਲਕੁਲ ਬਾਈ, ਆਹ ਪੁਆਇੰਟ ਆ ਬਿਲਕੁਲ। ਇਹਨੂੰ ਜ਼ਿਆਦਾ ਕਿ ਨਾ ਮੁੱਦੇ ਨੂੰ ਕਿਸੇ ਪਾਰਟੀਆਂ ਨਾਲ ਉਹਨਾਂ ਚੀਜ਼ਾਂ ਠੀਕ ਆ, ਜਿੰਨਾ ਮਰਜ਼ੀ ਗੱਲਾਂ ਦਾ ਕਹਿਣਾ ਜਿੰਨਾ ਮਰਜ਼ੀ। ਮੇਨ ਗੱਲ ਇਹ ਆ ਵੀ ਕੱਲ ਉੱਥੇ ਵਿਚਾਰੇ ਜੋ ਵੀ ਕਿਸੇ ਦੇ ਮਾਂ ਦੇ ਪੁੱਤ, ਅਸੀਂ ਵੀਰੇ 8 ਮਹੀਨੇ ਦੇ ਇੱਕੋ ਗੱਲ ਕਹਿੰਦੇ ਆ ਤੇ ਆ ਬਾਕੀ ਜਿਹੜੇ ਹੁਣ ਕਹਿਣ ਲੱਗੇ ਆ ਫਿਰ ਮੁੜ ਕੇ ਇਹ ਕਹਿਣ ਲੱਗ ਜਾਓ ਵੀ ਜਦੋਂ ਇੱਕ ਪਾਰਟੀ ਨੇ ਪੂਰਾ ਫਾਇਦਾ ਲੈ ਲਿਆ ਤੁਹਾਡੇ ਹੱਥ 'ਚ ਰਹਿ ਜਾਣਾ ਛੁਣਛਣਾ, ਉਦੋਂ ਵੀ ਆਪਾਂ ਕਲੱਬ ਹਾਊਸ ਤੇ ਸਿਰਫ ਰੋਣਾ ਹੀ ਰੋਂਦੇ ਰਹਿ ਜਾਣਾ। ਬਿਲਕੁਲ ਬਾਈ, ਜੇ ਮੈਂ ਅੱਜ ਇੱਕ ਮਿੰਟ ਬੱਬੂ ਯਾਰ, ਜਗਮੀਤ ਬਾਵਾ ਜੀ ਹੁਣਾਂ ਦਿੱਤਾ ਸੀ ਟਾਈਮ ਜੌਨੀ ਵੀਰੇ? ਨਹੀਂ ਹਲੇ ਉਹਨਾਂ ਨੂੰ ਨਹੀਂ ਮਿਲਿਆ ਟਾਈਮ ਯਾਰ। ਇੰਜ ਨਾ ਕਰਿਆ ਕਰੋ, ਕੁਛ ਭਰਾ ਆਪਣੇ ਨਾਲ ਆਉਂਦੇ ਵਿੱਚੋਂ ਥੋੜਾ ਟਾਈਮ ਕੱਢ ਕੇ ਆਏ ਹੁੰਦੇ ਤੇ ਉਹ ਭੱਜ ਨੱਠ ਚੋਂ ਆਏ ਸੀਗੇ। ਹਾਂਜੀ ਦੇ ਦਿਓ ਵੀਰੇ ਟਾਈਮ ਉਹਨਾਂ ਨੂੰ। ਨਹੀਂ ਉਹ ਚਲੇ ਗਏ ਨੇ, ਛੇਤੀ ਗੱਲ ਨਿਬੇੜਿਆ ਕਰੋ। ਨਹੀਂ ਉਹ ਹੁਣ ਚਲੇ ਗਏ ਨੇਗੇ, ਮੇਰੇ ਖਿਆਲ ਉਹਨਾਂ ਨੇ ਕੁਝ ਕਹਿਣਾ ਸੀ ਜ਼ਰੂਰੀ। ਤੇ ਮੈਂ ਜੋ ਹੋਰ ਵੀ ਆਉਂਦਾ ਨਾ, ਉਹ ਸਿਰਫ 2 ਬੰਦਿਆਂ ਦੀ ਡਿਬੇਟ ਨਾ ਰਹਿ ਜੇ, ਆਪਦਾ ਕੁਐਸਚਨ ਕੀਤਾ ਆਨਸਰ ਦਿੱਤਾ, ਬਾਕੀਆਂ ਨੂੰ ਮੌਕਾ ਦੇਵੇ। ਹਾਂਜੀ ਮੈਂ ਮੈਸੇਜ ਕੀਤਾ ਉਹਨਾਂ ਨੂੰ ਅਗਰ ਵਾਪਸ ਆ ਜਾਓ। ਹਾਂਜੀ ਮੈਂ ਉਹਨਾਂ ਨੂੰ ਫੋਨ ਕਰ ਦਿੰਦਾ, ਮੈਂ ਫੋਨ 'ਚ ਮੈਸੇਜ ਕਰ ਦੇਣਾ ਉਹਨਾਂ ਨੂੰ। ਹਾਂ ਚਲੋ ਉਹਨਾਂ ਕੋਲ ਜੇ ਟਾਈਮ ਹੈਗਾ ਪਲੀਜ਼ ਆ ਜਾਣ, ਆਪਣੀ ਗੱਲ ਰੱਖ ਲੈਣ। ਚਲੋ ਵੀਰ, ਕਾਫੀ ਲੰਬੇ ਸਮੇਂ ਤੋਂ ਮੈਂ ਤੁਹਾਡੀ ਡਿਬੇਟ ਸੁਣ ਰਿਹਾ ਸੀਗਾ, ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ। ਸਾਰਿਆਂ ਦਾ ਧੰਨਵਾਦ। ਮੈਂ ਕੁਝ ਲੈਣਾ ਚਾਹੁੰਦਾ ਸੀ ਤੁਹਾਡੇ ਤੋਂ, ਕੋਸ਼ਿਸ਼ ਸੀ ਮੇਰੀ ਕਿ ਕੋਈ ਆਈਡੀਆ ਮਿਲੂਗਾ, ਤੇ ਪਰ ਤੁਸੀਂ ਕਹਿੰਦਾ ਕਿ ਸਰਕਾਰਾਂ ਹੀ ਕੱਢਣਗੀਆਂ ਜਾਂ ਆਪਾਂ ਕੀ ਕਰ ਸਕਦੇ ਹਾਂ ਜਾਂ ਜੋ ਵੀ। ਠੀਕ ਹੈ, ਫਿਰ ਵੀ ਵਾਰ-ਵਾਰ ਜੁੜਦੇ ਰਵਾਂਗੇ। ਮੇਰਾ ਵੀ ਹਾੜੀ ਜੀ ਜਿਹੜਾ ਸਰਕਾਰਾਂ ਵਾਲਾ ਨਾ ਉਹ ਆਪਣਾ ਬੱਬੂ ਵੀਰ ਦਾ ਆਈਡੀਆ ਵਾ। ਬੱਬੂ ਵੀਰ ਕੋਈ ਨੁਮਾਇੰਦਗੀ ਨਹੀਂ ਕਰ ਰਿਹਾ ਇਸ ਰੂਮ ਦੀ। ਜਿਹੜਾ ਬੱਬੂ ਵੀਰ ਦਾ ਵੈਸੇ ਵੀ ਜਿਹੜਾ ਉਹਨੂੰ ਕੀ ਕਹਿੰਦੇ ਕਿ ਝੁਕਾਅ ਸਿਆਸੀ ਆ ਥੋੜਾ ਇੱਕ ਪਾਰਟੀ ਵਾਲੇ ਪਾਸੇ, ਚਲੋ ਹਰ ਇੱਕ ਦਾ ਹੁੰਦਾ, ਮੇਰਾ ਵੀ ਹੈਗਾ। ਪਰ ਇਹ ਆ ਵੀ ਅਸੀਂ ਜੇ ਹੁਣ ਆਪਾਂ ਬੱਬੂ ਵੀਰ ਦੀ ਗੱਲ ਤੇ ਵੀ ਗੌਰ ਕਰੀਏ ਤੇ ਜੇ ਹੁਣ ਕਿਸਾਨਾਂ ਕੋਲ, ਮੈਂ ਕਦੇ ਵੀ ਜਿਹੜੇ ਕਿਸਾਨ ਆ, ਮੈਂ ਕਦੇ ਉਹਨਾਂ ਦੇ ਜਜ਼ਬਿਆਂ ਤੇ ਸਵਾਲ ਨਹੀਂ ਕੀਤਾ ਨਾ, ਮੈਂ ਕਿਸਾਨ ਦੀਆਂ ਹੱਕੀ ਮੰਗਾਂ ਤੇ ਕਦੇ ਸਵਾਲ ਨਹੀਂ ਕੀਤਾ। ਮੈਂ ਹਮੇਸ਼ਾ, ਮੇਰਾ ਖਦਸ਼ਾ ਇਹ ਰਿਹਾ ਵੀ ਕਿਸਾਨ ਦੇ ਮੋਢੇ ਤੇ ਰੱਖ ਕੇ ਇਹ ਗੱਲ ਹੋਰ ਪਾਸੇ ਲਿਜਾਈ ਜਾਣੀ ਆ। ਇਸ ਗੱਲ ਨੂੰ ਤੇ ਗਈ ਵੀ ਆ, ਸ਼ੁਰੂ ਤੋਂ ਗਈ ਆ, ਪਹਿਲੇ ਦਿਨੋਂ ਵੀ। ਪਰ ਹੁਣ 11 ਮੀਟਿੰਗਾਂ ਹੋਈਆਂ, 11 ਮੀਟਿੰਗਾਂ ਚੋਂ ਹਰ ਵਾਰੀ ਉੱਠ ਕੇ ਬਾਹਰ ਕੌਣ ਆਉਂਦਾ ਰਿਹਾ? 11 ਮੀਟਿੰਗਾਂ ਚੋਂ ਬਾਹਰ ਕੌਣ ਆਉਂਦਾ ਰਿਹਾ ਨਾ? ਕਿਸਾਨ ਜਥੇਬੰਦੀਆਂ ਹੀ ਆਉਂਦੀਆਂ ਰਹੀਆਂ ਨਾ। ਸਰਕਾਰ ਹੁਣ ਜੇ ਤੇ ਸਰਕਾਰ ਨੇ ਨਹੀਂ ਸੱਦਿਆ, ਜੇ ਤਾਂ ਸਰਕਾਰ ਨੇ ਬਿਲਕੁਲ ਗੱਲਬਾਤ ਨਹੀਂ ਕੀਤੀ ਕਿਸੇ ਵੀ ਜਥੇਬੰਦੀ ਨਾਲ, ਤੇ ਆਪਾਂ ਅੱਜ ਸਰਕਾਰ ਨੂੰ ਗਾਲਾਂ ਕੱਢਦੇ ਨਾ, ਇੱਥੇ ਰੋਜ਼ ਲੋਕਾਂ ਨੂੰ ਕੱਢਦੇ, ਉਹਨਾਂ ਨੂੰ ਕੱਢ ਦਿੰਦੇ ਵੀ ਉਹਨਾਂ ਕੀਤਾ ਕੁਛ ਨਹੀਂ। ਜੇ ਹੁਣ ਉਹਨਾਂ ਨੇ 11 ਵਾਰੀ ਸੱਦਿਆ ਤੇ ਜੇ ਹਰ ਵਾਰੀ ਉੱਥੇ ਮੈਂ ਨਾ ਮਾਨੂ ਵਾਲੀ ਗੱਲ ਤੇ ਅੜ ਕੇ ਬਾਹਰ ਬੰਦੇ ਆਏ ਆ,
ਤੇ ਨਹੀਂ ਦੇਖੋ ਮੈਂ ਬੜੇ ਇੱਕ ਮਿੰਟ ਮੈਂ ਫਿਨਿਸ਼ ਕਰ ਲਵਾਂ ਪਲੀਜ਼ ਆਪਣੀ ਗੱਲ। ਜੇ 11 ਵਾਰੀ ਬੰਦੇ ਬਾਹਰ ਆਉਂਦੇ ਆ ਉੱਠ ਕੇ, ਇਹ ਵੀ ਸਰਕਾਰ ਦਾ ਕਸੂਰ ਆ, ਉਹ ਬੰਦਿਆਂ ਦਾ ਕਸੂਰ ਨਹੀਂਗਾ। ਜੇ ਹੁਣ ਕਿਸਾਨ ਕੋਲ ਲੀਡਰਸ਼ਿਪ ਹੈ ਨਹੀਂ ਗੀ ਫੈਸਲੇ ਲੈਣ ਵਾਲੀ, ਇਹ ਵੀ ਸਰਕਾਰ ਦਾ ਕਸੂਰ ਆ। ਹੁਣ ਸਰਕਾਰ ਹੀ ਲੀਡਰਸ਼ਿਪ ਤਿਆਰ ਕਰਕੇ ਦੇਵੇ ਕਿਸਾਨ ਨੂੰ ਗੱਲ ਕਰਨ ਵਾਲੀ। ਕੁਛ ਸਾਡੀ ਆਪਣੀ ਵੀ ਜ਼ਿੰਮੇਵਾਰੀ ਹੈਗੀ ਆ ਨਾ ਕਿ ਸਾਡੇ ਪੰਜਾਬੀਆਂ ਦੇ ਵਿੱਚ ਤਕਰੀਬਨ ਸਾਡੇ ਹਰ ਵਰਗ ਦੇ ਵਿੱਚ ਇੱਕੋ ਹੀ ਫੈਕਟਰ ਆ ਵੀ ਅਸੀਂ ਆਪਣਾ ਦੋਸ਼ ਸਾਰਾ ਕਿਸੇ ਹੋਰ ਸਿਰ ਸੁੱਟ ਕੇ ਸੁਰਖਰੂ ਹੋ ਜਾਂਦੇ ਆ, ਜਿਹੜਾ ਆਪਾਂ ਇੱਥੇ ਕਰ ਰਹੇ ਆ ਵੀ ਇਹ ਸਰਕਾਰ ਦੀ ਗਲਤੀ, ਸਰਕਾਰ ਨੂੰ ਕਰਨਾ ਚਾਹੀਦਾ। ਉਹ ਭਾਈ ਕੋਈ ਸਾਡੀ ਵੀ ਤਾਂ ਜ਼ਿੰਮੇਵਾਰੀ ਹੈਗੀ ਆ ਨਾ। ਉਹ ਬੰਦੇ ਸਾਡੀ ਨੁਮਾਇੰਦਗੀ ਕਰ ਰਹੇ ਨੇ, ਫਿਰ ਉਹ ਕਿਉਂ ਕਰ ਰਹੇ ਨੇ? ਜੇ ਉਹ ਨਹੀਂ ਫੈਸਲਾ ਲੈਣ ਦੀ ਤਾਕਤ ਰੱਖਦੇ ਤੇ ਕਿਉਂ ਬੈਠੇ ਨੇ ਉੱਥੇ? ਉਹ ਠੀਕ ਹੈ,